ਧੰਨ श्री गुरु नानक देव साहब जी महाराज। धन धन साहिब श्री गुरु ग्रंथ साहब जी महाराज। एक ओंकार सतनाम करता पुरख निरभाओ निर्वैर। अकाल मूरत अजूनी सैभं गुर प्रसाद जप। आद सच जुगाद सच है भी सच। नानक होसी भी सच। तुमरी शरण तुम्हारी आसा। तुमरी शरण तुम्हारी आसा। तुम ही सज्जन सुहेले। राखो राखनहार दयाला। नानक घर के गोले। मैं मूर्ख की केतक बात है। कोट पराधी तरया रे। गुर नानक जिन सुनिया पेखिया। से फिर गर्भास न परया रे। ज्ञान ध्यान किश कर्म न जाना। सार न जाना तेरी। सब ते वड्डा सतगुर नानक। जिन कल राखी मेरी। सुनी अरदास स्वामी मेरा। सर्ब कला बन आई। प्रगट भई सगले जुग अंतर। गुर नानक की वड्याई। तेरे केड़े केड़े गुणा नू मैं गावां। मत मेरी थोड़ी मालका। तेरे केड़े केड़े गुणा नू मैं गावां। मत मेरी थोड़ी मालका। तेरे केड़े गुणा नू मैं गावां। मत मेरी थोड़ी मालका। तेरे केड़े केड़े गुणा नू मैं गावां। मत मेरी थोड़ी मालका। तेरे केड़े केड़े गुणा नू मैं गावां। मत मेरी थोड़ी मालका। तेरे केड़े केड़े गुणा नू मैं गावां। मत मेरी थोड़ी मालका। तेरे केड़े केड़े गुणा नू मैं गावां। मत मेरी थोड़ी मालका। तेरे केड़े केड़े गुणा नू मैं गावां। मत मेरी थोड़ी मालका। तेरे केड़े गुणा नू मैं गावां। मत मेरी थोड़ी मालका। तेरे केड़े गुणा नू मैं गावां। मत मेरी थोड़ी मालका। तेरे केड़े केड़े गुणा नू
मत मेरी जी थोड़ी मालका, 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 मत मेरी जी थोड़ी वाहिगुरु, 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 मत मेरी जी थोड़ी वाहिगुरु। तेरे केड़े केड़े गुणां नूं मैं गुणां नूं गावां, मत मेरी थोड़ी मालका, तेरे केड़े केड़े गुणां नूं मैं गावां, मत मेरी थोड़ी मालका, तेरे केड़े गुणां नूं मैं गावां, मत मेरी थोड़ी मालका, तेरे केड़े गुणां नूं मैं गावां, मत मेरी थोड़ी मालका, तेरे केड़े गुणां नूं मैं गावां, मत मेरी थोड़ी मालका, तेरे केड़े गुणां नूं मैं गावां, मत मेरी थोड़ी मालका। तेरे कावन कावन गुण कह गावां, तू साहिब गुणी निधाना, तुमरी महिमा वरन ना साकों, तू ठाकुर ऊच भगवाना, ज्यों भावै त्यों राख लै, हम शरण प्रभ आए राम राजे, हम भूल बिगाड़ा है दिन स रात, हर लाज रखाए, हम बारिक तू गुर पिता है, दे मत समझाए, जन नानक दास हर कांढिया, हर पैज रखाए। दीन दुनिया के मालक ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਪਾਵਨ ਹਜ਼ੂਰੀ ਦਾ ਆਨੰਦ ਅਤੇ ਨਿੱਘ ਮਾਣਦੇ ਹੋਏ ਪਰਮ ਸਤਿਕਾਰਯੋਗ ਗੁਰਮੁਖ ਪਿਆਰੇ ਸਤਸੰਗੀ ਜਨੋ, ਸਭ ਤੋਂ ਪਹਿਲਾਂ ਸਰਬੱਤ ਸੰਗਤ ਮਾਈ ਭਾਈ ਸਤਿਗੁਰਾਂ ਦੇ ਪਿਆਰ ਅਤੇ ਸਤਿਕਾਰ ਨੂੰ ਮੁੱਖ ਰੱਖ ਕੇ ਸ਼ਰਧਾ ਭਾਵਨਾ ਪ੍ਰੇਮ ਸਤਿਕਾਰ ਦੇ ਨਾਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿੱਥੇ ਅੱਜ ਆਪਾਂ ਉਹ ਰੰਗਲੇ ਸੱਜਣ ਭਾਈ ਸਾਹਿਬ ਭਾਈ ਠਾਣਾ ਸਿੰਘ ਹੋਣੀ ਉਹਨਾਂ ਦੀ ਅੰਤਮ ਅਰਦਾਸ 'ਤੇ ਇਕੱਤਰ ਹੋ ਰਹੇ ਆ। ਪਰਿਵਾਰ ਵਾਸਤੇ ਡਾਢਾ ਦੁੱਖ ਹੁੰਦਾ, ਵਿਛੋੜੇ ਦਾ ਦੁੱਖ ਹੁੰਦਾ। ਉੱਥੇ ਦੂਸਰੀ ਸਾਈਡ ਅੱਜ ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਜਗਤ ਗੁਰੂ ਬਾਬੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੁਰੂ ਕੀਆਂ ਸੰਗਤਾਂ ਲਾਹਾ ਪ੍ਰਾਪਤ ਲਾਹਾ ਖੱਟ ਰਹੀਆਂ ਨੇ। ਨਗਰ ਉਦੇ ਕਰਨ ਦੀਆਂ ਸੰਗਤਾਂ ਨੇ ਵੀ ਉਦਮ ਉਪਰਾਲਾ ਕਰਕੇ ਥੋੜ੍ਹਾ ਸਮਾਂ ਪਹਿਲਾਂ ਅਖੰਡ ਪਾਠ ਸਾਹਿਬ ਪ੍ਰਾਰੰਭ ਕੀਤੇ ਹਨ। ਸੋ ਅੱਜ ਦੇ ਦਿਨ ਕਿਉਂਕਿ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿੱਥੇ ਸਾਡੇ ਜਨਮ ਸਵਾਰਨ ਦੀ ਬਾਤ ਆਉਂਦੀ ਹੈ, ਉੱਥੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਦੀ ਹਜ਼ੂਰੀ ਵਿੱਚ ਬਾਲਕ ਬੂੜਾ ਜੀ ਜਦੋਂ ਆਣ ਕੇ ਬੈਠੇ ਤੇ ਉੱਥੇ ਪੁੱਛਣਾ ਕੀਤਾ, ਐ ਬਾਲਕ
ਸਾਰੀਆਂ ਸੰਗਤਾਂ ਘਰਾਂ ਨੂੰ ਤੁਰ ਗਈਆਂ ਤੇ ਤੁਸੀਂ ਇੱਥੇ ਬੈਠੇ ਹੋ। ਇੰਨਾ ਸ਼ੌਂਕ, ਇੰਨਾ ਬਰਾਗ ਕਿੱਥੋਂ ਲੱਗਿਆ ਛੋਟੀ ਉਮਰ ਦੇ ਵਿੱਚ? ਬਾਲਕ ਬੂੜਾ ਜੀ, ਉਮਰ ਬੜੀ ਛੋਟੀ, ਭੇਡਾਂ ਚਾਰਨ ਦਾ, ਬੱਕਰੀਆਂ ਮੱਝਾਂ ਚਾਰਨ ਦਾ ਕੰਮ ਕਰਦੇ ਸੀ ਛੋਟੀ ਉਮਰੇ। ਮਾਤਾ ਪਿਤਾ ਦੇ ਨਾਲ ਹੱਥ ਵਟਾਉਂਦੇ ਸੀ। ਤਾਂ ਦੱਸਣਾ ਕੀਤਾ ਸਤਿਗੁਰੂ ਸੱਚੇ ਪਾਤਸ਼ਾਹ, ਇਹ ਬੈਰਾਗ, ਇਹ ਸ਼ੌਂਕ, ਇਹ ਲਗਨ ਮੈਨੂੰ ਮੇਰੀ ਮਾਂ ਕੋਲੋਂ ਲੱਗੀ ਹੈ। ਮਾਤਾ ਤੇ ਪਿਤਾ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਸਾਡਾ ਪਹਿਲਾ ਗੁਰੂ ਹੈ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਉਹਦੇ ਤੋਂ ਬਾਅਦ ਸੰਸਾਰੀ ਗੁਰੂ ਜੇ ਕੋਈ ਹੈ ਬੱਚੇ ਦਾ, ਤਾਂ ਸਭ ਤੋਂ ਪਹਿਲਾਂ ਪਿਤਾ ਤੇ ਮਾਂ ਗੁਰੂ ਨੇ, ਜਿਨ੍ਹਾਂ ਨੇ ਬੱਚੇ ਦੀ ਉਂਗਲ ਫੜ ਕੇ ਉਹਨੂੰ ਸੋਹਣੇ ਸੰਸਕਾਰ ਦੇ ਕੇ, ਸੋਹਣੀ ਮੱਤ ਦੇ ਕੇ ਸਮਾਜ ਦੇ ਵਿੱਚ ਪੈਰਾਂ ਤੇ ਖੜਾ ਕਰਨਾ ਹੈ। ਸੱਚੇ ਪਾਤਸ਼ਾਹ, ਇਹ ਬਰਾਗ ਮਾਂ ਦੇ ਕੋਲੋਂ ਲੱਗਿਆ। ਜਿਸ ਦਿਨ ਮਾਂ ਸਵੇਰ ਵੇਲੇ ਪ੍ਰਸ਼ਾਦਾ ਪਕਾਉਣ ਵਾਸਤੇ, ਚਾਹ ਪਾਣੀ ਬਣਾਉਣ ਵਾਸਤੇ ਅੱਗ ਬਾਲ ਰਹੀ ਸੀ, ਤੇ ਮਾਂ ਨੇ ਮੋਟੀਆਂ ਮੋਟੀਆਂ ਲੱਕੜਾਂ ਚੁੱਲ੍ਹੇ ਵਿੱਚ ਲਾਈਆਂ ਤੇ ਅੱਗ ਮਚਾਉਣ ਦੀ ਖੇਚਲ ਕਰ ਰਹੀ ਸੀ। ਅੱਗ ਨਹੀਂ ਸੀ ਮਚ ਰਹੀ। ਮੈਨੂੰ ਕੋਲ ਬੁਲਾ ਕੇ ਆਖਿਆ, ਪੁੱਤਰ ਉਹ ਸਾਹਮਣੇ ਬਰੀਕ ਘਾਹ ਫੂਸ ਪਿਆ, ਉਹ ਚੁੱਕ ਕੇ ਲੈ ਕੇ ਆ। ਅਸੀਂ ਜਦੋਂ ਲੈ ਕੇ ਆਏ, ਮਾਤਾ ਨੇ ਮੋਟੀਆਂ ਲੱਕੜਾਂ ਦੇ ਨੀਚੇ ਉਹ ਛੋਟੀਆਂ ਛੋਟੀਆਂ ਲੱਕੜਾਂ ਤੋੜ ਕੇ ਕੱਖ ਕਾਨੇ ਜੇ ਲਾ ਦਿੱਤੇ, ਤੇ ਜਦੋਂ ਉਹਨਾਂ ਨੂੰ ਅੱਗ ਲਾਈ ਤੇ ਸੱਚੇ ਪਾਤਸ਼ਾਹ ਲੱਟ ਲੱਟ ਕਰਕੇ ਅੱਗ ਚੜ੍ਹ ਗਈ। ਕਹਿੰਦੇ ਅਸੀਂ ਆਖਿਆ, ਮਾਂ ਪਹਿਲਾਂ ਐਵੇਂ ਤੂੰ ਖਪੀ ਗਈ, ਤੇ ਪਹਿਲਾਂ ਹੀ ਇਸ ਤਰ੍ਹਾਂ ਕਰਨਾ ਸੀ ਕਿ ਮਾਂ ਦੇ ਮੁਖੋਂ ਬਚਨ ਸੀ, ਪੁੱਤਰ ਧਿਆਨ ਨਾਲ ਵੇਖ, ਮਾਂ ਦਾ ਉਪਦੇਸ਼ ਗੌਰ ਨਾਲ ਵੇਖ, ਵੱਡੀਆਂ ਲੱਕੜਾਂ ਨੂੰ ਅੱਗ ਨਹੀਂ ਚੜ੍ਹੀ, ਤੇ ਜਦੋਂ ਛੋਟੀਆਂ ਛੋਟੀਆਂ ਲੱਕੜਾਂ ਲਾਈਆਂ ਤੇ ਅੱਗ ਉਸੇ ਵੇਲੇ ਚੜ੍ਹ ਗਈ। ਕਹਿੰਦੇ ਪੁੱਤਰ ਇਸੇ ਤਰ੍ਹਾਂ ਮੌਤ ਹੈ। ਕਈ ਵਾਰ ਇੱਥੇ 100-100 ਸਾਲ ਦੇ ਬੈਠੇ ਰਹਿੰਦੇ ਨੇ, 110 ਸਾਲਾਂ ਦੇ ਮਿਲਦੇ ਨੇ ਸਾਨੂੰ। ਥੋੜ੍ਹੇ ਦਿਨ ਹੋ ਗਏ ਉੱਦਾਂ ਹੀ ਮਿਲੇ ਸੀ। ਤੇ ਇਸ ਤਰ੍ਹਾਂ ਇਹ ਨਹੀਂ ਪਤਾ 10 ਸਾਲਾਂ ਦੇ ਬੱਚੇ ਇਉਂ ਮਾਪਿਆਂ ਦੇ ਵਡੇਪੇ ਦੀ ਡੰਗੋਰੀ, ਕਿਤੇ ਨੌਜਵਾਨ 20-20 ਸਾਲਾਂ ਦੇ, 40-30 ਸਾਲਾਂ ਦੇ ਇਉਂ ਤੁਰੇ ਜਾਂਦੇ ਨੇ। ਪਤਾ ਨਹੀਂ ਕਿਹੜੇ ਵੇਲੇ ਮੌਤ ਰੂਪੀ ਅੱਗ ਇਹ ਸਰੀਰ ਨੂੰ ਸਮੇਟ ਲਵੇ। ਕੀ ਭਾਵ, ਜਿੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਸਾਨੂੰ ਜਗਤ ਵਿੱਚ, ਸੰਸਾਰ ਵਿੱਚ ਜਿਉਣ ਦੀ ਉੱਤਮ ਸੋਝੀ ਬਖਸ਼ਿਸ਼ ਕਰਦੇ ਨੇ, ਉੱਥੇ ਮੌਤ ਵੀ ਚੇਤੇ ਕਰਾਉਂਦੇ ਨੇ। ਤੇ ਕਹਿੰਦੇ ਫਿਰ ਉਹ ਐਸਾ ਬਰਾਗ ਲੱਗਿਆ ਮਾਂ ਦੇ ਕੋਲੋਂ ਵੀ ਕੀ ਪਤਾ ਜਵਾਨ ਹੋਈਏ ਕਿ ਨਾ ਹੋਈਏ, ਬਚਪਨ ਵਿੱਚ ਹੀ ਨਾ ਮੌਤ ਲੈ ਜਾਵੇ। ਨਾ ਹੈ ਬਾਰਕ, ਕਹਿੰਦੇ ਨਾ ਬੱਚੇ ਨੂੰ ਪਤਾ, ਨਾ ਹੈ ਜੋਬਨ ਹੈ, ਨਾ ਨੌਜਵਾਨ ਨੂੰ ਪਤਾ, ਨਾ ਹੈ ਬਿਰਧੀ ਕਛ ਬੰਦ, ਵਡੇਪੇ ਦੇ ਵਿੱਚ ਤਾਂ ਇਹ ਛੱਡਦੀ ਉਹ ਹੈ ਨਹੀਂ, ਲੈ ਕੇ ਤੁਰ ਜਾਂਦੀ ਹੈ। ਜਦੋਂ ਇਹਦਾ ਪੰਧ ਮੁੱਕ ਜਾਂਦਾ, ਸਮਾਂ ਮੁੱਕ ਜਾਂਦਾ, ਉਹ ਬੇਰਾ ਨਹਿ ਬੂਝੀ ਹੈ, ਜੋ ਆਏ ਪਰੈ ਜਮ ਫੰਦ। ਉਹ ਵੇਲੇ ਦਾ ਕਿਸੇ ਨੂੰ ਕੀ ਪਤਾ, ਜਦੋਂ ਜਮਾਂ ਦੀ ਫਾਹੀ ਮੌਤ ਬਣ ਕੇ ਪੈ ਜਾਂਦੀ ਹੈ, ਨਹੀਂ ਪਤਾ ਚੱਲਦਾ, ਅਚਨਚੇਤ ਹੀ ਆਉਂਦੀ ਹੈ, ਬਿਨਾਂ ਦੱਸਿਆਂ ਆਉਂਦੀ ਹੈ। ਸੋ ਇਸ ਕਰਕੇ ਬਹੁਤ ਚੀਜ਼ਾਂ ਐਸੀਆਂ ਨੇ, ਮਨੁੱਖ ਬੜੀ ਨੌਲੇਜ ਰੱਖਦਾ ਸੰਸਾਰ ਦੀ, ਸਮਾਜ ਦੀ, ਆਪਣੇ ਆਲੇ ਦੁਆਲੇ ਦੀ, ਪਰ ਸਰੀਰ ਦੇ ਵਿੱਚ ਕੀ ਪਿਆ ਨਹੀਂ ਛੇਤੀ ਪਤਾ ਚੱਲਦਾ। ਕਦੋਂ ਦੁੱਖ ਉੱਠ ਕੇ ਖੜਾ ਹੋ ਜਾਂਦਾ, ਕਦੋਂ ਸੁੱਖ ਹੋ ਗਿਆ, ਤੇ ਕਦੋਂ ਰੋਗ ਲੱਗ ਗਿਆ, ਕਦੋਂ ਰੋਗ ਟੁੱਟ ਗਿਆ। ਕਈ ਰੋਗ ਐਸੇ ਨੇ ਆਏ ਤੇ ਮੁੜ ਕੇ ਹਟਦੇ ਨਹੀਂ, ਤੇ ਸਰੀਰ ਨੂੰ ਲੈ ਕੇ ਜਾਂਦੇ ਨੇ। ਫਿਰ ਇੱਥੇ ਫਿਰ ਬਾਬਾ ਬੁੱਢਾ ਜੀ ਨੇ ਜਦੋਂ ਇਹ ਬਾਤਾਂ ਕੀਤੀਆਂ, ਗੁਰੂ ਨਾਨਕ ਦੇਵ ਸਾਹਿਬ ਜੀ ਕਹਿੰਦੇ ਤੇਰਾ ਨਾਂ ਕੀ ਹੈ? ਕਹਿੰਦੇ ਜੀ ਮਾਤਾ ਪਿਤਾ ਨੇ ਬੂੜਾ ਨਾਮ ਰੱਖਿਆ। ਕਹਿੰਦੇ ਸਰੀਰ ਕਰਕੇ ਤਾਂ ਬਾਲਕ ਹੈ, ਸਰੀਰ ਕਰਕੇ ਤਾਂ ਬੱਚਾ ਹੈ, ਪਰ ਗੱਲਾਂ ਸਿਆਣਿਆਂ ਬਾਬਿਆਂ ਵਾਲੀਆਂ, ਬੁੱਢਿਆਂ ਵਾਲੀਆਂ ਨੇ। ਕਹਿੰਦੇ ਅੱਜ ਤੋਂ ਤੇਰਾ ਨਾਮ ਬੁੱਢਾ ਪੈ ਗਿਆ। ਫਿਰ ਉਹ ਬਾਲਕ ਗੁਰੂ ਨਾਨਕ ਦੇਵ ਸਾਹਿਬ ਦਾ ਸੰਗੀ ਬਣ ਕੇ ਹੌਲੀ 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 ਬਾਬਾ ਬੁੱਢਾ ਸਾਹਿਬ ਜੀ, ਜਿਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਹਿਲੇ ਗ੍ਰੰਥੀ ਹੋਣ ਦਾ ਮਾਣ ਦਿੱਤਾ ਗੁਰੂ ਅਰਜਨ ਦੇਵ ਸਾਹਿਬ ਜੀਆਂ ਨੇ, ਗੁਰੂ ਰਾਮਦਾਸ ਮਹਾਰਾਜ ਜੀਆਂ ਨੇ, ਤੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਨਾਲ ਰਹਿ ਕੇ ਉਹ ਕਮਾਈਆਂ ਕੀਤੀਆਂ। ਜਦੋਂ ਪੋਥੀ ਪਰਮੇਸ਼ਰ ਕਾ ਥਾਨ ਪ੍ਰਕਾਸ਼ ਹੁੰਦੇ ਨੇ, ਤਾਂ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ ਆਖਿਆ, ਬਾਬਾ ਜੀ ਮੁੱਖ ਵਾਕ ਲਓ, ਹੁਕਮ ਲਓ ਸਤਿਗੁਰਾਂ ਦਾ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਤੇ ਇਹ ਬਾਬਾ ਬੁੱਢਾ ਸਾਹਿਬ ਜੀ ਦੇ ਰਸਨਾ ਤੋਂ
ਤੇ ਸਾਧ ਸੰਗਤ ਪਹਿਲੇ ਗ੍ਰੰਥੀ ਸੀ ਹਰਿਮੰਦਰ ਸਾਹਿਬ ਦੇ ਬਾਬਾ ਬੁੱਢਾ ਸਾਹਿਬ ਜੀ। ਅੱਜ ਉਹਨਾਂ ਦੀਆਂ ਕਮਾਈਆਂ, ਉਹਨਾਂ ਦੇ ਮਹਾਨ ਗੁਣ ਸਾਡੀ ਜ਼ਿੰਦਗੀ ਵਿੱਚ ਪੜ੍ਹ ਕੇ ਸੁਣ ਕੇ ਹੀ ਆਪ ਮੁਹਾਰੇ ਕਮਾਉਣ ਨੂੰ ਜੀ ਕਰਦਾ, ਚਿੱਤ ਕਰਦਾ ਵੀ ਧੰਨ ਬਾਬਾ ਬੁੱਢਾ ਜੀ ਤੁਹਾਡੀ ਕਮਾਈ। ਸੋ ਗੁਰੂ ਨਾਨਕ ਦੇਵ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਸ ਵੇਲੇ 3 ਅਰਦਾਸਾਂ ਇਕੱਠੀਆਂ ਹੋਈਆਂ, ਕਿਉਂਕਿ ਅਰਦਾਸ ਇੱਕੋ ਚੀਜ਼ ਹੈ ਜਿਹੜੀ ਵਾਹਿਗੁਰੂ ਦੇ ਦਰ 'ਤੇ ਪਹੁੰਚਦੀ ਹੈ, ਬੜੀ ਜਲਦੀ ਪਹੁੰਚਦੀ ਹੈ, ਦੇਰੀ ਨਹੀਂ ਲੱਗਦੀ, ਟਾਈਮ ਨਹੀਂ ਲੱਗਦਾ। 3 ਅਰਦਾਸਾਂ ਜਦੋਂ ਇਕੱਠੀਆਂ ਹੋਈਆਂ, ਸਭ ਤੋਂ ਪਹਿਲੀ ਅਰਦਾਸ ਸੀ ਧਰਤੀ ਦੀ, ਕਿਉਂਕਿ 4 ਮਾਵਾਂ ਨੇ ਆਪਣੀਆਂ ਯਾਦ ਰੱਖਣਾ। ਸਤਿਗੁਰਾਂ ਨੇ ਬਾਣੀ ਵਿੱਚ ਬਖਸ਼ਿਸ਼ ਕੀਤੀ ਹੈ, 3 ਮਾਵਾਂ ਦੀ ਤਾਂ ਬਖਸ਼ਿਸ਼ ਕੀਤੀ ਹੈ ਬਾਣੀ ਵਿੱਚ, ਚੌਥੀ ਆਪਾਂ ਜਾਣਦੇ ਹਾਂ। 4 ਮਾਵਾਂ ਕਿਹੜੀਆਂ? ਸਭ ਤੋਂ ਪਹਿਲੀ ਮਾਂ ਸਾਡੀ ਗੁਰਬਾਣੀ, ਹਰ ਆਪੇ ਮਾਤਾ ਆਪੇ ਪਿਤਾ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਤੇ ਇੱਧਰ ਪਹਿਲੀ ਮਾਂ ਗੁਰਬਾਣੀ, ਗੁਰੂ ਪਰਮੇਸ਼ਰ ਸਾਡੀ ਮਾਂ ਹੈ। ਐਡੀ ਵੱਡੀ ਮਾਂ ਕੋਈ ਦੁਨੀਆ 'ਤੇ ਹੋ ਨਹੀਂ ਸਕਦੀ, ਪਰਮੇਸ਼ਰ ਵਰਗੀ ਮਾਂ। ਕਿਉਂਕਿ ਸੰਸਾਰੀ ਮਾਂ ਸਾਨੂੰ ਦੁੱਧ ਚੁੰਘਾ ਸਕਦੀ ਹੈ, ਪਰ ਸੰਸਾਰੀ ਮਾਂ ਸਾਨੂੰ ਅੱਖਾਂ ਨਹੀਂ ਦੇ ਸਕਦੀ। ਸੰਸਾਰੀ ਮਾਂ ਸਾਨੂੰ ਇੱਕ ਵਾਰੀ ਮੁੱਖ 'ਚੋਂ ਦੰਦ ਨਿਕਲ ਗਏ, ਅਸਲੀ ਪਰਮਾਤਮਾ ਦੇ ਘਰੋਂ ਲੱਗੇ, ਦੁਬਾਰਾ ਦੰਦ ਨਹੀਂ ਦੇ ਸਕਦੀ। ਸੰਸਾਰੀ ਮਾਂ ਆ ਹੱਥ ਨਹੀਂ ਬਣਾ ਸਕਦੀ। ਇਹ ਪਰਮੇਸ਼ਰ ਦੀ ਬਣਤਰ ਹੈ, ਇਹ ਮਾਂ ਦੀ ਬਣਤਰ ਨਹੀਂ ਹੈ। ਮਾਂ ਇੱਕ ਸਾਧਨ ਹੈ ਬੱਚੇ ਨੂੰ ਜਨਮ ਦੇਣ ਦਾ, ਪਰ ਜੋ ਆ ਸਾਰਾ ਹਾਰ ਸ਼ਿੰਗਾਰ ਸਾਨੂੰ ਲੱਗੇ ਹੈ। ਸਤਿਗੁਰੂ ਮਹਾਰਾਜ ਜੀ ਕਹਿੰਦੇ, ਉਹ ਬਚਨ ਆਉਂਦਾ ਹੈ, ਤੁਮ ਸਭ ਸਾਜੇ ਸਾਜ ਨਿਵਾਜੇ ਜੀਓ ਪਿੰਡ ਦੇ ਪ੍ਰਾਨਾ। ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦਾ ਬਚਨ ਹੈ, ਸਾਨੂੰ ਸਾਜ ਕੇ ਮਾਤਾ ਦੇ ਉਦਰ ਵਿੱਚ ਨਿਵਾਜ ਕੇ ਜੀਓ ਪਿੰਡ, ਜੀਓ ਸਰੀਰ, ਜੀਵ ਆਤਮਾ ਤੇ ਪਿੰਡ ਸਰੀਰ, ਤੇ ਸਰੀਰ ਰੂਪੀ ਪਿੰਡ ਦੇ ਵਿੱਚ ਜੀਵ ਆਤਮਾ ਨੂੰ ਟਿਕਾਇਆ। ਵੇਖਣ ਨੂੰ ਨੇਤਰ ਦਿੱਤੇ, ਸੁਣਨ ਨੂੰ ਕੰਨ ਦਿੱਤੇ, ਬੋਲਣ ਨੂੰ ਰਸਨਾ ਦਿੱਤੀ, ਚੱਲਣ ਨੂੰ ਪੈਰ ਦਿੱਤੇ, ਕੰਮ ਕਰਨ ਨੂੰ ਹੱਥ ਦਿੱਤੇ। ਇਹ ਸਾਰੀ ਰਚਨਾ ਪਰਮੇਸ਼ਰ ਦੀ ਹੈ। ਆਪੀ ਨੈ ਆਪ ਸਾਜ ਕੈ ਆਪੀ ਨੈ ਰਚਿਓ ਨਾਉ, ਦੋਈ ਕੁਦਰਤ ਸਾਜੀਐ ਕਰ ਆਸਣ ਡਿਠੋ ਚਾਓ। ਸੋ ਇਸ ਤਰ੍ਹਾਂ ਦੇ ਨਾਲ ਪਹਿਲੀ ਮਾਂ ਵਾਹਿਗੁਰੂ ਪਰਮੇਸ਼ਰ ਗੁਰਬਾਣੀ, ਦੂਜੀ ਮਾਂ ਹੈ ਧਰਤੀ ਮਾਂ। ਪੜ੍ਹਦੇ ਆ ਨਾ ਰੋਜ਼, ਪਾਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਮਾਂ ਧਰਤੀ ਹੈ। ਇਹ ਧਰਤੀ ਮਾਂ ਵੀ ਇਸ ਮਾਂ ਤੋਂ ਅੱਗੇ ਹੈ, ਸੰਸਾਰੀ ਮਾਂ ਤੋਂ ਅੱਗੇ ਹੈ। ਕਿਉਂ? ਕਿਉਂਕਿ ਜੇ ਧਰਤੀ ਮਾਂ ਨਹੀਂ ਹੈ ਤਾਂ ਸੰਸਾਰੀ ਮਾਂ ਭੋਜਨ ਕਿੱਥੋਂ ਲਊਗੀ? ਸੰਸਾਰੀ ਮਾਂ ਰਹਿਣ ਵਾਸਤੇ ਮਕਾਨ ਕਿੱਥੋਂ ਬਣਾਊਗੀ? ਮਹਾਨਤਾ ਵੇਖਣੀ ਆਪਾਂ ਨੇ। ਸੰਸਾਰੀ ਲੋਕ ਠੀਕ ਹੈ, ਜਗ ਜਨਨੀ ਹੈ ਮਾਂ, ਜਗ ਨੂੰ ਜਨਮ ਦੇਣ ਵਾਲੀ, ਬੱਚਿਆਂ ਨੂੰ ਜਨਮ ਦੇਣ ਵਾਲੀ ਮਾਂ, ਪਰ ਕਿਤੇ ਨਾ ਕਿਤੇ ਸੰਸਾਰੀ ਲੋਕ ਕੱਲੀ ਇੱਕ ਮਾਂ ਦੀ ਮਹਿਮਾ ਕਰਦੇ ਨੇ। ਮਾਂ ਜਿਹਾ ਘਣ ਛਾਵਾਂ ਬੂਟਾ, ਬਿਲਕੁਲ ਸੱਚ ਹੈ, ਪਰ ਉਹ ਤੋਂ ਪਹਿਲਾਂ 2 ਮਾਵਾਂ ਹੋਰ ਵੀ ਤਾਂ ਨੇ ਨਾ। ਉਹ 2 ਮਾਵਾਂ ਦਾ ਵੀ ਉਨਾ ਹੀ ਸਤਿਕਾਰ, ਉਹ ਤੋਂ ਵੀ ਜ਼ਿਆਦਾ ਬਣਦਾ, ਕਿਤੇ ਜ਼ਿਆਦਾ ਬਣਦਾ। ਕਿਉਂਕਿ ਜੇ ਪਰਮੇਸ਼ਰ ਨਹੀਂ ਹੈ ਤਾਂ ਸਾਡੀ ਹੋਂਦ ਨਹੀਂ, ਜੇ ਧਰਤੀ ਨਹੀਂ ਹੈ ਤਾਂ ਅਸੀਂ ਰਹਾਂਗੇ ਕਿੱਥੇ? ਧਰਤੀ ਮਾਂ ਦੂਸਰੀ। ਤੇ ਤੀਸਰੀ ਹੈ ਜਗ ਜਨਨੀ ਮਾਂ, ਜਿਹ ਤੋਂ ਬੱਚੇ ਜਨਮ ਲੈਂਦੇ ਨੇ। ਇਹ ਮਾਂ ਤੀਸਰੇ ਨੰਬਰ 'ਤੇ ਆਉਂਦੀ ਹੈ। ਤੇ ਚੌਥੀ ਮਾਂ ਹੈ ਸਾਡੀ ਮਾਂ ਬੋਲੀ ਪੰਜਾਬੀ। ਇਹ ਵੀ ਮਾਂ ਦਾ ਦਰਜਾ ਹੈ, ਪੰਜਾਬੀ ਮਾਂ ਬੋਲੀ ਹੈ ਸਾਡੀ। ਇਹ ਵੀ ਇੱਕ ਮਾਂ ਦਾ ਰੂਪ ਹੈ। ਕਿਉਂਕਿ ਜੇ ਸਾਡੇ ਕੋਲ ਆਪਣੀ ਬੋਲੀ ਨਹੀਂ ਹੈ, ਆਪਣੀ ਭਾਸ਼ਾ ਨਹੀਂ ਹੈ, ਦਾਸ ਬੇਨਤੀ ਕਰਦਾ ਹੁੰਦਾ ਵੀ ਆਪਾਂ ਗੁਰਮੁਖ ਹਾਂ, ਗੁਰਮੁਖੀ ਦੇ ਅੱਖਰ ਪੜ੍ਹਿਆ ਕਰੀਏ। ਠੀਕ ਹੈ, ਜਿੱਥੇ ਜਿੱਥੇ ਆਪਾਂ ਪਹੁੰਚਣਾ, ਭਾਵੇਂ ਸਾਰੀਆਂ ਭਾਸ਼ਾਵਾਂ ਸਿੱਖ ਲਓ, ਹਿੰਦੀ ਸਿੱਖ ਲਓ, ਇੰਗਲਿਸ਼ ਸਿੱਖ ਲਓ, ਬੰਗਾਲੀ ਸਿੱਖ ਲਓ, ਤਾਮਿਲਨਾਡੂ ਸਿੱਖ ਲਓ, ਜਿੰਨੀਆਂ ਮਰਜ਼ੀ ਸਿੱਖੋ, ਚੰਗੀ ਗੱਲ ਹੈ। ਪਰ ਪਹਿਲ ਦਾ ਦਰਜਾ ਅਸੀਂ ਆਪਣੀ ਮਾਂ ਬੋਲੀ ਨੂੰ ਦੇਵਾਂਗੇ, ਪੰਜਾਬੀ ਨੂੰ। ਐਵੇਂ ਨਾ ਕਿਤੇ ਚੱਕ ਚਾ ਕੇ ਵੇਖ ਕੇ ਮੋਬਾਈਲ ਜੇ, ਟੈਲੀਵਿਜ਼ਨ ਜੇ, ਹਿੰਦੀ 'ਚ ਹੀ ਗੱਲਾਂ ਕਰਨ ਲੱਗ ਜਾਓ। ਅਰੇ ਭਾਈ ਕਿਆ ਕਰਤਾ ਹੈ, ਬੱਚਿਆਂ ਨੂੰ ਜ਼ਿਆਦਾ ਸ਼ੌਂਕ ਹੁੰਦਾ ਹੈ। ਸੋ ਇਸ ਕਰਕੇ ਇਹ ਤਾਂ ਹੁਣ ਆਪਣੇ ਸਕੂਲਾਂ ਕਾਲਜਾਂ ਦੇ ਵਿੱਚੋਂ ਵੀ ਬੰਦ ਕਰਨ ਲੱਗੇ ਸੀ। ਪੰਜਾਬ ਦੇ ਸਕੂਲਾਂ ਕਾਲਜਾਂ ਦੇ ਵਿੱਚੋਂ ਵੀ ਮਾਂ ਬੋਲੀ ਨੂੰ ਖਤਮ ਕਰਨ ਲੱਗੇ ਸੀ। ਪਰ ਹੁਣ ਜਿਹੜਾ ਯੂਥ ਹੈ ਨਾ ਪੰਜਾਬ ਦਾ, ਉਹ ਜਾਗ ਚੁੱਕਿਆ ਹੈ। ਉਹਨੂੰ ਜਾਗ ਆ ਗਈ, ਵੇਲੇ ਸਿਰ ਜਾਗ ਆ ਗਈ, ਨਹੀਂ ਤਾਂ ਆਪਾਂ ਲੁੱਟੇ ਜਾਣਾ ਸੀ। ਇੱਕ ਤਾਂ ਜਾਗਣ ਦਾ ਰਿਜ਼ਲਟ ਆਪਣੀ ਝੋਲੀ ਪੈ ਗਿਆ ਨਾ ਜਾਗਦੇ ਤਾਂ ਕਾਲੇ ਕਾਨੂੰਨ ਪਾਸ ਹੋਣੇ ਸੀ ਤੇ ਆਪਣੇ ਹੱਥਾਂ 'ਚ ਡੁਗਡੁਗੀਏ ਰਹਿ ਜਾਂਦੇ ਤੇ ਆਪਾਂ ਨੂੰ ਸਾਰਿਆਂ ਨੂੰ ਮਜ਼ਦੂਰ ਬਣਾ ਲੈਣਾ ਸੀ। ਇਹਨਾਂ ਨੇ ਨੌਕਰ ਲੱਗਣਾ ਪੈਂਦਾ ਆਪਾਂ ਨੂੰ ਇਹਨਾਂ ਦਾ।
ਆਪਣੇ ਤੋਂ 100 ਰੁਪਏ ਦੀ ਚੀਜ਼ ਲੈ ਕੇ ਸਿੱਧੀ 1000 ਨੂੰ ਆਪਾਂ ਨੂੰ ਦਿੰਦੇ। ਆਪਣੀ 100 ਰੁਪਏ ਦੀ ਚੀਜ਼ 1000 ਨੂੰ ਆਪਣੇ ਘਰੇ ਦੁਬਾਰਾ ਆਉਂਦੀ, ਉਹ ਲਿਫਾਫੇ ਦੇ ਵਿੱਚ ਪੈਕ ਹੋ ਕੇ। ਵੇਖ ਲਓ, ਉਦਾਹਰਨ ਦੇ ਤੌਰ ਤੇ ਇੱਕ ਕੁੱਕੜੀ ਹੈ ਛੱਲੀ, ਜਿਹਨੂੰ ਆਪਾਂ ਬੋਲਦੇ ਆ, ਉਹ ਆਪਣੇ ਤੋਂ ਤਾਂ 2 ਰੁਪਈਆਂ ਦੀ ਲੈਂਦੇ ਨੇ ਨਾ, ਤੇ ਜਦੋਂ ਅਡਾਨੀਆਂ ਬਾਨੀਆਂ ਦੇ ਚਲੀ ਗਈ ਨਾ, ਉਹੀ ਲਿਫਾਫੇ 'ਚ ਬੰਦ ਹੋ ਕੇ 50 ਰੁਪਈਆਂ ਦੀ ਆਊਗੀ। ਇਹ ਸੱਚਾਈ ਹੈ। ਰਹੋ ਵਿਚਾਰ, ਇੱਧਰ ਨੂੰ ਆਪਾਂ ਜਾਣਾ ਨਹੀਂ। ਜੇ ਜਾਗੇ ਤਾਂ ਅੱਜ ਜਿੱਥੇ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਪ੍ਰਕਾਸ਼ ਪੁਰਬ, ਉੱਥੇ 3 ਕਾਲੇ ਕਾਨੂੰਨ ਵੀ ਸੈਂਟਰ ਦੇ ਵੱਲੋਂ ਸਪੀਚ ਆ ਗਈ ਹੈ, ਪ੍ਰਧਾਨ ਮੰਤਰੀ ਵੱਲੋਂ ਵਾਪਸ ਲਏ ਗਏ। ਇਹ ਤੋਂ ਵੱਡੀ ਜਿੱਤ ਕੀ ਹੋ ਸਕਦੀ ਹੈ? ਜਾਗਣ ਦੀ ਗੱਲ ਕਰ ਰਿਹਾ। ਤੇ ਜਦੋਂ ਪੰਜਾਬੀ ਬੰਦ ਕਰਨੀ, ਇਹਨਾਂ ਨੇ ਯੂਨੀਵਰਸਿਟੀਆਂ ਵਿੱਚੋਂ, ਪੰਜਾਬੀ ਸਕੂਲਾਂ ਕਾਲਜਾਂ ਵਿੱਚੋਂ ਹਿੰਦੀ ਨੂੰ ਪਹਿਲ ਦਾ ਦਰਜਾ ਦਿੱਤਾ, ਤੇ ਪੰਜਾਬ ਫਿਰ ਜਾਗ ਪਿਆ। ਪ੍ਰੈਸ਼ਰ ਬਣਾਇਆ, ਦਬਾਅ ਬਣਾਇਆ। CM ਚੰਨੀ ਨੇ ਉਸੇ ਵੇਲੇ ਹੁਕਮ ਕੀਤਾ ਵੀ ਜਿਹੜੇ ਸਕੂਲ ਦੇ ਵਿੱਚ ਪੰਜਾਬੀ ਪਹਿਲ ਦੇ ਦਰਜੇ ਤੇ ਹੈ ਨਹੀਂ, ਉਹ ਸਕੂਲ ਨੂੰ ਲੋਕ ਲਾ ਦਿਓ, ਲੋਕ ਕਰ ਦਿਓ ਉਹਨੂੰ। ਸੋ ਇਹ ਚੌਥੀ ਮਾਂ ਬੋਲੀ ਹੈ ਸਾਡੀ। ਮਾਂ, 4 ਮਾਵਾਂ ਨੇ ਆਪਣੀਆਂ, 4ਾਂ ਦਾ ਆਪਾਂ ਨੇ ਸਤਿਕਾਰ ਕਰਨਾ, ਰੱਜ ਰੱਜ ਕੇ ਪਿਆਰ ਕਰਨਾ। ਤਾਂ ਸਾਧ ਸੰਗਤ, ਉੱਥੇ ਮਾਂ ਦੇ ਕੋਲੋਂ ਉਪਦੇਸ਼ ਮਿਲਿਆ, ਨਾਮ ਰੱਖਿਆ ਬਾਬਾ ਬੁੱਢਾ ਜੀ। ਤੇ ਸਾਧ ਸੰਗਤ ਉਹ ਮਹਾਨ। ਤੇ ਇੱਧਰ 3 ਅਰਦਾਸਾਂ ਹੋਈਆਂ ਇਕੱਠੀਆਂ। ਪਹਿਲੀ ਅਰਦਾਸ ਧਰਤੀ ਮਾਂ ਦੀ, ਅਕਾਲ ਪੁਰਖ ਦੇ ਚਰਨਾਂ ਵਿੱਚ। ਧਰਤੀ ਮਾਂ ਨੂੰ ਪਰਮੇਸ਼ਰ ਕਹਿੰਦਾ ਹੈ। ਭਾਈ ਗੁਰਦਾਸ ਦੀ ਵਾਰ ਹੈ, ਸਿੱਧੇ ਅਰਥ ਕਰਕੇ ਦੱਸਦਾ ਕਿਉਂਕਿ ਸਮਾਂ ਸੀਮਤ ਹੈ। ਜੇ ਪੂਰੇ ਵਾਰ ਦੇ ਅਰਥ ਕਰਨ ਲੱਗਾਂਗੇ ਕਾਫੀ ਸਮਾਂ ਮੰਗਦੀ ਹੁੰਦੀ ਹੈ ਕੋਈ ਵੀ ਵਾਰ, ਪੌੜੀ ਜਾਂ ਸ਼ਲੋਕ ਸ਼ਬਦ। ਪਰਮੇਸ਼ਰ ਦੇ ਚਰਨਾਂ ਵਿੱਚ ਧਰਤੀ ਹਾਜ਼ਰ ਹੋਈ ਹੈ। ਪਰਮੇਸ਼ਰ ਕਹਿੰਦਾ, ਧਰਤੀ ਤੂੰ ਕਾਹਦੇ ਵਾਸਤੇ, ਤੂੰ ਹੱਥ ਜੋੜੇ ਨੇ ਰੋ ਕਿਉਂ ਰਹੀ ਹੈ? ਕਹਿੰਦੇ ਤੇਰੇ ਤੇ ਪਰਬਤਾਂ ਦਾ ਭਾਰ ਹੈ, ਮੈਂ ਪਰਬਤ ਖਤਮ ਕਰ ਦਿਆਂ। ਨਹੀਂ ਪਰਮੇਸ਼ਰ, ਪਰਬਤਾਂ ਦੇ ਵਿੱਚ ਤਾਂ ਤਰ੍ਹਾਂ ਤਰ੍ਹਾਂ ਦੇ ਹੀਰੇ, ਤਰ੍ਹਾਂ ਤਰ੍ਹਾਂ ਦੀਆਂ ਧਾਤਾਂ, ਤਰ੍ਹਾਂ ਤਰ੍ਹਾਂ ਦੀਆਂ ਵਸਤੂਆਂ ਅਮੋਲਕ ਪਈਆਂ ਨੇ, ਪਰਬਤਾਂ ਬਗੈਰ ਕੀ ਬਣੇਗਾ? ਤਾਂ ਉਸ ਵੇਲੇ ਬਾਹਰ ਸਮਝ ਘੱਟ ਆਉਂਦੀ ਹੈ, ਸੈੱਟ ਕਰੋ, ਜੁੰਟਾਂ ਦੀ ਆਵਾਜ਼ ਜ਼ਿਆਦਾ ਹੋਣੀ, ਘੱਟ ਕਰ ਦਿਓ ਥੋੜੀ ਜਿਹੀ। ਤਾਂ ਪੁੱਛਣ ਲੱਗੇ ਤੈਨੂੰ ਪਰਬਤਾਂ ਦਾ ਭਾਰ ਲੱਗਦਾ ਹੈ? ਨਹੀਂ ਪਰਮੇਸ਼ਰ, ਪਰਬਤਾਂ ਦਾ ਭਾਰ ਨਹੀਂ ਹੈ। ਅੱਛਾ ਫਿਰ ਜਿਹੜੇ ਨਦੀਆਂ, ਨਾਲੇ, ਸਮੁੰਦਰ, ਦਰਿਆ ਚੱਲਦੇ ਨੇ ਉਹ ਘਟਾ ਦਿਆਂ? ਇਹਨਾਂ ਦਾ ਭਾਰ ਹੋਣਾ ਤੇਰੇ ਤੇ? ਨਹੀਂ ਪਰਮੇਸ਼ਰ, ਪਾਣੀ ਪਿਤਾ ਜਗਤ ਕਾ, ਤੇ ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਏ। ਪਰਮੇਸ਼ਰ, ਪਾਣੀ ਤੋਂ ਬਗੈਰ ਕੀ ਹੈ? ਮੈਨੂੰ ਪਾਣੀ ਦਾ ਭਾਰ ਵੀ ਨਹੀਂ ਹੈ। ਪਾਣੀ ਤਾਂ ਜੀਵਨ ਹੈ, ਪਾਣੀ ਤਾਂ ਐਸਾ ਸਰੋਤ ਹੈ ਜਿਹਦੇ ਤੋਂ ਬਗੈਰ ਮਨੁੱਖ ਜਿਉਂਦਾ ਨਹੀਂ ਰਹਿ ਸਕਦਾ। ਪਾਣੀ ਦਾ ਮੈਨੂੰ ਭਾਰ ਨਹੀਂ, ਪਰਬਤਾਂ ਦਾ ਮੈਨੂੰ ਭਾਰ ਨਹੀਂ। ਅੱਛਾ ਫਿਰ ਇਉਂ ਦੱਸ, ਆ ਜਿੰਨੀ ਬਨਸਪਤੀ ਆ, ਵੱਡੇ ਵੱਡੇ ਦਰਖਤ ਖੜੇ ਨੇ, ਭਾਰੇ ਦਰਖਤ ਖੜੇ ਨੇ ਤੇਰੇ ਉੱਪਰ, ਤੈਨੂੰ ਇਹਨਾਂ ਦਾ ਭਾਰ ਤਾਂ ਨਹੀਂ ਲੱਗਦਾ? ਇਹ ਖਤਮ ਕਰਦਾ ਨਾ, ਮੈਂ ਇਹ ਘਟਾ ਦਿੰਨਾ? ਨਹੀਂ ਪਰਮੇਸ਼ਰ, ਬਨਸਪਤੀ ਤੋਂ ਬਗੈਰ ਆਕਸੀਜਨ ਕਿੱਥੋਂ ਬਣੇਗੀ? ਇਹ ਤੋਂ ਮਿੱਠੇ ਫਲ ਲੈਣੇ ਨੇ ਅਸੀਂ ਨੇ, ਤਰ੍ਹਾਂ ਤਰ੍ਹਾਂ ਦੀਆਂ ਇਹ ਲੱਕੜੀ ਦੀ ਲੋੜ ਪੈਂਦੀ ਹੈ, ਉਹ ਸਾਰੀਆਂ ਸਾਡੀਆਂ ਲੋੜਾਂ ਪੂਰੀਆਂ ਹੁੰਦੀਆਂ, ਇਹਦਾ ਵੀ ਮੈਨੂੰ ਭੋਰਾ ਭਾਰ ਨਹੀਂ। ਅੱਛਾ ਫਿਰ ਇਉਂ ਦੱਸ, ਜਿਹੜੇ ਲੋਕੀ ਵੱਡੇ ਵੱਡੇ ਮਕਾਨ, 40-40 ਮੰਜ਼ਲੇ, ਵੱਡੇ ਅਸਮਾਨ ਨਾਲ ਖਹਿੰਦੇ ਘਰ-ਬਾਰ ਪਾਈ ਖੜੇ ਨੇ, ਉਹਨਾਂ ਦਾ ਭਾਰ ਤਾਂ ਨਹੀਂ ਲੱਗਦਾ? ਨਹੀਂ ਪਰਮੇਸ਼ਰ, ਉਹਨਾਂ ਵਿੱਚ ਤੁਹਾਡੀ ਸਾਜੀ ਸ੍ਰਿਸ਼ਟੀ ਰਹਿ ਰਹੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਬਣਾਇਆ ਸੰਸਾਰ, ਤੇ ਉਹ ਰਹਿ ਰਿਹਾ। ਉਹ ਤਾਂ ਮੈਂ ਪ੍ਰਸੰਨ ਹੁੰਨੀ ਆ ਉਹਨਾਂ ਨੂੰ ਵੇਖ ਵੇਖ ਕੇ। ਤਾਂ ਉਹ ਜਦੋਂ ਮੇਰੇ ਤੇ ਆਪਣਾ ਕੰਮ ਧੰਦਾ ਕਰਦੇ ਨੇ ਤੇ ਮੈਂ ਆਪਣਾ ਮਾਂ ਦਾ ਰੋਲ ਅਦਾ ਕਰਦੀ ਆ, ਉਹਨਾਂ ਘਰਾਂ ਦਾ ਵੀ ਮੈਨੂੰ ਭਾਰ ਨਹੀਂ ਹੈ, ਵੱਡੇ ਘਰਾਂ ਦਾ, ਵੱਡੇ ਮਕਾਨਾਂ ਦਾ ਭਾਰ ਨਹੀਂ ਹੈ। ਤੇ ਫਿਰ ਇਉਂ ਦੱਸ, ਤੇਰੇ ਰੋਣ ਦਾ ਕਾਰਨ ਕੀ ਹੈ? ਧਰਤੀ ਮਾਂ ਕਹਿੰਦੀ ਹੈ, ਪਰਮੇਸ਼ਰ ਪਹਿਲਾਂ ਮੇਰੀ ਬੇਨਤੀ ਸੁਣੋ। ਕਹਿੰਦੇ ਦੱਸੋ। ਨਿਗਰਦੀ ਜਾਨੀਆਂ ਭੇਜੋ ਕੋਈ ਬਾਲੀ ਸੂਰਮਾ, ਨਿਗਰਦੀ ਜਾਨੀਆਂ ਭੇਜੋ ਕੋਈ ਬਾਲੀ ਸੂਰਮਾ। ਨਿਗਰਦੀ ਜਾਨੀਆਂ ਭੇਜੋ ਕੋਈ ਬਾਲੀ ਸੂਰਮਾ, ਨਿਗਰਦੀ ਜਾਨੀਆਂ ਭੇਜੋ ਕੋਈ ਬਾਲੀ ਸੂਰਮਾ। ਨਿਗਰਦੀ ਜਾਨੀਆਂ ਭੇਜੋ ਕੋਈ ਬਾਲੀ ਸੂਰਮਾ, ਨਿਗਰਦੀ ਜਾਨੀਆਂ ਭੇਜੋ ਕੋਈ ਬਾਲੀ ਸੂਰਮਾ। ਨਿਗਰਦੀ ਜਾਨੀਆਂ ਭੇਜੋ ਕੋਈ ਬਾਲੀ ਸੂਰਮਾ, ਨਿਗਰਦੀ ਜਾਨੀਆਂ
ਭੇਜੋ ਕੋਈ ਬਲੀ ਸੂਰਮਾ। ਨਗਰ ਦੀ ਜਾਨੀਆ 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 ਭੇਜੋ ਕੋਈ ਬਲੀ ਸੂਰਮਾ। 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 ਨਗਰ ਦੀ ਜਾਨੀਆ 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 ਭੇਜੋ ਕੋਈ ਬਲੀ ਸੂਰਮਾ। ਫਿਰ ਧਰਤੀ ਇਉਂ ਦੱਸ ਦੁੱਖ ਕੀ ਹੈ। ਕਹਿੰਦੇ ਭਾਰੀ ਹੂੰ ਭੋਏ ਅਕਿਰਤ ਘਣਾ ਮੰਦੀ ਹੂੰ ਮੰਦੇ। ਕਹਿੰਦੇ ਮੈਨੂੰ ਭਾਰ ਲੱਗਿਆ ਪਿਆ ਅਕਿਰਤ ਘਣ ਲੋਕਾਂ ਦਾ। ਗੁਰੂ ਨਾਨਕ ਦੇਵ ਸਾਹਿਬ ਜੀ ਦੇ ਆਉਣ ਤੋਂ ਪਹਿਲਾਂ ਜਿਹੜਾ ਲੁਕਾਈ ਦਾ ਹਾਲਾਤ, ਲੁਕਾਈ ਦਾ ਜਿਹੜਾ ਸੁਭਾਅ ਸੀ ਨਾ, ਉਹ ਭਾਈ ਗੁਰਦਾਸ ਜੀਆਂ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਉਹ ਸ਼ੀਸ਼ੇ ਵਾਂਗੂ ਲਿਖਿਆ ਪਿਆ। ਕਾਜੀ ਹੋਏ ਰਿਸ਼ਵਤੀ ਵੱਡੀ ਲੈ ਕੇ ਹੱਕ ਗਵਾਏ। ਤੇ ਉੱਥੇ ਸਾਧ ਸੰਗਤ ਕਲਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡ ਰਿਹਾ। ਤੇ ਉਧਰ ਭਾਈ ਗੁਰਦਾਸ ਜੀ ਨੇ ਲਿਖਿਆ ਉਲਟੀ ਵਾੜ ਖੇਤ ਕੋ ਖਾਈ। ਰਾਜੇ ਪਾਪ ਕਮਾਮਦੇ ਉਲਟੀ ਵਾੜ ਖੇਤ ਕੋ ਖਾਈ। ਇਸ ਤਰ੍ਹਾਂ ਦਾ ਉਸ ਵੇਲੇ ਦਾ ਜਿਹੜਾ ਵਰਤਾਰਾ ਹੋ ਰਿਹਾ ਸੀ। ਭਾਵ ਪਰਜਾ ਜਿਹੜੀ ਸੀ ਉਹ ਗਿਆਨ ਤੋਂ ਵਿਹੂਣੀ ਹੋ ਗਈ ਸੀ, ਗਿਆਨ ਤੋਂ ਅੰਧੀ ਹੋ ਚੁੱਕੀ ਸੀ। ਰਾਜਿਆਂ ਦੇ ਰਾਜੇ ਵਾਲੇ ਕੰਮ ਨਹੀਂ ਸੀ ਰਹੇ। ਤੇ ਉੱਥੇ ਆਖਿਆ ਮੈਨੂੰ ਅਕਿਰਤ ਘਣ ਪਾਪੀ ਲੋਕਾਂ ਦਾ ਭਾਰ ਲੱਗ ਰਿਹਾ, ਹੋਰ ਮੈਨੂੰ ਭੋਰਾ ਹੀ ਭਾਰ ਨਹੀਂ। ਤੇ ਉਧਰ ਸਾਧ ਸੰਗਤ ਲੁਕਾਈ ਦੀ ਅਰਦਾਸ, ਪੂਰੀ ਲੁਕਾਈ ਨੇ ਇਕੱਠੇ ਹੋ ਕੇ ਅਰਦਾਸਾਂ ਬੇਨਤੀਆਂ ਕੀਤੀਆਂ। ਪਰਮੇਸ਼ਰ ਇਸ ਵੇਲੇ ਸਾਡਾ ਜਿਉਣਾ ਬੜਾ ਔਖਾ ਹੈ। ਦੂਜੀ ਅਰਦਾਸ ਹੋ ਗਈ। ਤੀਜੀ ਅਰਦਾਸ ਸੀ ਬੇਬੇ ਨਾਨਕੀ ਜੀਆਂ ਦੀ। ਬੇਬੇ ਨਾਨਕੀ ਜੀ 5 ਸਾਲ ਦੇ ਹੋ ਗਏ ਸੀ। ਸਹੇਲੀਆਂ ਦੇ ਨਾਲ ਖੇਡਣਾ, ਤਕੜੇ ਸੀ ਸਰੀਰ ਕਰਕੇ ਬੇਬੇ ਜੀ। 5 ਸਾਲਾਂ ਦੇ ਇਉਂ ਲੱਗਦੇ ਸੀ ਵੀ 9-10 ਸਾਲਾਂ ਦੇ ਨੇ। ਤੇ ਜਦੋਂ ਭੈਣਾਂ ਸਹੇਲੀਆਂ ਨਾਲ ਖੇਡਣਾ ਤੇ ਉਹਨਾਂ ਨੇ ਛੋਟੇ ਛੋਟੇ ਆਪਣੇ ਵੀਰ ਸਾਲ ਦੇ 6 ਮਹੀਨਿਆਂ ਦੇ ਚੁੱਕ ਕੇ ਲਿਆਉਣੇ। ਬੇਬੇ ਨਾਨਕੀ ਨੇ ਪਿਆਰ ਕਰਨਾ, ਆਪਣੀ ਗੋਦ ਵਿੱਚ ਚੁੱਕ ਕੇ ਖਿਡਾਉਣਾ। ਤੇ ਇਸ ਤਰ੍ਹਾਂ ਇੱਕ ਦਿਨ ਇੱਕ ਬੱਚੀ ਨੇ ਬੇਬੇ ਨਾਨਕੀ ਤੋਂ ਆਪਣਾ ਵੀਰ ਖੋਹ ਕੇ ਧੱਕਾ ਮਾਰ ਕੇ ਸਿੱਟ ਦਿੱਤਾ। ਬਹੁਤਾ ਪਿਆਰ ਆਉਂਦਾ ਆਪਣਾ ਲਿਆ, ਪਰ ਬੇਬੇ ਨਾਨਕੀ ਕੋਲ ਵੀਰ ਨਹੀਂ ਸੀ ਅਜੇ ਆਇਆ। ਆਹ ਰਾਤ ਜਿਹੜੀ ਰਾਤ ਲੰਘੀ ਆ ਇਹਦੀ ਉਡੀਕ ਸੀ ਉਸ ਵੇਲੇ। ਤੇ ਜਦੋਂ ਵੀਰ ਨਹੀਂ ਸੀ ਧੱਕਾ ਮਾਰ ਕੇ ਸਿੱਟਿਆ ਤੇ ਘਰ ਆ ਕੇ ਰੋਣਾ ਸ਼ੁਰੂ ਕੀਤਾ। ਮਾਤਾ ਤ੍ਰਿਪਤਾ ਜੀ ਕਹਿੰਦੇ ਮੇਰੀ ਰਾਣੀ ਧੀ ਰੋਂਦੀ ਕਿਉਂ ਹੈ? ਝਿੜਕਿਆ ਕਿਸੇ ਨੇ? ਦੱਸ ਐਸੇ ਵੇਲੇ ਬੁਲਾ ਲੈਂਦੇ ਆ। ਨਹੀਂ ਮਾਂ ਮੈਨੂੰ ਝਿੜਕਿਆ ਨਹੀਂ ਕਿਸੇ ਨੇ। ਫਿਰ ਦੱਸ ਮਾਤਾ ਜੀ ਮੈਨੂੰ ਅੱਜ ਮੇਰੀ ਸਹੇਲੀ ਨੇ ਆ ਤਾਨਾ ਮਾਰਿਆ, ਮਿਹਣਾ ਮਾਰਿਆ, ਜੇ ਬਹੁਤਾ ਪਿਆਰ ਆਉਂਦਾ ਆਪਣਾ ਵੀਰ ਲਿਆ। ਮਾਂ ਵੀਰ ਕਿੱਥੋਂ ਮਿਲਦਾ ਹੈ? ਮਾਂ ਕਿੱਥੋਂ ਮਿਲਦੇ ਨੇ ਵੀਰ? ਮੈਨੂੰ ਦੱਸ, ਮੈਂ ਅੱਜ ਹੀ ਲੈ ਕੇ ਆਉਣਾ ਹੈ। ਬੱਚਿਆਂ ਵਾਲੀ ਜਿੱਦ। ਤੇ ਮੈਂ ਮਾਤਾ ਜੀ ਚੁੱਪ ਕਰਕੇ ਗਲਾ ਭਰ ਗਿਆ, ਅੱਖਾਂ 'ਚੋਂ ਹੰਝੂ ਆ ਗਏ। ਪਿਆਰ ਦੇ ਭਾਣੇ ਵਿੱਚ, ਹੁਕਮ ਵਿੱਚ, ਰਜਾ ਵਿੱਚ। ਗਿਲਾ ਸ਼ਿਕਵਾ ਨਹੀਂ ਕੋਈ ਪਰਮੇਸ਼ਰ ਨਾਲ ਗੁਰਮੁਖਾਂ ਦਾ ਹੋਇਆ ਕਰਦਾ। ਉਹ ਤਾਂ ਸਾਨੂੰ ਤਾਲੀਮ ਦੱਸਦੇ ਨੇ ਜਿਉਣ ਦੀ। ਤੇ ਉੱਥੇ ਸਾਧ ਸੰਗਤ ਸੱਚ ਹੈ, ਇਹ ਮਿੱਠੀਆਂ ਦਾਤਾਂ ਨੇ ਵਾਹਿਗੁਰੂ ਦੇ ਘਰ ਦੀਆਂ, ਜਿਨ੍ਹਾਂ ਨੂੰ ਸਹਿਜੇ ਮਿਲ ਗਈਆਂ। ਸ਼ਾਇਦ ਪੁੱਤਰ ਦੀ ਉਨੀ ਕਦਰ ਨਹੀਂ ਕੋਈ ਕਰਦਾ। ਉਹ ਵੀ ਲੋਕ ਨੇ ਜਿਨ੍ਹਾਂ ਨੂੰ ਕਿਸੇ ਨੂੰ 5 ਸਾਲਾਂ ਬਾਅਦ ਮਿਲਦਾ, ਕਿਸੇ ਨੂੰ 10 ਸਾਲਾਂ ਬਾਅਦ ਮਿਲਦਾ, ਕਿਸੇ ਨੂੰ 20 ਸਾਲ ਬਾਅਦ ਮਿਲਦਾ। ਇਹ ਵੀ ਸੱਚ ਆ, ਉਹ ਕਿਸੇ ਨੂੰ ਮਿਲਦਾ ਹੀ ਨਹੀਂ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਐਸੀਆਂ ਵੀ ਮੇਰੀਆਂ ਧੀਆਂ ਨੇ ਸੰਸਾਰ ਤੇ। ਕਈਆਂ ਦੇ ਕੱਲੀਆਂ ਧੀਆਂ ਹੀ ਨੇ, ਪੁੱਤ ਹੋਏ ਹੀ ਨਹੀਂ। ਕੀ ਕਰਾਂਗੇ? ਵਾਹਿਗੁਰੂ ਦੇ ਹੱਥ ਨੇ ਸਾਰੀਆਂ ਦਾਤਾਂ।
ਉੱਥੇ ਬੰਦਾ ਕੀ ਕਰੇ, ਉੱਥੇ ਬੰਦੇ ਦਾ ਮਾਣ ਟੁੱਟ ਜਾਂਦਾ, ਹੰਕਾਰ ਟੁੱਟ ਜਾਂਦਾ। ਜਿਹੜੇ ਗੱਲਾਂ ਜੀਆਂ ਮਾਰਦੇ ਫਿਰਦੇ ਨੇ ਨਾ, ਬੰਦਾ ਕੀ ਨਹੀਂ ਕਰ ਸਕਦਾ, ਬੰਦਾ ਸਭ ਕੁਛ ਕਰ ਲੈਂਦਾ। ਮਹਾਰਾਜ ਨੇ ਸਿੱਧਾ ਲਿਖਿਆ ਪਿਆ, ਮਾਨੁੱਖ ਕੈ ਕਿਛ ਨਾਹੀ ਹਾਥ। ਜਦੋਂ ਇਹ ਗੱਲਾਂ ਆਉਂਦੀਆਂ ਨੇ ਉਦੋਂ ਕੀ ਕਰੇ ਮਨੁੱਖ ਫਿਰ। ਹਾਂ, ਉੱਥੇ ਫਿਰ ਉਹ ਦਾਤਾਂ ਵਾਹਿਗੁਰੂ ਤਰੁੱਠ ਕੇ ਜਿਹਨੂੰ ਦਿੰਦਾ ਸ਼ੁਕਰ ਕਰੀਏ। ਜੋ ਕੁਛ ਆਪਾਂ ਨੂੰ ਦਿੱਤਾ ਹੋਇਆ ਨਾ, ਸੰਸਾਰ ਦੇ 90% ਲੋਕਾਂ ਕੋਲੇ ਨਹੀਂ ਉਹ ਚੀਜ਼ਾਂ ਹੈਗੀਆਂ ਜਿਹੜੀਆਂ ਆਪਣੇ ਕੋਲੇ ਨੇ ਇਸ ਵੇਲੇ। ਪਰ ਮਨੁੱਖ ਦਾ ਸੁਭਾਅ ਹੁੰਦਾ, ਮਨੁੱਖ ਵਰਤਮਾਨ ਵਿੱਚ ਨਹੀਂ ਜਿਉਂਦਾ, ਇਹ ਭਵਿੱਖਤ ਵਿੱਚ ਡੁੱਬਿਆ ਰਹਿੰਦਾ। ਇਸੇ ਕਰਕੇ ਦੁਖੀ ਹੈ ਸੰਸਾਰ। ਇਹਨੂੰ ਕਹਿੰਦੇ ਨੇ ਕੁੱਤਾ ਬਿਰਤੀ। ਕੁੱਤਾ ਬਿਰਤੀ ਦਾ ਭਾਵ ਸਮਝਦੇ ਹੋ? ਜਿਵੇਂ ਤੁਸੀਂ 2 ਰੋਟੀਆਂ ਪਾ ਦਿਓ ਕੌਲੇ ਦੇ ਅੱਗੇ, ਆਪਣੇ ਗੇਟ ਤੇ 2 ਕੁੱਤੇ ਆ ਜਾਣ, ਕਰਕੇ ਵੇਖ ਲਿਓ ਜਾਂ ਵੇਖਿਆ ਹੁੰਦਾ ਆਪਾਂ ਨੇ। 2 ਕੁੱਤੇ ਆ ਗਏ, ਇੱਕ ਪ੍ਰਸ਼ਾਦਾ ਉਹਨੂੰ ਪਾ ਦਿਓ, ਇੱਕ ਉਹਨੂੰ ਪਾ ਦਿਓ। ਤੇ ਕੁੱਤੇ ਦਾ ਇਹ ਸੁਭਾਅ ਵੀ ਉਹ ਆਪਣੇ ਵਾਲਾ ਪ੍ਰਸ਼ਾਦਾ ਨਹੀਂ ਖਾਂਦਾ, ਦੂਜੇ ਤੋਂ ਖੋਹਦਾ ਹੈ। ਇਸ ਕਰਕੇ ਨਾ ਤਾਂ ਉਹਦੀ ਭੁੱਖ ਮਿਟਦੀ ਹੈ, ਬਲਕਿ ਉਹ ਆਪਸ ਵਿੱਚ ਲੜ ਕੇ ਨਾ ਖੂਨੋ ਖੂਨੀ ਹੋ ਜਾਂਦੇ ਨੇ, ਜ਼ਖਮੀ ਹੋ ਕੇ ਚਲੇ ਜਾਂਦੇ ਨੇ। ਤੇ ਤੁਹਾਡੇ ਵਰਗਾ ਜ਼ਿਮੀਂਦਾਰ ਕੋਲ ਹੀ ਖੜਾ ਹੁੰਦਾ ਤੇ ਉਹ ਕੌਲੇ ਨਾਲ ਲੱਗੀ ਪਈ ਹੁੰਦੀ ਹੈ, ਡਾਂਗ ਚੁੱਕ ਕੇ ਢੂਕਣੇ 'ਚ ਮਾਰਦਾ, ਚੱਲ ਓਏ ਤੈਨੂੰ ਪ੍ਰਸ਼ਾਦੇ ਵੀ ਪਾਏ, ਤੈਨੂੰ ਖਾਣੇ ਵੀ ਨਾ ਆਏ। ਐਵੇਂ ਪਰਮੇਸ਼ਰ ਕਹਿੰਦਾ ਵੀ ਤੈਨੂੰ ਦਿੱਤਾ ਤਾਂ ਬਹੁਤ ਕੁਛ ਹੈ, ਪਰ ਤੇਰੇ ਕੋਲ ਸ਼ੁਕਰਾਨਾ ਨਹੀਂ ਹੁੰਦਾ। ਕੋਈ ਵਿਰਲੇ ਸੱਜਣ ਨੇ ਜਿਹਦੇ 10 ਲੱਖ ਦੀ ਫਸਲ ਹੋ ਗਈ ਨਾ, ਤੇ ਘਰੇ ਬਹਿ ਕੇ ਹੱਥ ਜੋੜ ਕੇ ਗੁਰੂ ਘਰ ਵੱਲ ਆਖੇ, ਸੱਚੇ ਪਾਤਸ਼ਾਹ ਮੈਨੂੰ ਨਿਮਾਣੇ ਨੂੰ ਇੰਨਾ ਕੁਛ ਦਿੱਤਾ ਹੈ। ਫਿਰ ਤਾਂ ਆ ਗਿਆ ਸਵਾਦ ਜਿਉਣ ਦਾ। ਤੇ ਜੇ ਕਹਿੰਦਾ ਐਤਕੀ ਤਾਂ ਨਜ਼ਾਰਾ ਨਹੀਂ ਆਇਆ, ਗਾਹਾਂ ਨੂੰ ਦੇਖਾਂਗੇ, ਫਿਰ ਸੁੱਖ ਕਿੱਥੇ ਆ? 10 ਲੱਖ ਤਾਂ ਫਿਰ 10 ਰੁਪਈਆਂ ਵਰਗਾ ਵੀ ਨਹੀਂ ਤੇਰਾ ਉਹ, ਫਿਰ ਉਹ ਤਾਂ ਗਿਆ। ਇਸ ਕਰਕੇ ਜਿਉਣ ਦਾ ਤਰੀਕਾ, ਵਰਤਮਾਨ ਵਿੱਚ ਜਿਉਣਾ, ਸੋਚ ਅਗਾਂਹ ਵਧੂ ਰੱਖਣੀ, ਇਹ ਜਿਉਣ ਦਾ ਢੰਗ ਹੈ। ਸੋਚ ਅਗਾਂਹ ਵਧੂ ਹੋਵੇ ਤੇ ਜਿਉਵੇ ਵਰਤਮਾਨ ਵਿੱਚ। ਜਿਹੜਾ ਸਾਡੇ ਕੋਲ ਆ ਉਹਦਾ ਆਨੰਦ ਲਵੇ। ਗੱਡੀ ਦਿੱਤੀ ਹੈ, ਭਾਵੇਂ ਵੱਡੀ ਹੈ ਭਾਵੇਂ ਛੋਟੀ ਹੈ ਤਾਂ ਗੱਡੀ ਨਾ, ਭੱਜਦੀ ਤਾਂ ਉਨੀ ਹੋਇਆ। 80 ਤੇ ਚੜ੍ਹ ਗਈ ਗੱਡੀ, ਬਹੁਤ ਹੈ ਸਪੀਡ, ਕੀ ਥੋੜ੍ਹੀ ਹੈ ਕਿਤੇ। ਫਿਰ ਜੇ ਹੁਣ ਮਰੂਤੀ ਵਾਲਾ ਫੋਰਟੂਨਰ ਵੱਲ ਵੇਖੂਗਾ ਫਿਰ ਤਾਂ ਦੁਖੀ ਹੋਊਗਾ ਹੀ। ਉੱਥੇ ਹੀ ਫੋਰਟੂਨਰ ਨੇ ਜਾਣਾ, ਉੱਥੇ ਹੀ ਮਰੂਤੀ ਲੈ ਜੂਗੀ। ਗੱਲ ਤਾਂ ਇੱਕੋ ਹੀ ਹੈ, ਵਰਤਮਾਨ ਵਿੱਚ ਜਿਉਣਾ, ਤਰੀਕੇ ਨਾਲ ਜਿਉਣਾ। ਤੇ ਜੇ ਸਾਡੇ ਕੋਲ ਹੀਰੋ ਹੋਂਡਾ ਹੈ, ਸਾਡੇ ਕੋਲ ਸਪਲੈਂਡਰ ਹੈ, ਤੇ ਇਨਫੀਲਡ ਵਾਲਾ ਲੰਘ ਗਿਆ ਕੋਲ ਦੀ, ਫਿਰ ਤੇਰੇ ਵਾਲਾ ਗਿਆ ਬਸ ਨਹੀਂ, ਤੂੰ ਉਹਦੇ ਤੇ ਬੈਠਾ, ਉਹ ਵੀ ਤੇਰੀ ਸਵਾਰੀ ਹੈ। ਜਿਉਣ ਦਾ ਤਰੀਕਾ ਸਿੱਖਣਾ। ਤਾਂ ਇਸ ਤਰ੍ਹਾਂ ਸਾਧ ਸੰਗਤ ਬੇਬੇ ਨਾਨਕੀ ਜੀ ਕਹਿਣ ਲੱਗੇ, ਮਾਂ ਵੀਰ ਕਿੱਥੋਂ ਮਿਲਦਾ, ਮੈਂ ਅੱਜ ਹੀ ਲੈ ਕੇ ਆਉਣਾ ਹੈ। ਮਾਤਾ ਤ੍ਰਿਪਤਾ ਜੀ ਕਹਿੰਦੇ, ਧੀਏ ਵੀਰ ਇੰਨਾ ਸੌਖਾ ਨਹੀਂ ਮਿਲਦਾ ਜਿਵੇਂ ਤੂੰ ਆਖਦੀ ਹੈ। ਨਹੀਂ ਮਾਂ, ਜਿੱਦ ਕੀਤੀ। ਚੰਗਾ, ਫਿਰ ਜੇ ਵੀਰ ਚਾਹੀਦਾ ਨਾ, ਮੈਂ ਸੁਣਿਆ ਵੀ ਪਰਮੇਸ਼ਰ ਆਪਣੇ ਭਗਤਾਂ ਦੀ ਗੱਲ ਨਹੀਂ ਮੋੜਦਾ। ਲੈ ਧੀਏ, ਫਿਰ ਤੂੰ ਅਰਦਾਸ ਕਰਦੇ, ਝੋਲੀ ਅੱਡ ਕੇ, ਝੋਲੀ ਅੱਡ ਕੇ ਅਰਦਾਸ ਕਰਦੇ। ਮਾਂ ਗੁਰੂ ਹੈ ਨਾ, ਮਾਂ ਨੇ ਜੁਗਤ ਦੱਸੀ ਹੈ। ਮਾਂ ਕੀ ਆਖਾਂ? ਇਸ ਤਰ੍ਹਾਂ ਬੇਬੇ ਨਾਨਕੀ ਨੂੰ ਮਾਤਾ ਤ੍ਰਿਪਤਾ ਜੀ ਕਹਿ ਰਹੇ ਨੇ, ਸਤਿਗੁਰ ਸਾਰਿਆਂ ਸੁੱਖਾਂ ਦਾ ਦਾਤਾ, ਮੰਗ ਲੈ ਤੂੰ ਝੋਲੀ ਅੱਡ ਕੇ। ਸਤਿਗੁਰ ਸਾਰਿਆਂ ਸੁੱਖਾਂ ਦਾ ਦਾਤਾ, ਮੰਗ ਲੈ ਤੂੰ ਝੋਲੀ ਅੱਡ ਕੇ। ਸਤਿਗੁਰ ਸਾਰਿਆਂ ਸੁੱਖਾਂ ਦਾ ਦਾਤਾ, ਮੰਗ ਲੈ ਤੂੰ ਝੋਲੀ ਅੱਡ ਕੇ। ਸਤਿਗੁਰ ਸਾਰਿਆਂ ਸੁੱਖਾਂ ਦਾ ਦਾਤਾ, ਮੰਗ ਲੈ ਤੂੰ ਝੋਲੀ ਅੱਡ ਕੇ। ਸਤਿਗੁਰ ਸਾਰਿਆਂ ਸੁੱਖਾਂ ਦਾ ਦਾਤਾ, ਮੰਗ ਲੈ ਤੂੰ ਝੋਲੀ ਅੱਡ ਕੇ। ਸਤਿਗੁਰ ਸਾਰਿਆਂ ਸੁੱਖਾਂ ਦਾ ਦਾਤਾ, ਮੰਗ ਲੈ ਤੂੰ ਝੋਲੀ ਅੱਡ ਕੇ। ਉਹ ਤਾਂ ਸਾਰਿਆਂ ਸੁੱਖਾਂ ਦਾ ਦਾਤਾ, ਬਈ ਸੁੱਖਾਂ ਦਾ ਮੰਗ ਲੈ ਤੂੰ ਝੋਲੀ ਅੱਡ ਕੇ। ਸਤਿਗੁਰ ਸਾਰਿਆਂ ਸੁੱਖਾਂ ਦਾ ਦਾਤਾ, ਮੰਗ ਲੈ ਤੂੰ ਝੋਲੀ ਅੱਡ ਕੇ। ਸਤਿਗੁਰ ਸਾਰਿਆਂ ਸੁੱਖਾਂ ਦਾ ਦਾਤਾ, ਮੰਗ ਲੈ ਤੂੰ ਝੋਲੀ ਅੱਡ ਕੇ। ਸਤਿਗੁਰ ਸਾਰਿਆਂ ਸੁੱਖਾਂ ਦਾ ਦਾਤਾ, ਮੰਗ ਲੈ ਤੂੰ ਝੋਲੀ ਅੱਡ ਕੇ। ਸਤਿਗੁਰ ਸਾਰਿਆਂ ਸੁੱਖਾਂ ਦਾ ਦਾਤਾ, ਮੰਗ ਲੈ ਤੂੰ ਝੋਲੀ ਅੱਡ ਕੇ। ਸਤਿਗੁਰ ਸਾਰਿਆਂ ਸੁੱਖਾਂ ਦਾ ਦਾਤਾ, ਮੰਗ ਲੈ ਤੂੰ ਝੋਲੀ
प्यारे मंग लै तू झोली अड के, मेरे प्यारे मंग लै तू झोली अड के, मंग लै तू झोली अड के, प्यारे जी मंग लै तू झोली अड के, प्यारे मंग लै तू झोली अड के, मेरे प्यारे मंग लै तू झोली अड के, मेरे प्यारे मंग लै तू झोली अड के, मेरे प्यारे मंग लै तू झोली अड के, प्यारे मंग लै तू झोली अड के, मेरे प्यारे मंग लै तू झोली अड के, मेरे प्यारे मंग लै तू झोली अड के, मेरे प्यारे मंग लै तू झोली अड के, सतगुर सारिया सुखां दा दाता, मंग लै तू झोली अड के, सतगुर सारिया सुखां दा दाता, मंग लै तू झोली अड के, सतगुर सारिया सुखां दा दाता, मंग लै तू झोली अड के, सतगुर सारिया सुखां दा दाता, मंग लै तू झोली अड के, सर्ब सुखां का दाता स्वामी ताकी शरणी पाई है, इच्छा पूरक सर्ब सुख दाता हर, जाकै वस है काम ਧੇਨਾ, सो ऐसा हर ध्याईਐ मेरे जीअड़े ਤਾਂ ਸਰਬ ਸੁਖ ਪਾਵਹਿ ਮੇਰੇ ਮਨਾ। ਹੁਣ ਵੇਖੋ ਮੰਗਣ ਦਾ ਤਰੀਕਾ ਹੋਵੇ, ਗੁਰੂ ਦੇ ਕੋਲੇ ਕਮੀ ਨਹੀਂ ਕੋਈ ਹੈ। ਭਰੋਸਾ ਰੱਖਿਆ ਕਰੋ, ਵਿਸ਼ਵਾਸ ਰੱਖਿਆ ਕਰੋ, ਗੁਰੂ ਦੇ ਕੋਲ ਕੋਈ ਕਮੀ ਨਹੀਂ ਹੈ। ਵੇਖੋ ਹਰ ਰੋਜ਼ ਸ਼ਾਮ ਨੂੰ ਜਦੋਂ ਬਾਬਾ ਜੀ ਹੋਰੀ ਜਾਂ ਗੁਰਸਿੱਖ ਦਾ ਨਿਤਨੇਮ ਹੈ ਹਰ ਇੱਕ ਦਾ, ਰਹਿਰਾਸ ਸਾਹਿਬ ਦਾ, ਜਦੋਂ ਗੁਰੂ ਘਰੋਂ ਬਾਬਾ ਜੀ ਪੜ੍ਹਦੇ ਨੇ ਸ਼ਬਦ ਸੁਣਦੇ ਹੋ ਨਾ ਕੰਨਾਂ ਦੇ ਨਾਲ, ਸਭ ਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰ ਤਲ ਧਰਿਆ। ਕਰ ਦਾ ਅਰਥ ਹੈ ਹੱਥ, ਤਲ ਦਾ ਅਰਥ ਹੈ ਤਲੀ। ਜਿੰਨੇ ਦੁਨੀਆ ਦੇ ਪਦਾਰਥ ਨੇ, ਖਜ਼ਾਨੇ ਨੇ, ਠਾਕੁਰ ਪਰਮੇਸ਼ਰ ਦੇ ਹੱਥ ਦੀ ਤਲੀ ਤੇ ਪਏ ਨੇ, ਹੱਥ ਦੀ ਤਲੀ ਤੇ ਪਏ ਨੇ। ਇਹਦਾ ਅਰਥ ਇਹ ਹੈ। ਤੇ ਜਿਹੜੀ ਚੀਜ਼ ਹੱਥ ਦੀ ਤਲੀ ਤੇ ਪਈ ਹੈ, ਆਪਾਂ ਜਦੋਂ ਕੋਈ ਕੰਮ ਹੁੰਦਾ ਨਾ, ਆਪਾਂ ਕਹਿੰਦੇ ਵੀ ਆਹ ਕੰਮ, ਕਹਿੰਦੇ ਤਾਂ ਖੱਬੇ ਹੱਥ ਦਾ ਕੰਮ ਹੈ। ਤੇ ਜਿਹੜੀ ਚੀਜ਼ ਹੱਥ ਦੀ ਤਲੀ ਤੇ ਪਈ ਹੈ, ਕਦੇ ਖਿਆਲ ਕਰੋ ਚੱਕਣੀ ਕਿੰਨੀ ਕੁ ਔਖੀ ਹੈ। ਉਹਨੂੰ ਕੋਈ ਜਿੰਦਾ ਨਹੀਂ, ਉਹ ਕਿਸੇ ਪਰਦੇ ਅੰਦਰ ਨਹੀਂ, ਤਲੀ ਦੇ ਉੱਤੇ ਹੈ। ਤੇ ਫਿਰ ਮੰਗਣ ਦਾ ਤਰੀਕਾ ਹੋਵੇ। ਸੱਚਮੁੱਚ ਜਿਸ ਦਿਨ ਅਸੀਂ ਮੰਗਤੇ ਬਣ ਗਏ ਨਾ, ਗੁਰੂ ਦੇ ਦਰ ਦੇ, ਗੁਰੂ ਦੇ ਦਰ ਦੇ ਸੱਚੇ ਮੰਗਤੇ ਬਣ ਗਏ, ਉਸ ਦਿਨ ਸਾਡੇ ਕੋਲ ਕਿਸੇ ਚੀਜ਼ ਦੀ ਘਾਟ ਨਹੀਂ ਰਹਿਣੀ। ਅਜੇ ਅਸੀਂ ਸੱਚੇ ਮੰਗਤੇ ਨਹੀਂ ਬਣੇ। ਆਪਣੇ ਦਰ 'ਤੇ ਮੰਗਤਾ ਜਦੋਂ ਆਉਂਦਾ ਨਾ, ਆਪਾਂ ਕਈ ਵਾਰੀ ਪਰਿਵਾਰ ਦੇ ਸਾਰੇ ਮੈਂਬਰ ਉਹਦੇ ਉਲਟ ਹੋ ਜਾਂਦੇ ਆ। ਉਹਨੂੰ ਇਹੋ ਜਿਹੇ ਕੌੜੀ ਭੱਦੀ ਸ਼ਬਦਾਵਲੀ ਬੋਲ ਦਿੰਦੇ ਆ ਵੀ ਦੂਜੇ ਦੇ ਕੰਨ ਵੀ ਨਹੀਂ ਸੁਣ ਸਕਦੇ, ਇਹੋ ਜਿਹਾ ਕਹਿ ਦਿੰਦੇ ਆ। ਪਰ ਉਹ ਉਲਟ ਕੇ ਕੀ ਕਹਿੰਦਾ ਆਪਣੀ ਗੱਲ ਦਾ ਜਵਾਬ? ਉਹ ਕਹਿੰਦਾ ਤੇਰਾ ਭੋਲੂ ਜੀਵੇ, ਤੇਰੇ ਪੋਤੇ ਦੀ ਉਮਰ ਵੱਡੀ ਹੋਵੇ, ਤੇਰਾ ਮੁੰਡਾ ਬਾਹਰਲੇ ਦੇਸ਼ ਚਲਿਆ ਜਾਵੇ। ਤੇ ਆਪਾਂ ਉਹ ਜਿਹੜੇ ਕੌੜੇ ਬੋਲ ਬੋਲੇ ਹੁੰਦੇ ਨੇ ਨਾ, ਆਪਾਂ ਨੂੰ ਮਜਬੂਰ ਕਰ ਦਿੰਦੀ ਹੈ ਉਹਦੀ ਮਿੱਠੀ ਬੋਲੀ ਬਦਲਣ ਵਾਸਤੇ। ਤੇ ਜੇ ਸਾਰਾ ਪਰਿਵਾਰ ਉਲਟ ਹੋ ਜੇ ਨਾ, ਵੀ ਭੱਜ ਜਾ ਸਾਡੇ ਘਰੋਂ, ਗੇਟ ਤੋਂ ਪਰੇ ਹੋ ਜਾ, ਫਿਰ ਵੀ ਉਹ ਹੱਲਦਾ ਨਹੀਂ। ਉਹ ਕਹਿੰਦਾ ਮੈਂ ਲੈ ਕੇ ਜਾਵਾਂਗਾ ਕੁਛ, ਮੈਂ ਸੱਚਾ ਮੰਗਤਾ, ਮੈਂ ਝੂਠਾ ਮੰਗਤਾ ਨਹੀਂ। ਤੇ ਫਿਰ ਪਰਿਵਾਰ ਦਾ ਇੱਕ ਅੱਧਾ ਮੈਂਬਰ, ਕੋਈ ਮਾਈ ਕੋਈ ਭਾਈ ਕਹਿ ਦਿੰਦਾ ਉਹ ਕਦੋਂ ਦਾ ਖੜਾ, ਪਾ ਦਿਓ ਕੁਛ। ਲੈ ਕੇ ਜਾਂਦਾ ਕਿ ਨਹੀਂ ਜਾਂਦਾ? ਆਪਾਂ ਇੰਨਾ ਕੁ ਵੀ ਨਹੀਂ ਗੁਰੂ ਦੇ ਦਰ 'ਤੇ ਕਰਦੇ। ਆਪਾਂ ਕੀ ਕਰਦੇ ਹਾਂ? ਆਪਾਂ ਨੂੰ ਤੁਰੰਤ ਚਾਹੀਦੀ ਆ ਹਰ ਚੀਜ਼। ਜੇ ਗੁਰੂ ਕਸਵੱਟੀ ਲਾਵੇ, ਮੈਂ ਨਹੀਂ ਗੁਰੂ ਘਰੇ ਜਾਣਾ, ਕੀ ਮਿਲਿਆ ਮੈਨੂੰ ਸਿੱਖ ਬਣ ਕੇ, ਮੈਂ ਨਹੀਂ ਗੁਰੂ ਦਾ ਬਣਦਾ। ਕਸਵੱਟੀ ਅਸੀਂ ਸਹੀ ਨਹੀਂ ਸਕਦੇ। ਉਸੇ ਵੇਲੇ ਕੋਈ ਹੋਰ ਦੁਆਰਾ ਦੇਖ ਲੈਂਦੇ ਹਾਂ, ਕਿਤੇ ਹੋਰ ਚੱਲੇ ਜਿੱਥੋਂ ਸੌਖੀਆਂ ਦਾਤਾਂ ਮਿਲਣ, ਜਿੱਥੋਂ ਸੌਖੀ ਖੈਰ ਪਵੇ। ਪਰ ਜਿਹੜੀ ਖੈਰ ਗੁਰੂ ਨਾਨਕ ਦੇਵ ਸਾਹਿਬ ਦੇ ਘਰ ਹੈ ਨਾ, ਉਹ ਹਰੇਕ ਥਾਂ 'ਤੇ ਹੈ ਨਹੀਂ, ਭੁੱਲਿਆ ਨਾ ਕਰੋ। ਇਸ ਕਰਕੇ ਹੁਣ ਤੀਜੀ ਅਰਦਾਸ ਬੇਬੇ ਨਾਨਕੀ। ਮਾਤਾ ਤ੍ਰਿਪਤਾ ਜੀ ਕਹਿੰਦੇ ਧੀਏ ਦੋਨੇ ਹੱਥ ਜੋੜ ਝੋਲੀ ਅੱਡ ਉਸ ਪਰਮੇਸ਼ਰ ਦੇ ਅੱਗੇ। ਪਰਮੇਸ਼ਰ ਤੋਂ ਮੰਗ ਵੀਰ, ਤੇ ਪਰਮੇਸ਼ਰ ਕਰਦਾ ਕਿਰਪਾ। ਬੇਬੇ ਨਾਨਕੀ ਨੇ ਭੋਲੇ ਭਾ ਆਖਿਆ ਰੱਬਾ
मेरा वीर खिडाउण नूं चित्त करदा, मैनूं एक वीर दे दे। वो तरीक लिख ली परमेश्वर ने। उसे तरीक तो अज वाली रात आई साल बाद पटवारी साहब मेहता कल्याण दास जी मेहता कालू जी के घर माता तृप्ता जी की पावन कुख तो दौलतां दाई ने रात के 1:30 बजे 1:15 ते 1:30 के विचकार जी रात लंघ के गई है। बाहर विहड़े च आके बैठे राय बलार वर्गे, भाई बाला जी वर्गे, भाई मरदाना जी वर्गे ते होर गुरु जी नूं प्यार करन वालियां संगतां जां परिवार नूं प्यार करन वालियां संगतां, परिवार नूं प्यार करन वालियां मेहता कल्याण दास जी का इलाके विच बड़ा मान सी। इउं बैठे ने ते फिर जदों आई खबर ते वो खुशियां साध संगत साम नहीं होईयां ते उस वेले ननकाणा साहब का दृश्य इस तरह का लिखिया भाई गुरदास जी ने। माता तृप्ता नूं मिलन बधाइयां बिच ननकाणे दे, तृप्ता नूं मिलन बधाइयां बिच ननकाणे दे। माता तृप्ता नूं मिलन बधाइयां बिच ननकाणे दे, तृप्ता नूं मिलन बधाइयां बिच ननकाणे दे, तृप्ता नूं मिलन बधाइयां बिच ननकाणे दे, तृप्ता नूं मिलन बधाइयां बिच ननकाणे दे। माता तृप्ता नूं मिलन बधाइयां जी बिच ननकाणे दे, तृप्ता नूं मिलन बधाइयां बिच ननकाणे दे। माता तृप्ता नूं मिलन बधाइयां बिच ननकाणे दे, तृप्ता नूं मिलन बधाइयां बिच ननकाणे दे, तृप्ता नूं मिलन बधाइयां बिच ननकाणे दे। माता तृप्ता नूं मिलन बधाइयां बिच ननकाणे दे। ओ प्रकाश भाई गुरदास, तू आप करके आ यार। भाई गुरदास जी ने लिखिया फिर सुनी पुकार दातार प्रभ, गुर नानक जग माहे पठाया। ते फिर साध संगत ओ रब्बी नूर आप नारायण कला धार, जग मैं परवरियो निरंकार आकार, जोत जग मंडल करियो। ते फिर मेहता कल्याण दास जी के घर गुरु नानक देव साहब महाराज जी का प्रकाश हुंदा अज वाली रात। ते फिर नाम रखिया धन गुरु नानक देव साहब जी। दौलतां दाई फुल्ली नहीं समाउंदी, ਉਹਦੀ खुशी का टिकाणा कोई नहीं, बेबे नानकी की खुशी का टिकाणा कोई नहीं। आखिर साध संगत इत्थों फिर वो कौतक शुरू होए ने, क्योंकि ये तो इतिहास इन्ना मिठा है भी आपां पूरे समय दे विच 2-4 गल्लां भी पूरियां विचार नहीं सकते, ऐसा इतिहास है। आपां पंछी झात क्योंकि बहुत बार सुनिया हुंदा संगतां ने, थोड़ी जी जिहड़ी मेन गल करनी जरूरी हुंदी है वो करांगे। इत्थों फिर सब तो पहली बार कहंदे भी हिंदू मत के अनुसार, क्योंकि बोल बाला सी उस वेले हिंदू मत का, बालक दे जनेऊ पाओ। तो उस वेले पंडित जी आ गए, जनेऊ लैके आ गए, चौंका तैयार हो गया, लियाओ भी बालक नूं नानक जी नूं लैके आओ। तो जो लैके आंदा पटड़े के उपर खड़ा दिता, पंडित जनेऊ लग्या पाउण। बालक धन गुरु नानक देव साहब जी ने हत्थ का इशारा किया भी पंडित जी मैं जनेऊ नहीं पवाउणा। कहंदे नहीं, हिंदू मत के रीति रिवाज के अनुसार सब तो पहला कर्म कांड अंध विश्वास गुरु नानक देव साहब जी तोड़ रहे ने अपनी रसना तो, मैं नहीं पाउणा। क्यों नहीं पाउणा? हिंदू मत का यह रीति रिवाज है, हर कोई पाउंदा है, जिहड़ा भी बच्चा जन्म लैंदा है। धन गुरु नानक देव साहब जी कहंदे मैं नहीं पाउणा। कहंदे जनेऊ तैनूं पाउणा पैणा है, पावांगे। गुरु नानक देव साहब जी ने पंडित जी एक शर्त ते मैं जनेऊ पा लैना, आ धागे वाला जनेऊ मैं नहीं पवाउणा। तैनूं मैं एक जनेऊ दसदा, जे ओ जनेऊ तेरे कोल है ते साध संगत ओ जनेऊ तेरे कोल है, बेझिझक होके पा दी। वो केड़ा जनेऊ है सतगुर जी? क्योंकि गुरु जी की महिमा हो गई है, हर मन तन बसिया सोई जय जयकार करे सब कोई। सतगुर जी वो केड़ा जनेऊ है दसो कृपा करके। तो सतगुर जी कहन लगे पादे पंडता
ਸੱਚੇ ਨਾਮ ਦਾ ਜਨੇਊ। ਪਾਦੇ ਪੰਡਤਾ 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 ਸੱਚੇ ਨਾਮ ਦਾ ਜਨੇਊ। ਮੈਂ ਉਸ ਧਾਗੇ ਦਾ ਜਨੇਊ ਪਵਾਉਣਾ ਹੈ ਜਿਹਦੇ ਵਿੱਚ ਦਇਆ ਦੀ ਕਪਾਹ ਹੋਵੇ। ਦਇਆ ਕਪਾਹ ਜਿਹਨੂੰ ਸੰਤੋਖ ਦਾ ਵੱਟ ਚੜਿਆ ਹੋਵੇ। ਦਇਆ ਸੰਤੋਖ ਦਾ ਸੂਤ ਹੋਵੇ। ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸਤ ਵੱਟ ਇਹੋ ਜਨੇਊ ਜੀ ਕਾ। ਹਈ ਤਾਂ ਪਾਂਡੇ ਘੱਤ ਜੇ ਹੈ ਤੇਰੇ ਕੋਲੇ ਪਾ ਦੇ। ਕੋਈ ਜਵਾਬ ਨਹੀਂ ਹੈ। ਪੰਡਤ ਹੱਕਾ ਬੱਕਾ ਹੋ ਗਿਆ। ਹੱਥ ਜੁੜ ਕੇ ਕਹਿੰਦਾ ਸੱਚੇ ਪਾਤਸ਼ਾਹ ਇਹ ਜਨੇਊ ਤਾਂ ਮੇਰੇ ਪਾਸ ਹੈ ਨਹੀਂ, ਪਰ ਜੇ ਇਹ ਜਨੇਊ ਕਿਸੇ ਪਾਸ ਹੋਵੇ ਤਾਂ ਉਹਦਾ ਲਾਭ ਕੀ ਹੈ ਮੈਨੂੰ ਉਹ ਵੀ ਦੱਸ ਦਿਓ, ਮੈਂ ਵੀ ਕੋਸ਼ਿਸ਼ ਕਰਾਂਗਾ। ਕਹਿੰਦੇ ਤੂੰ ਕੀ ਪੜ੍ਹਿਆ ਅੱਜ ਤੱਕ? ਕਹਿੰਦਾ ਜੀ ਮੈਂ ਤਾਂ ਪੱਤਰੀ ਬਾਚਦਾ ਰਿਹਾ, ਮੈਂ ਤਾਂ ਵੇਦ ਸ਼ਾਸਤਰ ਪੜ੍ਹੇ ਨੇ। ਕਹਿੰਦੇ ਫਿਰ ਤੈਨੂੰ ਪਤਾ ਨਹੀਂ ਉਹਨਾਂ ਵਿੱਚ ਇਹ ਜਨੇਊ ਹੈ ਨਹੀਂ? ਕਹਿੰਦਾ ਜੀ ਉੱਥੇ ਤਾਂ ਮਿਲਿਆ ਨਹੀਂ। ਇੱਥੇ ਜੋੜਦੇ ਨੇ ਗੁਰੂ ਜੀ ਆਪਾਂ ਨੂੰ। ਤੇ ਫਿਰ ਕੀ ਆਖਦੇ ਨੇ? ਕਹਿੰਦੇ ਨਾ ਇਹੋ ਟੁੱਟੈ ਨਾ ਮਲ ਲੱਗੈ, ਨਾ ਇਹੋ ਜਲੈ ਨਾ ਜਾਏ। ਇਹ ਅੱਗ ਵਿੱਚ ਵੀ ਨਹੀਂ ਮੱਚਦਾ, ਨਾ ਇਹ ਕਿਤੇ ਜਾਂਦਾ ਤੇ ਨਾ ਇਹ ਟੁੱਟਦਾ, ਨਾ ਇਹਨੂੰ ਕੋਈ ਮੈਲ ਲੱਗਦੀ ਹੈ ਜਿਹਦੇ ਕੋਲੇ ਇਹ ਜਨੇਊ ਹੈ। ਤੇ ਫਿਰ ਮਹਾਰਾਜ ਜੇ ਇਹਨੂੰ ਕੋਈ ਪਾ ਲੈਂਦਾ ਉਹਨੂੰ ਕੀ ਮਿਲਦਾ ਹੈ? ਗੁਰੂ ਨਾਨਕ ਦੇਵ ਸਾਹਿਬ ਕਹਿੰਦੇ ਧਨ ਸੋ ਮਾਨਸ ਨਾਨਕਾ, ਜੋ ਗਲ ਚੱਲੈ ਪਾਏ। ਜਿਨ੍ਹਾਂ ਨੇ ਗਲ ਵਿੱਚ ਐਸਾ ਜਨੇਊ ਪਾ ਲਿਆ ਨਾ, ਮਹਾਰਾਜ ਜੀ ਕਹਿੰਦੇ ਮੈਂ ਉਹਨਾਂ ਤੋਂ ਬਲਹਾਰ ਜਾਨਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਉਂ ਦੱਸਦੇ ਨੇ ਮਹਾਰਾਜ ਸਾਨੂੰ, ਇਉਂ ਜੀਵਨ ਬਖਸ਼ਿਸ਼ ਕਰਦੇ ਨੇ। ਸਿੱਧਾ ਨਹੀਂ ਵੀ ਆਪਣਾ ਅੰਮ੍ਰਿਤ ਛਕੋ ਜੀ, ਗੁਰੂ ਵਾਲੇ ਬਣੋ ਜੀ, ਇਸ ਤਰ੍ਹਾਂ ਨਹੀਂ। ਸਾਡੀ ਜੜ ਮੰਨਦੇ ਨੇ ਮਹਾਰਾਜ। ਜੜ ਕੀ ਭਾਵ? ਵੀ ਅੰਧ ਵਿਸ਼ਵਾਸ ਤੋਂ ਉੱਚੇ ਉੱਠ ਕੇ, ਕਰਮਾਂ ਕਾਂਡਾਂ ਤੋਂ, ਵਹਿਮਾਂ ਭਰਮਾਂ ਤੋਂ ਉੱਚੇ ਉੱਠ ਕੇ ਜੀਵਨ ਜਿਉਣਾ ਸਿੱਖੋ। ਨਿਰੋਲ ਜੀਵਨ ਜਿਉਣਾ ਸਿੱਖੋ। ਆਤਮਿਕ ਆਨੰਦ ਲੈਣਾ ਸਿੱਖੋ। ਇਸ ਤਰ੍ਹਾਂ ਨਹੀਂ ਵੀ ਕਿਤੇ ਸਿੱਧਾ ਹੀ ਮਹਾਰਾਜ ਕਹਿੰਦੇ ਨੇ ਬਸ ਤੁਸੀਂ ਵਾਹਿਗੁਰੂ ਵਾਹਿਗੁਰੂ ਕਰੋ, ਬਾਣੀ ਪੜ੍ਹੋ। ਹਾਂ, ਵਾਹਿਗੁਰੂ ਤਾਂ ਅਖੀਰਲਾ ਪੜਾਅ ਹੈ ਆਪਣਾ। ਜਿਹੜਾ ਵਾਹਿਗੁਰੂ ਜਪਣਾ ਹੈ ਨਾ, ਇਹ ਤਾਂ ਸਟੇਜ ਚੌਥੀ ਹੈ। 4 ਲਾਵਾਂ ਨੇ ਨਾ, 4 ਲਾਵਾਂ ਦੇ ਵਿੱਚੋਂ ਇਹ ਚੌਥੀ ਸਟੇਜ ਹੈ ਵਾਹਿਗੁਰੂ ਦਾ ਜਾਪ। ਜਿਹੜਾ ਸਵਾਸ ਸਵਾਸ ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਹੋ ਮਨ ਤਨ ਧਰਪੀਐ, ਚੌਥੀ ਸਟੇਜ ਹੈ ਆਪਣੀ। ਉਹ ਤੋਂ ਪਹਿਲਾਂ ਤਾਂ ਜਿਵੇਂ ਪਹਿਲਾਂ ਮਕਾਨ ਦੀ ਨਿਉਂ ਹੈ, ਫਿਰ ਉਹਦੇ ਤੇ ਲੈਟਰ ਲੱਗਦੇ ਨੇ, ਫਿਰ ਉੱਤੇ ਉਹਦੇ ਮਕਾਨ ਦੀ ਚਣਾਈ ਹੁੰਦੀ ਹੈ, ਫਿਰ ਲੈਟਰ ਲੱਗਦਾ, ਫਿਰ ਉੱਪਰ ਲੈਟਰ ਪੈਂਦਾ। ਇਸ ਤਰ੍ਹਾਂ ਜਾ ਕੇ ਇਸੇ ਤਰ੍ਹਾਂ ਇਹ ਸਿੱਖੀ ਦੀ ਵੀ ਪੜਾਅ ਦਰ ਪੜਾਅ ਅਵਸਥਾ ਨੇ। ਸੰਤ ਕਾ ਮਾਰਗ ਧਰਮ ਕੀ ਪੌੜੀ ਆਪਾਂ ਸੁਣਿਆ ਨਾ ਹੁਣ, ਇਹ ਤਰਾਹੇ ਪੱਤ ਪਾਵੜੀਆਂ ਚੜ੍ਹੀਏ ਹੋਏ 21 ਪੌੜੀ ਦਰ ਪੌੜੀ ਚੜ੍ਹਨਾ ਪੈਂਦਾ। ਇਹ ਸਿੱਧਾ ਨਹੀਂ ਹੈ ਕੁਛ ਵੀ। ਤਾਂ ਉੱਥੇ ਫਿਰ ਉਹ ਪੰਡਤ ਜਿਹੜਾ ਸੀ ਕਹਿੰਦਾ ਸੱਚੇ ਪਾਤਸ਼ਾਹ ਮੇਰਾ ਭਲਾ ਕਰ ਦਿਓ, ਮੈਨੂੰ ਇਸ ਜਨੇਊ ਬਾਰੇ ਪਤਾ ਨਹੀਂ ਹੈ। ਤਾਂ ਫਿਰ ਮੱਝਾਂ ਚਾਰਨੀਆਂ, ਖੇਤੀ ਉਜੜ ਜਾਣੀ, ਖੇਤੀ ਹਰੀ ਭਰੀ ਹੋ ਜਾਣੀ, ਸੱਪ ਨੇ ਛਾਂ ਕਰਨੀ। ਗੁਰਮੁਖੋ ਸਾਰੀ ਕਾਇਨਾਤ ਗੁਰੂ ਨਾਨਕ ਦੇਵ ਸਾਹਿਬ ਦੇ ਹੁਕਮ ਦੇ ਵਿੱਚ ਹੈ। ਇਸ ਗੱਲ ਨੂੰ ਕਦੇ ਭੁੱਲ ਨਾ ਜਾਇਓ। ਗੁਰੂ ਨਾਨਕ ਦੇਵ ਸਾਹਿਬ ਤੇ 10ਵੇਂ ਪਾਤਸ਼ਾਹ ਮਹਾਰਾਜ ਨੇ ਸਿੱਧ ਕਰਤਾ। ਅੱਜ ਸਾਡੇ ਸਿੱਖਾਂ ਦੇ ਜਵਾਕ ਇਹਨਾਂ ਵਹਿਮਾਂ ਵਿੱਚ ਪਏ ਨੇ ਵੀ ਗੁਰੂ ਨਾਨਕ ਦੇਵ ਸਾਹਿਬ ਜੀ ਦਾ ਸੰਸਕਾਰ ਕਿੱਥੇ ਕੀਤਾ, ਗੁਰੂ ਨਾਨਕ ਦੇਵ ਸਾਹਿਬ ਦੀ ਉਹ ਚਾਦਰ ਕਿੱਧਰ ਗਈ, ਤੇ 10ਵੇਂ ਪਾਤਸ਼ਾਹ ਮਹਾਰਾਜ ਦਾ ਜਿਹੜਾ ਅੰਗੀਠਾ ਸਾਹਿਬ ਹੈ ਉਹ ਕਿਵੇਂ। ਪਰ ਸੱਚ ਜਾਣੋ, ਗੁਰੂ ਕਦੇ ਸਰੀਰ ਨਹੀਂ ਹੁੰਦਾ। ਜਦੋਂ 10ਵੇਂ ਪਾਤਸ਼ਾਹ ਮਹਾਰਾਜ ਸੱਚਖੰਡ ਪਿਆਨਾ ਕਰਦੇ ਨੇ ਨਾ, ਇਤਿਹਾਸ ਵਿੱਚ ਜ਼ਿਕਰ ਆਉਂਦਾ ਭਾਈ ਦਇਆ ਸਿੰਘ ਅਖੀਰਲਾ ਜਿਹੜਾ ਚਰਨਾਂ ਤੇ ਮੱਥਾ ਟੇਕਣਾ ਸੀ। ਭਾਈ ਦਇਆ ਸਿੰਘ ਨੂੰ ਕਲਗੀ ਵਾਲੇ ਪਾਤਸ਼ਾਹ ਕਹਿੰਦੇ ਦਇਆ ਸਿੰਘ ਅਸੀਂ ਹੁਣ ਕਨਾਤ ਵੱਲ ਨੂੰ ਜਾ ਰਹੇ ਹਾਂ। ਚੰਦਨ ਦੀ ਚਿਖਾ ਚਿਣੀ ਪਈ ਹੈ, ਰਾਤ ਦਾ ਵੱਜਿਆ ਸੀ 1:30 ਤੇ ਅਸੀਂ ਚਿਖਾ ਵੱਲ ਜਾ ਰਹੇ ਹਾਂ ਤੇ ਹੁਣ ਫਤਿਹ ਦੀ ਸਾਂਝ ਕਰੀਏ।
भाई दया सिंह कहता मालका जिंदगी तेरे नाल निभाई है, मेरा माँ भी तू, मेरा प्यो भी तू, सब कुछ तू, मेरा बंधप तू, मेरा भराता, तुसीओ मेरा सब कुछ हो, ਤੋਰਨ ਨੂੰ ਜੀ ਤਾਂ नहीं करता, पर सच्चे पातशाह एक बेनती करा। महाराज जी कहते दस, छेती दस, समा हो गया कहते साडे जाण दा, हुण साडे पास समा नहीं, वो सवास अखीरला जिहड़ा वो छड्ड देना हुण, शरीर करके आत्मा करके तेरे नाल। ते भाई कहते दसो, भाई दया सिंह कहता महाराज चरना ते मत्था टेकण नूं जी करदा है। हुण ये तां सच है ना, ਆਪਾਂ ਜਦੋਂ ਘਰੋਂ ਆਪਣੇ ਕੋਈ ਸੰਬੰਧੀ ਚੜ੍ਹਾਈ ਕਰਦਾ ਹੈ, ਪਰਿਵਾਰਕ ਮੈਂਬਰ ਚੜ੍ਹਾਈ ਕਰਦਾ ਹੈ, ਵੇਖੋ ਆਪਣੀ ਇੱਕ ਭਾਵਨਾ ਹੁੰਦੀ ਹੈ, ਆਪਣਾ ਪਿਆਰ ਜੁੜਿਆ ਹੁੰਦਾ ਉਸ ਜਾਣ ਵਾਲੇ ਸੰਬੰਧੀ ਨਾਲ, ਭਾਵੇਂ ਉਹ ਪਤੀ ਹੈ, ਭਾਵੇਂ ਉਹ ਪਿਓ ਹੈ, ਭਾਵੇਂ ਭਰਾ, ਭਾਵੇਂ ਚਾਚਾ, ਭਾਵੇਂ ਤਾਇਆ, ਭਾਵੇਂ ਨਾਨਾ, ਕੋਈ ਵੀ ਹੈ, ਉਹਦੇ ਨਾਲ ਆਪਣਾ ਪਿਆਰ ਹੁੰਦਾ, ਮੁਹੱਬਤ ਹੁੰਦੀ ਹੈ। ਤੇ ਉਹਨੂੰ ਜਦੋਂ ਅਰਥੀ ਤੇ ਪਾ ਲੈਂਦੇ ਨੇ ਨਾ, ਆਪਣਾ ਮੱਲੋ ਮੱਲੀ ਉਹਦੇ ਚਰਨਾਂ 'ਚ ਸਿਰ ਝੁਕ ਜਾਂਦਾ ਹੈ ਕਿ ਨਹੀਂ ਝੁਕਦਾ? ਚਰਨਾਂ 'ਚ ਸਿਰ ਝੁਕ ਜਾਂਦਾ। ਕਿਉਂ? ਆਪਾਂ ਨੂੰ ਪਤਾ ਵੀ ਅਖੀਰ ਵਾਰੀ ਦਾ ਦਰਸ਼ਨ ਹੈ, ਜਦੋਂ ਮੋਢਿਆਂ ਤੇ ਚੁੱਕ ਲਿਆ ਬਸ ਮੁੜ ਕੇ ਸਵਾਹ ਦੀ ਢੇਰੀ ਹੈ, ਫੁੱਲ ਚੁੱਕ ਕੇ ਲੈ ਕੇ ਆਉਣੇ ਪੈਣਗੇ, ਹੋਰ ਕੁਛ ਨਹੀਂ ਉੱਥੇ। ਕਬੀਰ ਹਾੜ ਜਰੇ ਜਿਉਂ ਲਾਕਰੀ, ਕੇਸ ਜਰੇ ਜਿਉਂ ਘਾਸ, ਇਹੋ ਜਗ ਜਰਤਾ ਦੇਖ ਕੇ ਭਇਓ ਕਬੀਰ ਉਦਾਸ। ਉੱਥੇ ਤਾਂ ਫਿਰ ਆਹ ਕੁਛ ਹੁੰਦਾ ਜਦੋਂ ਅੱਗ ਦੇ ਹਵਾਲੇ ਸਰੀਰ ਹੋ ਗਿਆ। ਇਹ ਆਪਣੀ ਅਖੀਰਲੀ ਭਾਵਨਾ ਹੁੰਦੀ ਹੈ। ਭਾਈ ਦਇਆ ਸਿੰਘ ਨੂੰ ਪਤਾ ਵੀ ਮੇਰੇ ਮਾਹੀ ਨੇ ਜਦੋਂ ਮੇਰੀਆਂ ਅੱਖਾਂ ਤੋਂ ਓਹਲੇ ਹੋ ਜਾਣਾ ਨਾ, ਮੁੜ ਕੇ ਫਿਰ ਸਰੀਰ ਕਰਕੇ ਤਾਂ ਨਹੀਂ ਮੈਂ ਕਦੇ ਪਿਆਰ ਕਰ ਸਕੂੰਗਾ, ਆਤਮਾ ਕਰਕੇ ਮੈਂ ਗੁਰਬਾਣੀ ਪੜ੍ਹ ਲਾਂਗਾ, ਮੈਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ, ਸ਼ਬਦ ਦੇ ਲੜ ਲਾਇਆ, ਜੋਤ ਦੇ ਲੜ ਲਾਇਆ, ਪਰ ਮੈਂ ਆਪਣੇ ਪੀਆ ਦੇ, ਆਪਣੇ ਪ੍ਰੀਤਮ ਦੇ ਕਦੇ ਦਰਸ਼ਨ ਨਹੀਂ ਕਰ ਸਕੂੰਗਾ। ਕਹਿੰਦਾ ਸੱਚੇ ਪਾਤਸ਼ਾਹ ਮੇਰਾ ਜੀ ਕਰਦਾ ਮੈਂ ਚਰਨਾਂ ਤੇ ਮੱਥਾ ਟੇਕ ਲਵਾਂ। ਕਲਗੀ ਵਾਲੇ ਪਾਤਸ਼ਾਹ ਕਹਿੰਦੇ ਬੇਝਿਜਕ ਹੋ ਕੇ ਟੇਕ ਸਕਦਾ, ਤੂੰ ਟੇਕਦਾ ਆਇਆ, ਕੋਈ ਗੱਲ ਨਹੀਂ, ਤੇਰੀ ਭਾਵਨਾ ਹੈ, ਟੇਕ ਲੈ। ਤੇ ਮਹਾਰਾਜ ਆਪ ਜੀ ਨੂੰ ਇਉਂ ਬਾਹਾਂ ਦੀ ਗਲ ਬੱਕੜੀ ਪਾ ਕੇ ਪਿਆਰ ਕਰਨ ਨੂੰ ਜੀ ਕਰਦਾ ਹੈ। ਕਿਹੋ ਜਿਹੀ ਭਾਵਨਾ ਹੁੰਦੀ ਹੈ ਸਿੱਖ ਦੀ, ਇੰਨਾ ਪਿਆਰ। ਇਹ ਪਿਆਰ ਉਦੋਂ ਲੱਗਦਾ ਹੈ ਜਦੋਂ ਅੰਦਰ ਕੋਈ ਕਿਣਕਾ ਹੋਵੇ, ਨਹੀਂ ਲੱਗਦਾ ਨਹੀਂ ਤਾਂ ਸ਼ੰਕਿਆਂ ਦੇ ਵਿੱਚ ਹੀ ਰੁੜ ਜਾਂਦਾ ਜੀਵਨ, ਵਹਿਮਾਂ ਭਰਮਾਂ 'ਚ ਹੀ ਰੁੜ ਜਾਂਦਾ ਹੈ। ਅਫਸੋਸ ਅੱਜ ਅਸੀਂ ਗੁਰੂ ਤੇ ਸ਼ੰਕੇ ਕਰੀ ਜਾਂਦੇ ਹਾਂ, ਗੁਰੂ ਤੇ ਸ਼ੰਕਾ ਨਾ ਕਦੇ ਕਰੀਏ। ਹੁਣ ਜਿਹੜੀ ਦਾਸ ਗੱਲ ਦੱਸਣ ਜਾ ਰਿਹਾ, ਜੋ ਪੜ੍ਹਿਆ ਦਾਸ ਨੇ, ਕਿਸੇ ਚੰਗੇ ਸੱਜਣ ਦਾ ਲਿਖਿਆ ਹੋਇਆ, ਤੇ ਉਸ ਵੇਲੇ ਭਾਈ ਦਇਆ ਸਿੰਘ ਕਹਿੰਦਾ ਮਹਾਰਾਜ ਮੱਥਾ ਟੇਕ ਲਵਾਂ? ਮਹਾਰਾਜ ਕਹਿੰਦੇ ਟੇਕ ਲੈ। ਜਦੋਂ ਮੱਥਾ ਟੇਕਿਆ ਨਾ, ਭਾਈ ਦਇਆ ਸਿੰਘ ਨੇ ਉਹ ਚਰਨਾਂ ਨੂੰ ਹੱਥ ਪਾਇਆ, ਤੇ ਇਤਿਹਾਸ ਕਹਿੰਦਾ ਭਾਈ ਦਇਆ ਸਿੰਘ ਦੇ ਹੱਥਾਂ ਦੇ ਵਿੱਚ ਚਰਨ ਨਹੀਂ ਆਏ, ਸਤਿਗੁਰੂ ਜੀ ਸਾਹਮਣੇ ਖੜੇ ਨੇ। ਇੱਕਦਮ ਆਪਣੀਆਂ ਅੱਖਾਂ ਮਲਦਾ ਵੀ ਸ਼ਾਇਦ ਗੁਰੂ ਜੀ ਪਿੱਛੇ ਤਾਂ ਨਹੀਂ ਹਟ ਗਏ, ਪਰ ਨਹੀਂ, ਉਸ ਤਰ੍ਹਾਂ ਹੱਥ ਚਰਨਾਂ ਤੇ ਲੱਗੇ ਹੋਏ ਨੇ, ਪਰ ਚਰਨ ਹੱਥਾਂ ਵਿੱਚ ਨਹੀਂ ਆ ਰਹੇ। ਕਹਿੰਦਾ ਸ਼ਾਇਦ ਭੁਲੇਖਾ ਲੱਗ ਗਿਆ, ਸਤਿਗੁਰੂ ਜੀ ਪਿੱਛੇ ਹਟ ਗਏ। ਉੱਠ ਕੇ ਖੜਾ ਹੋ ਗਿਆ ਤੇ ਮਹਾਰਾਜ ਨੂੰ ਇਉਂ ਬਾਹਾਂ ਦੀ ਜਿਹੜੀ ਸੀ ਗਲਵੱਕੜੀ ਪਾਉਣ ਲੱਗਿਆ, ਗਲਵੱਕੜੀ ਪਾ ਲਈ, ਪਰ ਸਤਿਗੁਰੂ ਜੀ ਬਾਹਾਂ ਵਿੱਚ ਨਹੀਂ ਆ ਰਹੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬਾਹਾਂ ਦੇ ਵਿੱਚ ਨਹੀਂ ਆ ਰਹੇ। ਸਿੱਧਾਂ ਨੇ ਵੀ ਇਹ ਕੋਸ਼ਿਸ਼ ਕੀਤੀ ਸੀ, ਗੁਰੂ ਨਾਨਕ ਦੇਵ ਸਾਹਿਬ ਤੇ ਕਰਾਮਾਤ ਵਰਤਾਈ ਹੈ ਨਾ, ਜਦੋਂ ਆਪਣੀਆਂ ਹਨੇਰੀਆਂ ਝਲਾਈਆਂ ਨੇ, ਸਭ ਕੁਝ ਕੀਤਾ ਹੈ, ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਫਿਰ ਪਰਨਾ ਦਿੱਤਾ, ਕਹਿੰਦੇ ਲਓ ਆਹ ਪਰਨਾ ਸਾਡੇ ਲੱਕ ਨੂੰ ਬੰਨਿਓ। ਤੇ ਜਦੋਂ ਪਰਨਾ ਲੱਕ ਨੂੰ ਬੰਨਿਆ ਨਾ, ਕੱਲੇ ਪਰਨੇ ਨੂੰ ਗੰਢ ਆ ਗਈ, ਗੁਰੂ ਜੀ ਉਹਦੇ 'ਚ ਹੈ ਹੀ ਨਹੀਂ। ਆਹ ਦੱਸਦੇ ਨੇ ਮਹਾਰਾਜ ਸਾਨੂੰ। ਹੁਣ ਅਸੀਂ ਲੋਕ ਇਹਨਾਂ ਚੀਜ਼ਾਂ ਦੇ ਵਿੱਚ ਫਸ ਗਏ ਨਿਕੜਨ, ਕਿਉਂਕਿ ਜਿੰਨੀ ਕਿਸੇ ਦੀ ਭਾਵਨਾ ਹੈ ਉਹ ਗੁਰੂ ਨੂੰ ਓਨਾ ਹੀ ਜਾਣ ਸਕਦਾ, ਓਨਾ ਹੀ ਤੱਕ ਸਕਦਾ, ਉਹ ਤੋਂ ਅੱਗੇ ਉਹ ਵੱਧ ਨਹੀਂ ਸਕਦਾ, ਜ਼ੋਰ ਲਾ ਲੇ ਜਿੰਨਾ ਮਰਜ਼ੀ। ਜਿਹਦੀ ਭਾਵਨਾ ਬਣ ਗਈ ਉਹ ਆਖੂਗਾ, ਉਹ ਇਹ ਆਖੂਗਾ ਵੀ, ਕਹਿੰਦੇ ਜਦੋਂ ਬਾਲਕ ਜਿੱਦ ਕਰ ਜੇ ਨਾ, ਉਹ ਕਹਿੰਦਾ ਵੀ ਹਾਥੀ ਕੁੱਜੇ 'ਚ ਪਵਾਉਣਾ, ਕੁੱਜੇ 'ਚ ਹਾਥੀ ਪਾ, ਤੇ ਫਿਰ ਉਹਨੂੰ ਆਟੇ ਦਾ ਕਰਕੇ ਪਾਉਣਾ ਪੈਂਦਾ ਉਹਦੀ ਰੱਖਣ ਵਾਸਤੇ, ਪਵਾ ਕੇ ਹਟਦਾ ਉਹ। ਤੇ ਉਹ ਕਹਿੰਦਾ ਫਿਰ ਵੀ ਗੁਰੂ ਤਾਂ ਕੁਛ ਵੀ ਕਰ ਸਕਦਾ ਹੈ, ਗੁਰੂ ਸਮਰੱਥ ਹੈ, ਗੁਰੂ ਸਰਬੱਗ ਹੈ, ਗੁਰੂ ਸਰਬ ਕਲਾ ਸਮਰੱਥ ਹੈ। ਅੰਤ ਕਲਾ ਹੋਏ ਠਾਕੁਰ ਚੜ੍ਹਿਆ, ਗੁਰਬਾਣੀ ਦਾ ਵਚਨ ਹੈ, 16 ਕਲਾ ਸੰਪੂਰਨ ਫਲਿਆ, ਅਨੰਤ ਕਲਾ ਹੋਏ ਠਾਕੁਰ ਚੜ੍ਹਿਆ। ਅਨੰਤ ਅਣਗਿਣਤ, ਜਿਹਦੀ ਕਲਾ ਦੀ ਕੋਈ ਗਿਣਤੀ ਨਹੀਂ ਹੈ। ਫਿਰ ਅਸੀਂ ਸ਼ੰਕਾ ਕਿਵੇਂ ਕਰ ਸਕਦੇ ਹਾਂ? ਅਸੀਂ ਤਾਂ ਗੁਰੂ ਦੇ ਸਾਜੇ ਹਾਂ, ਅਸੀਂ ਤਾਂ ਗੁਰੂ ਦੇ ਬਣਾਏ ਹਾਂ, ਅਸੀਂ ਗੁਰੂ ਬਾਰੇ ਕੀ ਕਹਿ ਸਕਦੇ ਹਾਂ? ਇਹਨੂੰ, ਇਸ ਸ਼ੰਕੇ ਨੂੰ ਬਾਣੀ ਨੇ ਇਉਂ ਲਿਖਿਆ। ਫਿਰ ਆਪਾਂ ਉੱਥੇ ਹੀ ਆਉਂਦੇ ਹਾਂ ਮੁੜ ਕੇ। ਤੂੰ ਠਾਕਰੋ ਬੈਰਾਗਰੋ, ਮੈਂ ਜੇਹੀ ਘਣ ਚੇਰੀ ਰਾਮ, ਤੂੰ ਸਾਗਰੋ
रत्नागरो हाँ सार न जाना तेरी राम, मैं मछली अंत ना जाना, तू दरियाओ मालका, मछली अंत ना जाना, तू दरियाओ मालका, मछली अंत ना जाना, तू दरियाओ मालका, मैं 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 मछली अंत ना जाना, अंत ना जाना, तू दरियाओ मालका, मैं मछली 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 अंत ना जाना, तू दरियाओ मालका, तू दरियाओ दाना बीना, मैं मछली कैसे अंत लहा, जह जह देखा तह तह तू है, तुझ ते निकसी फूट मरा। सो इस तरह ਜਦੋਂ ਭਾਈ ਦਇਆ ਸਿੰਘ ਹੈਰਾਨ ਹੋ ਗਿਆ, ਵੈਸੇ ਉਹਨਾਂ ਨੂੰ ਵਿਸ਼ਵਾਸ ਹੈ, ਭਰੋਸਾ ਹੈ, ਕਿਉਂਕਿ ਉਹ ਤਾਂ ਗੁਰੂ ਦੇ ਵਿੱਚ ਅਭੇਦ ਹੋ ਚੁੱਕੇ ਨੇ, ਪਰ ਸਾਡਾ ਭਲਾ ਕਰ ਰਹੇ ਨੇ ਉਹ ਦੁਨੀਆ ਦੇ ਲੋਗੋ, ਤੁਸੀਂ ਗੁਰੂ ਨੂੰ ਸ਼ਰੀਰ ਨਾ ਮੰਨ ਬੈਠੇ ਹੋ। ਭਾਈ ਦਇਆ ਸਿੰਘ ਨੂੰ ਕਲਗੀ ਵਾਲੇ ਪਾਤਸ਼ਾਹ ਹੱਸ ਪਏ, ਕਹਿੰਦੇ ਦਇਆ ਸਿੰਘ ਕੀ ਹੋ ਗਿਆ? ਕਹਿੰਦਾ ਧੰਨ ਕਲਗੀ ਵਾਲਿਆ ਤੇਰੀਆਂ ਤੂੰ ਹੀ ਜਾਣੇ, ਤੇਰਾ ਅੰਤ ਨਹੀਂ ਕੋਈ ਪਾ ਸਕਦਾ, ਤੇ ਸਾਧ ਸੰਗਤ ਤੇਰਾ ਅੰਤ ਨਾ ਪਾਇਆ ਸੁਰਗ ਮੱਛ ਪਿਆਲ ਜੀਓ। ਤੇ ਫਿਰ ਅਸੀਂ ਅੰਤ ਦੀਆਂ ਗੱਲਾਂ ਕਰ ਰਹੇ ਹਾਂ, ਆਪਾਂ ਤਾਂ ਕਮਾਲ ਹੀ ਕਰ ਦਿੱਤੀ, ਪਤਾ ਨਹੀਂ ਕਿੱਥੋਂ ਪੜ੍ਹਿਆ ਕਿਹੜੀ ਕਮਾਈ ਵਿੱਚੋਂ, ਕਹਿੰਦੇ ਨਾ ਕੋਈ ਜਮਦੂਤ ਹੈ ਨਾ ਕੋਈ ਜਨਮ ਮਰਨ ਹੈ, ਕਹਿੰਦੇ ਬੰਦਾ ਮਰ ਗਿਆ ਗੱਲ ਨਿਬੜੀ। ਤੇ ਫਿਰ ਤਾਂ ਅਸੀਂ ਤਾਂ ਸਾਰੀ ਗੁਰਬਾਣੀ ਨੂੰ ਹੀ ਕੱਟ ਦਿੱਤਾ ਨਾ। ਤੇ ਮਹਾਰਾਜ ਜੀ ਨੇ ਤਾਂ ਸਾਰੀਆਂ ਗੱਲਾਂ ਦੱਸੀਆਂ ਪਈਆਂ ਨੇ, ਬਹੁਤ ਜਨਮ ਵਿਛਰੇ ਥੇ ਮਾਧੋ, ਕਈ ਜਨਮ ਭਏ ਕੀਟ ਪਤੰਗਾ, ਪੂਰਬ ਕਰਮ ਅੰਕੁਰ ਜਾ ਪ੍ਰਗਟੇ, ਕਿੰਨਾ ਕੁਛ ਲਿਖਿਆ ਹੋਇਆ ਮਹਾਰਾਜ ਨੇ। ਤੇ ਭਾਈ ਰਹੋ ਵਿਚਾਰ ਉੱਥੋਂ ਫਿਰ ਕਹਿੰਦੇ ਦਇਆ ਸਿੰਘ ਕਹਿੰਦੇ ਤੁਹਾਨੂੰ ਤਾਂ ਪਤਾ ਹੈ, ਸਾਰੀ ਸੰਗਤ ਨੂੰ ਦੱਸਣਾ ਹੈ ਵੀ ਗੁਰੂ ਸਰੀਰ ਨਹੀਂ ਹੈ, ਅਸੀਂ ਤਾਂ ਸਰੀਰ ਕਰਕੇ ਖੇਡਾਂ ਖੇਡ ਗਏ ਹਾਂ ਸੰਸਾਰ ਤੇ, ਅਸੀਂ ਸਰੀਰ ਨਹੀਂ ਸੀ। ਗੁਰੂ ਸ਼ਬਦ ਹੁੰਦਾ ਹੈ, ਗੁਰੂ ਜੋਤ ਸਰੂਪ ਹੈ, ਤੇ ਇਸ ਕਰਕੇ ਗੁਰੂ ਨੂੰ ਕਦੇ ਸਰੀਰ ਨਹੀਂ ਮੰਨ ਬੈਠਣਾ। ਇਹੀ ਖੇਡ ਗੁਰੂ ਨਾਨਕ ਦੇਵ ਸਾਹਿਬ ਨੇ ਵਰਤਾਈ ਹੈ। ਜੇ ਕਦੇ ਸੰਗਤ ਦੇ ਵਿੱਚ ਆਪਾਂ ਉਸ ਤਰ੍ਹਾਂ ਵਿਚਾਰ ਕਰਦੇ ਹਾਂ ਨਾ, 100 ਦੇ ਵਿੱਚੋਂ 5 ਗੁਰਮੁਖ ਹੁੰਦੇ ਨੇ ਜਿਹੜੇ ਇਸ ਗੱਲ ਨੂੰ ਮੰਨਣਗੇ, 95 ਤਾਂ ਇਉਂ ਕਹਿਣਗੇ ਇਹ ਕਿਵੇਂ ਹੋ ਸਕਦਾ, ਇਹ ਕਿਵੇਂ ਹੋ ਸਕਦਾ, ਸਾਇੰਸ ਤਾਂ ਕਹਿੰਦੀ ਨਹੀਂ। ਬੜਾ ਕੁਝ ਹੈ ਗੁਰਮੁਖੋ। ਸੋ ਸਾਇੰਸ ਆਪਣੀ ਜਗ੍ਹਾ ਬਹੁਤ ਚੰਗੀ ਹੈ, ਸਾਇੰਸ ਨੂੰ ਅਸੀਂ ਬਹੁਤ ਵੱਡੀ ਤਰਜੀਹ ਦਿੰਦੇ ਹਾਂ, ਪਰ ਮੇਰਾ ਆਪਣੀ ਜ਼ਿੰਦਗੀ ਦਾ ਤਜਰਬਾ ਜਿੰਨਾ ਕੁ ਦਾਸ ਨੇ ਵੇਖਿਆ, ਐਕਸਪੀਰੀਅੰਸ ਹੁੰਦਾ ਆਪਣੇ ਆਪਣੇ ਡਿਪਾਰਟਮੈਂਟ ਦਾ ਹਰ ਇੱਕ ਬੰਦੇ ਨੂੰ। ਜੇ ਕੋਈ ਬੰਦਾ ਨੌਕਰੀ ਚਾਕਰੀ ਕਰਦਾ ਉਹਨੂੰ ਆਪਣੇ ਦਫ਼ਤਰ ਦਾ ਐਕਸਪੀਰੀਅੰਸ ਹੈ, ਜੇ ਕੋਈ ਬਿਜ਼ਨਸ ਕਰਦਾ ਉਹਨੂੰ ਆਪਣੀ ਦੁਕਾਨ ਦਾ ਐਕਸਪੀਰੀਅੰਸ ਹੈ, ਜੇ ਕੋਈ ਭੈਣ ਮਾਂ ਬੀਬੀ ਘਰ ਦੇ ਕੰਮ ਕਰਦੀ ਹੈ ਉਹਨੂੰ ਆਪਣੇ ਉਸ ਗੱਲ ਦਾ ਤਜਰਬਾ ਹੁੰਦਾ, ਤੇ ਜਿਹੜਾ ਗੁਰਮੁਖ ਹੈ ਉਹਨੂੰ ਆਪਣਾ ਤਜਰਬਾ ਹੁੰਦਾ ਹੈ। ਸਾਇੰਸ ਨੂੰ ਅਸੀਂ ਬਹੁਤ ਵੱਡੀ ਸਤਿਕਾਰ ਦਿੰਦੇ ਹਾਂ, ਪਰ ਸਾਇੰਸ ਗੁਰੂ ਦਾ ਮੁਕਾਬਲਾ ਨਹੀਂ ਕਰ ਸਕਦੀ, ਇਸ ਗੱਲ ਨੂੰ ਭੁੱਲ ਜਾਓ। ਗੁਰੂ ਦੇ ਚਰਨਾਂ ਦੇ ਵਿੱਚ ਸਾਇੰਸ ਹੈ, ਤੇ ਅਸੀਂ ਕਿਤੇ ਨਾ ਕਿਤੇ ਸਾਇੰਸ ਨੂੰ ਗੁਰੂ ਤੋਂ ਵੱਡੀ ਬਣਾਈ ਜਾਂਦੇ ਹਾਂ, ਇਹ ਗੱਲ ਨੂੰ ਭੁੱਲ ਜਾਓ। ਕਿਉਂਕਿ ਉਦੋਂ ਸਾਇੰਸ ਨਹੀਂ ਸੀ ਜਦੋਂ ਗੁਰੂ ਨੇ ਨਦੀਆਂ ਨਾਲੇ ਚਲਾਤੇ, ਉਦੋਂ ਸਾਇੰਸ ਨਹੀਂ ਸੀ ਜਦੋਂ ਗੁਰੂ ਨੇ ਬਨਸਪਤੀ ਬਣਾ ਦਿੱਤੀ, ਉਦੋਂ ਸਾਇੰਸ ਨਹੀਂ ਸੀ ਜਦੋਂ ਗੁਰੂ ਨੇ ਧਰਤੀ ਸਾਜੀ ਹੈ, ਉਦੋਂ ਸਾਇੰਸ ਨਹੀਂ ਸੀ ਜਦੋਂ ਗੁਰੂ ਨੇ ਜਲ ਪੈਦਾ ਕਰ ਦਿੱਤਾ। ਇਹ ਸਾਇੰਸ ਤੋਂ ਪਹਿਲਾਂ ਦੀਆਂ ਗੱਲਾਂ ਨੇ, ਸਾਇੰਸ ਬਾਅਦ ਦੀ ਕਾਢ ਹੈ। ਇਸ ਕਰਕੇ ਗੁਰੂ ਵੱਡਾ, ਇਹਦੇ ਤੇ ਹੋਰ ਵੀ ਬਹੁਤ ਕੁਝ ਬੋਲਿਆ ਸਕਦਾ, ਬੜੇ ਸਬੂਤ ਨੇ ਇਸ ਚੀਜ਼ ਦੇ। ਤਾਂ ਭਾਈ
ਦਇਆ ਸਿੰਘ ਨੂੰ ਮਹਾਰਾਜ ਕਹਿੰਦੇ ਅਸੀਂ ਸਰੀਰ ਨਹੀਂ ਹਾਂ। ਇਹੀ ਖੇਡਾਂ ਗੁਰੂ ਨਾਨਕ ਦੇਵ ਸਾਹਿਬ ਵਰਤਾ ਗਏ ਨੇ, ਇਹੀ 10ਵੇਂ ਪਾਤਸ਼ਾਹ ਮਹਾਰਾਜ ਵਰਤਾ ਗਏ ਨੇ। ਤੇ 8 ਗੁਰੂ ਸਾਹਿਬਾਨਾਂ ਨੇ ਗੁਰੂ ਸਾਹਿਬ ਦੇ ਹੁਕਮ ਨੂੰ ਪਾਲਿਆ, ਆਗਿਆ ਦੇ ਵਿੱਚ ਰਹਿ ਕੇ ਜੋ ਜੋ ਗੁਰੂ ਤੋਂ ਮਿਲਿਆ ਉਹਨੂੰ ਸੰਗਤ ਵਿੱਚ ਵਰਤਾਇਆ। ਅੱਜ ਵਰਤਾ ਰਹੇ ਨੇ, ਅੱਗੇ ਨੂੰ ਵਰਤਾਉਂਦੇ ਰਹਿਣਗੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਰੂਪ ਵਿੱਚ। ਤਾਂ ਭਾਈ ਉੱਥੋਂ ਫਿਰ ਕੀ ਹੋਇਆ, ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਫਿਰ ਮੱਝਾਂ ਚਾਰਨੀਆਂ, ਹੋਰ ਸਾਰਾ ਕੁਝ ਜਦੋਂ ਵੇਖਿਆ, ਪਟਵਾਰੀ ਸਾਹਿਬ ਚਾਹੁੰਦੇ ਨੇ ਵੀ ਮੇਰਾ ਪੁੱਤਰ ਹੈ ਜਿਹੜਾ ਮੇਰੀ ਪੈੜ ਵਿੱਚ ਪੈੜ ਰੱਖੇ, ਪੜ੍ਹਾਈ ਕਰੇ। ਪੰਡਤ ਕੋਲੇ ਪੜ੍ਹਨੇ ਪਾਇਆ, ਪੰਡਤ ਨੂੰ ਪੜ੍ਹਾ ਦਿੱਤਾ ਸਤਿਗੁਰਾਂ ਨੇ। ਪਾਂਧੇ ਕੋਲ ਭੇਜਿਆ, ਪਾਂਧੇ ਨੂੰ ਪੜ੍ਹਾ ਦਿੱਤਾ ਸਤਿਗੁਰਾਂ ਨੇ। ਮੁੱਲਾ ਪਾਸ ਭੇਜਿਆ, ਮੁੱਲੇ ਨੂੰ ਪੜ੍ਹਾ ਦਿੱਤਾ ਸਤਿਗੁਰਾਂ ਨੇ। ਤੇ ਸਾਰਿਆਂ ਨੂੰ ਪੜ੍ਹਾਈ ਜਾਂਦੇ ਨੇ। ਗੁਰੂ ਨਾਨਕ ਦੇਵ ਸਾਹਿਬ ਜੀ ਤਾਂ ਸਾਨੂੰ ਪੜ੍ਹਾਉਣ ਵਾਸਤੇ ਆਏ ਨੇ ਨਾ। ਉਹ ਗੁਰੂ ਨਾਨਕ ਦੇਵ ਸਾਹਿਬ ਦੀ ਯੂਨੀਵਰਸਿਟੀ ਹੈ ਜਿਹੜੀ ਨਾ, ਉਹ ਤੋਂ ਵੱਡੀ ਯੂਨੀਵਰਸਿਟੀ ਦੁਨੀਆ ਤੇ ਹੈ ਹੀ ਨਹੀਂ ਕੋਈ। ਉਹਨਾਂ ਤੋਂ ਵੱਡੀ ਯੂਨੀਵਰਸਿਟੀ ਹੈ ਜਿੱਥੋਂ ਲੋਕ ਪਰਲੋਕ ਦੀਆਂ ਦਾਤਾਂ ਤੇ ਸਿੱਖਿਆਵਾਂ ਮਿਲਦੀਆਂ ਨੇ। ਤਾਂ ਇੱਥੋਂ ਫਿਰ ਕਹਿਣ ਲੱਗੇ, ਕਹਿੰਦੇ ਇਉਂ ਕਰੋ, ਭਾਈ ਬਾਲਾ ਜੀ ਸੰਧੂ ਜੱਟ ਸੀ, ਕਹਿੰਦੇ ਬੁਲਾਓ। ਉਮਰ 'ਚ ਥੋੜ੍ਹੇ ਵੱਡੇ ਸੀ ਸਤਿਗੁਰਾਂ ਨਾਲੋਂ, ਸਿਆਣਾ। ਚੂੜਕਾਣੇ ਦੀ ਮੰਡੀ ਜਾਓ, ਚੰਗਾ ਜਿਹਾ ਬਿਜ਼ਨਸ ਕਰਕੇ ਆਓ, ਕੰਮ ਧੰਦਾ ਸਰੀਰ ਕਰਕੇ ਜ਼ਿਆਦਾ ਹੁੰਦਾ ਨਹੀਂ। ਮੇਰਾ ਪੁੱਤਰ ਸੋਹਲ ਹੈ। ਬੇਬੇ ਨਾਨਕੀ ਜੀ ਵੀਰ ਨਾਲ ਜਿਹੜਾ ਪਿਆਰ ਹੈ ਭੈਣ ਭਰਾ ਦਾ, ਉਹ ਤਾਂ ਅਤ ਕਥਨੀ ਹੈ। ਤੇ ਫਿਰ ਕਹਿੰਦੇ ਜਾਓ ਤੁਸੀਂ ਚੰਗਾ ਜਿਹਾ ਵਣਜ ਕਰੋ, ਬਿਜ਼ਨਸ ਕਰੋ, ਜਿਹਦੇ ਕਰਕੇ ਕੋਈ ਚੰਗੀ ਦੁਕਾਨ ਪਾ ਕੇ ਬੈਠ ਜਾਓ। ਚਲੋ ਜ਼ੋਰ ਦਾ ਕੰਮ ਧੰਦਾ ਖੇਤੀ ਪੱਤੀ ਦਾ ਹੁੰਦਾ ਹੈ ਨਹੀਂ, ਤੇ ਚੰਗਾ ਬਿਜ਼ਨਸ ਕਰ ਲਓ। ਜਾਓ ਫਿਰ ਇੱਕ ਸੋਹਣਾ ਜਿਹਾ ਬਿਜ਼ਨਸ ਤੇ ਖਰਾ ਜਿਹਾ ਸੌਦਾ ਕਰੋ। ਭੇਜ ਦਿੱਤੇ। ਉਸ ਵੇਲੇ ਦੇ 20 ਟਕੇ ਕਹਿ ਲਓ, 20 ਰੁਪਈਏ ਕਹਿ ਲਓ, ਕੁਛ ਕਹਿ ਲਓ, ਚੰਗੀ ਮਾਇਆ ਦੇ ਕੇ ਤੋਰਤੇ। ਇਉਂ ਕਹਿ ਲਓ, ਚਲੋ ਚੰਗੀ ਮਾਇਆ ਦੇ ਕੇ ਤੋਰੇ ਵੀ। ਟਰੱਕਾਂ ਦੇ ਟਰੱਕ, ਗੱਡਿਆਂ ਦੇ ਗੱਡੇ ਭਰ ਕੇ ਲੈ ਕੇ ਆਉਣਗੇ, ਦੁਕਾਨਾਂ ਪਾ ਲੈਣਗੇ, ਵੱਡਾ ਬਿਜ਼ਨਸ ਬਣ ਜੂਗਾ। ਪਰ ਉਹ ਆਪ ਜੀ ਸੰਗਤ ਨੇ ਸੁਣਿਆ ਵੀ ਉੱਥੇ ਜਿਹੜੇ ਭੁੱਖੇ ਸਾਧੂ ਕਈ ਦਿਨਾਂ ਦੇ ਪੇਟ ਤੋਂ ਭੁੱਖੇ ਬੈਠੇ ਨੇ, ਬੰਦਗੀ ਕਰ ਰਹੇ ਨੇ, ਤੇ ਉਹਨਾਂ ਨੂੰ ਚੰਗਾ ਭੋਜਨ ਛਕਾਉਣਾ, ਬਰਤਨ ਦੇਣੇ, ਤਨ ਤੇ ਪਹਿਨਣ ਨੂੰ ਕੱਪੜੇ ਦੇਣੇ, ਤੇ ਉਪਦੇਸ਼ ਕਰ ਦੇਣਾ। ਹੱਥ ਤੇ ਹੱਥ ਧਰ ਕੇ ਨਹੀਂ ਬੈਠਣਾ। ਨਾਮਾ ਕਹਿ ਤਲੋਚਨਾ, ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ। ਚੀਤ ਨਿਰੰਜਨ ਨਾਲ ਜੇ ਬੰਦਗੀ ਕਰਨੀ ਹੈ, ਕਿਰਤ ਕਰਦਿਆਂ ਵੀ ਹੋ ਜਾਂਦੀ ਹੈ, ਕੰਮ ਧੰਦੇ ਕਰਦਿਆਂ ਵੀ ਹੋ ਜਾਂਦੀ ਹੈ। ਤੁਸੀਂ ਵਿਹਲੇ ਨਹੀਂ ਬੈਠਣਾ। ਕੱਲਾ ਇਹ ਨਹੀਂ ਵੀ ਜੇ ਪਰਮੇਸ਼ਰ ਦੇਵੇਗਾ, ਕਰਮਾਂ ਵਿੱਚ ਹੋਵੇਗਾ, ਉਹ ਆ ਜਾਵੇਗਾ। ਨਹੀਂ, ਕਰਮ ਬਣਾਉਣੇ ਵੀ ਪੈਂਦੇ ਨੇ। ਇਸ ਤਰ੍ਹਾਂ ਚੰਗੇ ਕਰਮ ਕਰੋ। ਉਹ ਉਪਦੇਸ਼ ਦੇ ਕੇ ਖਰਾ ਜਿਹਾ ਸੌਦਾ ਕਰਕੇ ਮਹਾਰਾਜ ਘਰ ਆ ਗਏ। ਹੁਣ ਇਸ ਗੱਲ ਨੂੰ ਕੌਣ ਸਮਝੇ ਵੀ ਉਦੋਂ ਦਾ ਉਹ 20 ਟਕਿਆਂ ਦਾ ਚਲਾਇਆ ਲੰਗਰ ਗੁਰੂ ਨਾਨਕ ਦੇਵ ਸਾਹਿਬ ਦਾ। ਹੁਣ ਵੇਖੋ, ਇਸ ਗੱਲ ਦੀ ਕੋਈ ਨਿੰਦਿਆ ਨਹੀਂ, ਕੋਈ ਤਰਕ ਨਹੀਂ। ਦੁਨੀਆ ਤੇ ਬਹੁਤ ਵੱਡੇ ਵੱਡੇ ਮੰਦਿਰ ਨੇ ਜਿਨ੍ਹਾਂ ਦੇ ਵਿੱਚ ਕਰੋੜਾਂ ਰੁਪਈਆ ਦਾ ਚੜਾਵਾ ਹੈ ਆਥਣ ਨੂੰ, ਕਰੋੜਾਂ ਰੁਪਈਆਂ ਦਾ। ਸਿਉਨੇ ਹੀ ਸਿਉਨਾ ਪਿਆ, ਤੱਕੜੀ ਨਾਲ ਵੀ ਨਹੀਂ ਤੋਲਿਆ ਜਾਂਦਾ, ਇੰਨਾ ਸਿਉਨਾ ਚੜ੍ਹਦਾ ਹੈ। ਇੰਨੀਆਂ ਮਸੀਤਾਂ ਨੇ, ਇੰਨੀਆਂ ਚਰਚਾਂ ਨੇ, ਪਰ ਇਹ ਗੱਲ ਕੌੜਾ ਸੱਚ ਹੈ, ਕਿਤੇ ਵੀ 24 ਘੰਟੇ ਲੰਗਰ ਨਹੀਂ ਚੱਲਦਾ। ਮੰਦਰਾਂ ਵਾਲੇ ਵੀ ਗੁਰੂ ਨਾਨਕ ਦੇਵ ਸਾਹਿਬ ਦੇ ਲੰਗਰ ਵਿੱਚ ਆ ਕੇ ਛਕਦੇ ਨੇ। ਇਹ ਕਲਾ ਹੈ, ਗੁਰੂ ਦੀ ਕਲਾ, ਜ਼ਾਹਰ ਕਲਾ। ਤੇ ਉਸ ਕਲਾ ਦਾ ਅੱਜ ਤੱਕ ਉਹ 20 ਟਕਿਆਂ ਦਾ ਲਾਇਆ ਲੰਗਰ ਨਾ ਕਦੇ ਮੁੱਕਿਆ ਤੇ ਨਾ ਕਦੇ ਮੁੱਕੇਗਾ, ਚੱਲਦਾ ਰਹੇਗਾ, ਰੈਗੂਲਰ ਚੱਲਦਾ ਰਹੇਗਾ। ਤੇ ਇਸ ਤਰ੍ਹਾਂ ਜਦੋਂ ਵਾਪਸ ਆਏ, ਬਾਹਰ ਖੜ ਗਏ। ਭਾਈ ਬਾਲਾ ਜੀ ਕਹਿੰਦੇ ਫਿਰ ਮਹਾਰਾਜ ਮੈਂ ਤਾਂ ਇੱਥੋਂ ਘਰਾਂ ਨੂੰ ਲੰਘ ਜਾਂਦਾ, ਕਿਉਂਕਿ ਇਤਿਹਾਸ ਦੱਸਦਾ ਹੈ, ਸਾਖੀਆਂ ਤੋਂ ਪਤਾ ਲੱਗਦਾ ਹੈ, ਮਹਿਤਾ ਕਲਿਆਣ ਦਾਸ ਜੀ ਦਾ ਜਿਹੜਾ ਸੁਭਾਅ ਸੀ ਥੋੜ੍ਹਾ ਕਰੜਾ ਸੀ, ਤੇ ਉਹ ਹੱਕ ਧੱਕ ਨਹੀਂ ਸੀ ਕਰਦੇ ਕਿਸੇ ਤਰ੍ਹਾਂ ਦੀ। ਤਾਂ ਕਹਿੰਦੇ ਮੈਂ ਤਾਂ ਫਿਰ ਇੱਧਰ ਹੀ ਲੰਘ ਜਾਂਦਾ। ਪਤਾ ਸੀ ਨਾ ਵੀ ਗੁਰੂ ਨਾਨਕ ਦੇਵ ਸਾਹਿਬ ਤਾਂ ਖਾਲੀ ਹੱਥ ਘਰੇ ਆ ਗਏ, ਪਿਤਾ ਜੀ ਕਿਵੇਂ ਬਖਸ਼ਣਗੇ। ਕਹਿੰਦੇ ਠੀਕ ਆ ਬਾਲਿਆ, ਤੂੰ ਤਾਂ ਬਚ, ਮੇਰੇ ਨਾਲ ਜਿਹੜੀ ਹੋਊਗੀ ਮੈਂ ਦੇਖੂੰਗਾ। ਹਰ ਇੱਕ ਗੱਲ ਦੇ ਵਿੱਚ ਲੱਖਾਂ ਮਣ ਗਿਆਨ ਪਿਆ ਗੁਰੂ ਨਾਨਕ ਦੇਵ ਸਾਹਿਬ ਦੇ, ਪਰ ਕੋਈ ਝੋਲੀ ਕਰਨ ਵਾਲਾ ਹੋਵੇ, ਝੋਲੀਆਂ ਭਰ ਦਿੰਦੇ ਨੇ। ਤੇ ਮਹਾਰਾਜ ਜੀ ਕਹਿੰਦੇ ਨਾ ਉੱਥੇ ਫਿਰ ਰੋੜਾਂ ਵਾਲਾ ਛੱਪੜ ਸੀ, ਰੋੜ ਸੀ, ਉਹਦੇ ਤੇ ਪਾਣੀ ਸੁੱਕ ਗਿਆ ਸੀ, ਸੁੱਕੀਆਂ ਜੀਆਂ, ਅੱਧ ਸੁੱਕੀਆਂ ਜੀਆਂ ਲੱਕੜਾਂ ਸੀ, ਕਿੱਕਰਾਂ ਸੀ, ਸੰਘਣੀਆਂ ਜੀਆਂ। ਉੱਥੇ ਗੁਰੂ ਜੀ ਖੜ ਗਏ, ਘੰਟਾ ਖੜੇ, 2 ਘੰਟੇ ਖੜੇ। ਇੱਧਰ ਮਹਿਤਾ ਕਲਿਆਣ ਦਾਸ ਜੀ ਵਿਹੜੇ ਵਿੱਚ ਜਿਉਂ-ਜਿਉਂ ਲੇਟ ਹੋਈ ਜਾਂਦੇ ਨੇ ਸਤਿਗੁਰ ਜੀ, ਮਹਿਤਾ ਕਲਿਆਣ ਦਾਸ ਦਾ ਪਾਰਾ ਚੜ੍ਹੀ ਜਾਂਦਾ ਹੈ। ਮਾਤਾ ਤ੍ਰਿਪਤਾ ਜੀ ਨੂੰ ਜੇ ਕਦੇ ਝਿੜਕਦੇ ਹੁੰਦੇ ਸੀ, ਮਾਤਾ ਤ੍ਰਿਪਤਾ ਜੀ, ਰਾਏ ਬਲਾਰ ਜੀ ਆ ਜਾਂਦੇ ਨੇ, ਤੇ ਮਹਿਤਾ ਕਲਿਆਣ ਦਾਸ ਜੀ ਨੂੰ ਕਹਿ ਦਿੰਦੇ ਕੋਈ ਗੱਲ ਨਹੀਂ, ਫਿਰ ਕੀ ਹੋ ਗਿਆ, ਮਾਰੀ ਦਾ ਨਹੀਂ ਹੁੰਦਾ, ਝਿੜਕੀ ਦਾ ਨਹੀਂ ਹੁੰਦਾ। ਤੇ ਅੱਜ ਉਹ ਗੁੱਸਾ ਮਹਿਤਾ ਕਲਿਆਣ ਦਾਸ ਜੀ ਮਾਤਾ ਤ੍ਰਿਪਤਾ ਜੀ ਤੇ ਕੱਢ ਰਹੇ ਨੇ, ਬੇਬੇ ਨਾਨਕੀ ਜੀ ਸੁਣ ਰਹੇ ਨੇ। ਪਤਾ ਕੀ ਕਹਿੰਦੇ ਨੇ, ਇਉਂ ਸਾਧ ਸੰਗਤ ਤਰਕ ਦੇ ਨਾਲ ਗੱਲ ਕਹੀ। ਮਾਤਾ ਤ੍ਰਿਪਤਾ ਜੀ ਨੂੰ ਕਹਿੰਦੇ ਤੇਰੇ ਵਾਲਾ ਲਾਲ ਨਹੀਂ ਆਇਆ,
भाव भी तुसी मेरे सिर ते बिठाता, कहण दा भाव ये सी। तेरा लाल नहीं आया? माता तृप्ता जी कहते कोई गल नहीं जी, आ जाणगे। नहीं नहीं मैनू पता है, मैनू पता है वो जिहड़ा चंद चाड़ू। कहते चलो भाई बाले दे घर भेजो, पता करो क्यों नहीं आए। बंदा भेजिया, उन्हें आके दस्सिया जी 2 घंटे हो गए आया नूं। कहते कित्थे खड़ा है? कहते जी बाहर वो जिहड़ा छप्पड़ है सुक्या जा उत्ते खड़े ने। बस फिर मेहता कल्याण जी नूं कौन फड़े? चल पे, भज लिया परिवार, नगर दियां संगतां भज लियां। एक बंदा राय बलार पास नूं भेजिया, बई जी मेहता कल्याण दास जी अज बहुत गुस्से विच ने, जल्दी आ जाओ, तुहाडे तो बिना रुकने नहीं किसे तो। हुण सब तो ज़्यादा जिंद जे किसे दी जिंद ते बन गई, वो बनी बेबे नानकी दे। मेरे वीर नूं अज पिता ने पता नहीं की सज़ा देनी है। इउं करदे कोल पहुँच गए, 10 कदमां दा फर्क पै गया। मेहता कल्याण दास जी अगे लंघ गए, उस गुस्से दे विच बेबे नानकी 10 कदमां पिछे रह गई। ते जांदियां सार नीवी नेत्र नीवें करके खड़े ने, बांह तो फड़ के झंझोड़ के कहंदे इत्थे खड़ा की करदा है? पहला बोल सी मेहता कल्याण दास दा पटवारी साहब दा, इत्थे खड़ा की करदा है? गुरु नानक देव साहब जी चुप ने। दूजी बार बांह नूं झंझकाया, सौदा कित्थे है जिहड़ा वणज करन वास्ते भेजिया सी? बिजनस कर आया? हाँ पिता जी बिजनस मैं कर आया। धन गुरु नानक देव साहब जी रसना तो उचार रहे ने। कित्थे है बिजनस कीता? कित्थे ने वस्तुआं? कित्थे है सौदा? दिखा मैनू, खाली हथ खड़ा है, मैनू तो कुछ दिसदा नहीं। पिता जी तुसीं आख्या सी भी चंगा जा वणज करी, मैं चंगा वणज करया आ। वो पुੱਤ लायक हुंदा जिहड़ा पिता दी गल नाल टावे। पिता जी मैं तुहाडे बचनां ते फुੱਲ चाढ़े ने, मैं बहुत सोहना वणज करके, क्योंकि अपनी साइड ते सच्चे ने गुरु जी, अपनी साइड ते सच्चा है पिता, झूठा दोनों चों कोई भी नहीं। हुण पिता तो चाहुंदा संसारी वणज, ते पुत्र ने धन गुरु नानक देव साहब जी ने वणज जो कीता जो अकाल पुरख दा हुक्म है। हुण अकाल पुरख दे हुक्म नूं मेहता कल्याण दास जी नहीं समझ सकते। अंतर है ना दोनों दे विच, संसारी तौर ते वो सच्चे ने। तां फिर की होया, दूजी बार फिर झिड़किया, ते जदों झिड़किया कहंदे दस कित्थे आ वणज कीता सौदा तेरा? गुरु नानक देव साहब जी कहंदे पिता जी वो तो जो तुसीं आख्या मैं उही वणज करके आया। सारी गल दस दित्ती, भी उत्थे साधु बैठे सी, उन्होंने उपदेश भी दिता है, लंगर भी छकाया, भांडे भी दिते ने, अगे तो भुखे ना मरन वो भी उन्होंने कोले रस्त जमा कर दिती, ते मैं तो बड़ा लंगर ला के आया। बस जदों गुरु नानक देव साहब जी ये गल दस रहे ने, मेहता कल्याण दास जी ने किसे नूं पुछया नहीं, वेख्या नहीं, ते शांत खड़े गुरु नानक देव साहब दे सज्जे पासे गल दे उपर जोर दा थप्पड़ मारिया। ते इसे तरह दूसरे पासे गुस्से दे विच जदों दूसरा थप्पड़ मारिया, दोने पासे उंगलां खड़ियां हो गईयां कोमल चेहरे दे उपर। बड़ा कोमल चेहरा मेरे पातशाह दा, ते साध संगत लस लस करदा मुख लाल सूहा हो गया। गुरु नानक देव साहब दे नेत्रां विचों प्यार दे अथरू आए ने। बेबे नानकी धा के डिग पई वीर दे उपर, अपने पिता नूं घूरदी है, अपने प्यारे वीर नूं बुक्कल विच लै लिया, मुख ते हथ फेरिया, चुन्नी दे नाल अथरू पूंझदी है बेबे नानकी, ते अपने पिता नूं घूर के ना अपना गुस्सा इउं जाहिर करदी है बेबे। मेरे वीर नूं चपेड़ का तो मारी बाबला, मेरे वीर दे 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 चपेड़ का तो मारी बाबला। सोने मुख ते मेरे वीर दे चपेड़ का तो मारी बाबला, मेरे वीर दे चपेड़ का तो मारी बाबला, सोने मुख ते
ਕਿਉਂ ਜਦੋਂ ਬੇਬੇ ਨਾਨਕੀ ਨੇ ਆਖਿਆ ਪਿਤਾ ਜੀ ਤੁਹਾਨੂੰ ਤਰਸ ਨਹੀਂ ਆਇਆ, ਤੁਹਾਨੂੰ ਦਇਆ ਨਹੀਂ ਆਈ? ਇੰਨਾ ਸੋਹਣਾ ਚਿਹਰਾ ਸੱਚ ਜਾਣੋ ਗੁਰਮੁਖੋ, ਗੁਰੂ ਨਾਨਕ ਦੇਵ ਸਾਹਿਬ ਦੇ ਜਿੱਥੇ ਬਚਨ ਸਾਡੇ ਅੰਦਰ ਨੂੰ ਠਾਰਦੇ ਨੇ, ਸਾਡੇ ਲੋਕ ਪਰਲੋਕ ਨੂੰ ਸਵਾਰਦੇ ਨੇ। ਧੰਨ ਹੋਣਗੇ ਉਹ ਲੋਕ, ਧੰਨ ਹੋਣਗੇ ਉਹ ਸਿੱਖ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸਾਹਿਬ ਦੇ ਪ੍ਰਤੱਖ ਦਰਸ਼ਨ ਕੀਤੇ ਹੋਣਗੇ। ਕਿੱਡੇ ਵੱਡੇ ਭਾਗ ਹੋਣਗੇ ਉਹਨਾਂ ਗੁਰਸਿੱਖਾਂ ਦੇ। ਤੇ ਪਿਆਰਿਓ, ਤੇ ਜਦੋਂ ਬੇਬੇ ਨਾਨਕੀ ਕਹਿੰਦੀ ਹੈ ਤੁਸੀਂ ਇਹ ਗਲਤ ਕੀਤਾ, ਚੰਗਾ ਨਹੀਂ ਕੀਤਾ, ਤੇ ਜਦੋਂ ਬੰਦੇ ਨੂੰ ਕ੍ਰੋਧ ਆਇਆ ਉਹਨੂੰ ਆਪਣਾ ਪਰਾਇਆ ਨਹੀਂ ਦਿਸਦਾ ਹੁੰਦਾ। ਕਈ ਵਾਰੀ ਕ੍ਰੋਧ ਦੇ ਵਿੱਚ ਪੁੱਤ ਪਿਓ ਨੂੰ ਪੁੱਠਾ ਬੋਲ ਜਾਂਦਾ ਹੈ। ਕਈ ਵਾਰੀ ਕ੍ਰੋਧ ਦੇ ਵਿੱਚ ਸਾਧ ਸੰਗਤ ਅਸੀਂ ਵੱਡਿਆਂ ਦੀ ਇਨਸਲਟ ਕਰ ਦਿੰਦੇ ਹਾਂ। ਗੁੱਸਾ ਨਾ ਦਿਸਣੋਂ ਹਟ ਜਾਂਦਾ ਹੈ, ਚੰਗਿਆਂ ਨੂੰ ਦਿਸਣੋਂ ਹਟਾ ਦਿੰਦਾ ਕ੍ਰੋਧ। ਤੇ ਫਿਰ ਬਾਅਦ ਵਿੱਚ ਬੜਾ ਪਛਤਾਉਂਦਾ ਵੀ ਨਹੀਂ ਮੈਂ ਆਖਣਾ ਨਹੀਂ ਸੀ, ਗਲਤ ਹੋ ਗਿਆ। ਇਸੇ ਤਰ੍ਹਾਂ ਮਹਿਤਾ ਕਲਿਆਣ ਦਾਸ ਜੀ ਨੂੰ ਗੁੱਸਾ ਆਇਆ, ਕ੍ਰੋਧ ਚੜਿਆ, ਬੇਬੇ ਨਾਨਕੀ ਨੂੰ ਬਾਂਹ ਤੋਂ ਫੜ ਕੇ ਕਹਿੰਦਾ ਪਰੇ ਹਟ ਜਾ, ਪਰੇ ਹਟ ਜਾਓ। ਜਦੋਂ ਵੀ ਕੋਈ ਗੱਲ ਆਖਣੀ ਹੈ ਤੁਸੀਂ ਸਾਰਾ ਪਰਿਵਾਰ ਅੱਗੇ ਹੋ ਜਾਂਦੇ ਹੋ, ਅੱਜ ਮੈਨੂੰ ਪੁੱਛ ਹੀ ਲੈਣ ਦੇ। ਗੁੱਸਾ ਹੈ ਨਾ, ਅੱਜ ਮੈਨੂੰ ਪੁੱਛ ਹੀ ਲੈਣ ਦੇ। ਬੇਬੇ ਨਾਨਕੀ ਤਕੜੇ ਨੇ ਤੇ ਵਿਚਕਾਰ ਕੰਧ ਬਣ ਕੇ ਖੜ ਕੇ ਗੁਰਮੁਖੋ ਇੰਨੇ ਨੂੰ ਰਾਏ ਬੁਲਾਰ ਜੀ ਆ ਗਏ। ਰਾਏ ਬੁਲਾਰ ਜੀ ਆ ਗਏ, ਬੇਬੇ ਨਾਨਕੀ ਨੂੰ ਜਦੋਂ ਬਾਂਹ ਤੋਂ ਫੜ ਕੇ ਮਹਿਤਾ ਕਲਿਆਣ ਦਾਸ ਜੀ ਪਰੇ ਖਿੱਚਦੇ ਨੇ ਨਾ, ਬੇਬੇ ਨਾਨਕੀ ਜੀ ਨੇ ਫਿਰ ਦੂਜਾ ਬਚਨ ਕਿਹਾ। ਕੀ ਕਿਹਾ? ਭੋਲਿਆ ਬਾਬਲਾ ਤੈਨੂੰ ਬਾਬਲਾ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ ਤੈਨੂੰ ਬਾਬਲਾ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ ਤੈਨੂੰ ਬਾਬਲਾ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ ਤੈਨੂੰ ਬਾਬਲਾ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ ਤੈਨੂੰ ਬਾਬਲਾ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ ਤੈਨੂੰ ਬਾਬਲਾ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ ਤੈਨੂੰ ਬਾਬਲਾ ਸਮਝ ਨਾ ਆਈ, ਓ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ ਤੈਨੂੰ ਬਾਬਲਾ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ ਤੈਨੂੰ ਬਾਬਲਾ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ ਉਹ ਤੈਨੂੰ ਬਾਬਲਾ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ ਤੈਨੂੰ ਬਾਬਲਾ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ ਤੈਨੂੰ ਬਾਬਲਾ ਸਮਝ ਨਾ ਆਈ, ਵੀਰ ਮੇਰਾ ਰੂਪ ਰੱਬ ਦਾ। ਇਹ ਸਾਧ ਸੰਗਤ ਗੁਰਬਾਣੀ ਦੇ ਵਿੱਚ ਵੀ ਇਤਿਹਾਸ ਵਿੱਚ ਵੀ ਤਿੰਨ ਦਾ ਜ਼ਿਕਰ ਜ਼ਿਆਦਾ ਆਉਂਦਾ ਹੈ। ਬਾਕੀ ਸਭ ਗੁਰੂ ਦੇ ਸਿੱਖ ਸਤਿਕਾਰਯੋਗ ਨੇ, ਪਰ ਤਿੰਨ ਦਾ ਜ਼ਿਕਰ ਜ਼ਿਆਦਾ ਕੀ ਆਉਂਦਾ ਹੈ? ਸਭ ਤੋਂ ਪਹਿਲੇ ਸਿੱਖ ਨੇ ਬੇਬੇ ਨਾਨਕੀ ਜੀ, ਗੁਰੂ ਨਾਨਕ ਦੇਵ ਸਾਹਿਬ ਦੇ, ਜਿਨ੍ਹਾਂ ਨੂੰ ਪੂਰਨ ਵਿਸ਼ਵਾਸ ਸੀ ਮੇਰਾ ਵੀਰ ਕੋਈ ਦੁਨਿਆਵੀ ਬਾਲਕ ਨਹੀਂ ਹੈ, ਮੇਰਾ ਵੀਰ ਪਰਮੇਸ਼ਰ ਸਰੂਪ ਹੈ। ਮੇਰੇ ਵੀਰ ਦੇ ਚਰਨਾਂ ਵਿੱਚ ਆਕਾਸ਼ ਪਤਾਲ ਮਾਤ ਲੋਕ ਤੇ ਪਰਲੋਕ ਦੀਆਂ ਸ਼ਕਤੀਆਂ ਕੰਮ ਕਰ ਰਹੀਆਂ ਨੇ। ਮੇਰੇ ਵੀਰ ਦੇ ਚਰਨਾਂ ਵਿੱਚ ਲੋਕ ਪਰਲੋਕ ਦੀ ਤਾਕਤ ਹੈ। ਇਹ ਭਰੋਸਾ ਸੀ ਬੇਬੇ ਨਾਨਕੀ ਜੀ ਦਾ। ਤੇ ਦੂਜਾ ਸੀ ਸਾਧ ਸੰਗਤ ਰਾਏ ਬੁਲਾਰ ਜੀ, ਮੁਸਲਮਾਨ ਵੀਰ। ਰਾਏ ਬੁਲਾਰ ਜਿੰਨਾ ਭਰੋਸਾ ਸ਼ਾਇਦ ਹੀ ਕਿਸੇ ਨੂੰ ਹੋ ਸਕੇ। ਮਾਫ ਕਰਨਾ, ਆਪਾਂ ਭਾਵੇਂ ਗੁਰੂ ਨਾਨਕ ਨਾਮ ਲੇਵਾ ਗੁਰਸਿੱਖ ਮਾਈ ਭਾਈਆਂ ਦਾਸ ਕਈ ਵਾਰ ਕਹਿੰਦਾ ਹੁੰਦਾ ਉਹ ਗੁਰਸਿੱਖੋ ਗੁਰੂ ਨਾਨਕ ਦੇਵ ਸਾਹਿਬ ਤੇ ਘੱਟੋ ਘੱਟ ਰਾਏ ਬੁਲਾਰ ਜੀ ਵਾਲਾ ਭਰੋਸਾ ਤਾਂ ਬਣਾ ਕੇ ਰੱਖਿਆ ਕਰੋ। ਇੱਕ ਮੁਸਲਮਾਨ ਵੀਰ ਕਹਿੰਦਾ ਗੁਰੂ ਨਾਨਕ ਦੇਵ ਸਾਹਿਬ ਅੱਲਾ ਦਾ ਰੂਪ ਨੇ, ਖੁਦਾ ਦਾ ਰੂਪ ਨੇ, ਪਰ ਅਸੀਂ ਲੋਕ ਤਰਕਾਂ ਕਰਦੇ ਹਾਂ, ਕਹਿੰਦੇ ਗੁਰੂ ਨਾਨਕ ਦੇਵ ਸਾਹਿਬ ਨੇ ਪਹਾੜ ਨੂੰ ਪੰਜਾ ਲਾਈ ਨਹੀਂ, ਭਾਈ ਬਚਿੱਤਰ ਸਿੰਘ ਨੇ ਨਾਗਣੀ ਮਾਰੀਓ ਨਹੀਂ, ਬਾਬਾ ਦੀਪ ਸਿੰਘ ਨੇ ਸੀਸ ਤਲੀ ਤੇ ਰੱਖੇ ਹੀ ਨਹੀਂ। ਲਾਹਣਤ ਇਹੋ ਜਿਹੇ ਸਿੱਖਾਂ ਨੂੰ ਜਿਹੜੇ ਆਪਣਿਆਂ ਤੇ ਤਰਕਾਂ ਕਰੀ ਜਾਂਦੇ ਨੇ। ਮਾਣ ਹੋਣਾ ਚਾਹੀਦਾ। ਤੇ ਸਾਡੇ ਤਾਂ ਆਪਣੇ ਧਰਮ ਦੀਆਂ ਤਾਂ ਧੁੰਮਾਂ ਪਈਆਂ ਨੇ ਆਲ ਵਰਲਡ ਦੇ ਵਿੱਚ,
ਤੇ ਸਾਨੂੰ ਆਪਣਿਆਂ ਨੂੰ ਵਿਸ਼ਵਾਸ ਨਹੀਂ, ਤੇ ਫਿਰ ਇਹਦੇ ਨਾਲੋਂ ਕੌਣ ਚੰਗਾ ਹੁੰਦਾ? ਰਾਏ ਬੁਲਾਰ 100 ਗੁਣਾ ਚੰਗਾ ਨਹੀਂ ਸਾਡੇ ਨਾਲੋਂ, ਜਿਹਨੇ ਆਪਣੀ ਜ਼ਮੀਨ ਆਪਣੀ ਜਾਇਦਾਦ, ਅੱਜ ਵੀ ਰਜਿਸਟਰੀ ਜਾ ਕੇ ਵੇਖ ਲਓ, ਕਾਗਜ਼ ਪਏ ਨੇ, ਗੁਰੂ ਨਾਨਕ ਦੇਵ ਸਾਹਿਬ ਦੇ ਨਾਂ ਲਵਾਈ ਉਹ ਜਗ੍ਹਾ, ਆਪਣੀ ਜ਼ਮੀਨ ਬਹੁਤ ਮੁਰੱਬਿਆਂ ਦੇ ਮੁਰੱਬੇ ਨਾਂ ਲਵਾਏ। ਤੁਹਾਡੇ 'ਚ ਜਾਣਕਾਰ ਬੈਠੇ ਹੋਣਗੇ, ਕਿਉਂਕਿ ਅਧੂਰੀ ਗੱਲ ਕਹਿਣੀ ਮਾੜੀ ਹੁੰਦੀ ਹੈ, ਵੀ ਕਾਫੀ ਜ਼ਮੀਨ ਨਾਂ ਲਵਾਈ ਹੈ ਗੁਰੂ ਸਾਹਿਬ ਦੇ। ਤੇ ਭਾਈ ਉੱਥੋਂ ਫਿਰ ਜਦੋਂ ਬੇਬੇ ਨਾਨਕੀ ਜੀ ਨੇ ਆਖਿਆ ਮੇਰਾ ਵੀਰ ਪਰਮੇਸ਼ਰ ਦਾ ਰੂਪ ਹੈ, ਬਾਪੂ ਬਾਬਲਾ ਤੈਨੂੰ ਸਮਝ ਨਹੀਂ ਆ ਰਹੀ, ਤੂੰ ਇਹਨਾਂ ਨੂੰ ਦੁਨਿਆਵੀ ਬੱਚਾ ਸਮਝਦਾ। ਇਹਨੂੰ ਰਾਏ ਬੁਲਾਰ ਜੀ ਆ ਕੇ ਕਹਿੰਦੇ ਕੀ ਝਗੜਾ ਹੈ? ਤੇ ਮਹਿਤਾ ਕਲਿਆਣ ਦਾਸ ਜੀ ਇੱਕੋ ਸਾਹ 'ਚ ਹੀ ਕਹਿ ਗਏ, ਕਹਿੰਦੇ ਪੈਸੇ ਦੇ ਕੇ ਭੇਜਿਆ ਸੀ, ਸਾਧਾਂ ਨੂੰ ਖਵਾਇਆ ਆ, ਕਹਿੰਦਾ ਮੈਂ ਚੰਗਾ ਵਣਜ ਕਰਕੇ ਆਇਆ, ਮੈਨੂੰ ਜਾੜ ਕੇ ਛੱਡੂਗਾ, ਨਾਲੇ ਉਜੜੂਗਾ ਨਾਲੇ ਜਾੜੂਗਾ, ਆਪਣੇ ਪੱਖ ਤੋਂ ਬੋਲ ਰਿਹਾ। ਰਾਏ ਬੁਲਾਰ ਜੀ ਕਹਿੰਦੇ ਮਹਿਤਾ ਕਲਿਆਣ ਦਾਸ ਜੀ ਪਹਿਲਾਂ ਠੰਡੇ ਦਿਮਾਗ ਨਾਲ ਗੱਲ ਕਰੋ, ਪਾਣੀ ਪੀਓ। ਮਹਿਤਾ ਕਲਿਆਣ ਦਾਸ ਜੀ ਕਹਿੰਦੇ ਖੜਾ ਰਹਿ, ਤੂੰ ਵੀ ਝੜਕ ਦਿੱਤਾ ਰਾਏ ਬੁਲਾਰ ਨੂੰ ਉਸ ਦਿਨ, ਤੂੰ ਵੀ ਖੜਾ ਰਹਿ, ਜਦੋਂ ਇਹ ਕੋਈ ਗਲਤੀ ਕਰਦੇ ਨੇ ਤੁਸੀਂ ਵਿਚੋਲੇ ਆ ਕੇ ਵਿੱਚ ਖੜ ਜਾਇਆ ਕਰੋ। ਰਾਏ ਬੁਲਾਰ ਜੀ ਕਹਿੰਦੇ ਤੂੰ ਇਸੇ ਗੱਲ ਤੋਂ ਖਫਾ ਹੈ ਨਾ ਵੀ ਤੇਰਾ ਪੈਸਾ ਖਰਾਬ ਹੋ ਗਿਆ, ਤੇਰੇ 20 ਖਰਾਬ ਕੀਤੇ ਨੇ, 40 ਚੱਕ ਲੈ ਮੈਥੋਂ, ਗੁੱਸਾ ਨਾ ਕਰ, 40 ਲੈ ਲੈ ਮੈਥੋਂ, ਤੇ ਅੱਗੇ ਤੋਂ ਬਹੀ ਖਾਤਾ ਲਾ ਲੈ। ਬਹੀ ਖਾਤਾ ਲਾ ਕੇ ਨਾਨਕ ਜੀ ਜਿਤਨਾ ਵੀ ਤੇਰਾ ਖਰਾਬ ਕਰਦੇ ਨੇ ਉਹ ਤੋਂ ਦੁੱਗਣਾ ਮੈਥੋਂ ਲੈ ਕੇ ਆ ਜਾ ਕਰ, ਪਰ ਕਦੇ ਨਾਨਕ ਨੂੰ ਝਿੜਕੀ ਨਾ। ਉਹ ਕਹਿੰਦਾ ਮਹਿਤਾ ਕਲਿਆਣ ਦਾਸ ਕਹਿੰਦਾ ਚਲੋ ਠੀਕ ਹੈ, ਮੈਨੂੰ ਇਹ ਦੱਸੋ ਨਹੀਂ ਇੱਥੇ ਵਜਾਉਣ ਦੇ ਬਾਬਾ ਜੀ ਇਹਨਾਂ ਨੂੰ। ਹਾਂ ਸੋ ਤਾਂ ਉੱਥੇ ਸਾਧ ਸੰਗਤ ਮਹਿਤਾ ਕਲਿਆਣ ਦਾਸ ਜੀ ਕਹਿੰਦੇ ਮੈਨੂੰ ਇਹ ਦੱਸੋ ਵੀ ਚਲੋ ਤੁਸੀਂ 20 ਦੇ 40 ਦੇ ਦੋਗੇ, ਤੁਹਾਡੀ ਇਹ ਚੰਗੀ ਗੱਲ ਹੈ ਵੀ ਇਹ ਤਾਂ ਪਹਿਲੇ ਹੀ ਠੀਕ ਨਹੀਂ, ਤੇ ਹੁਣ ਤਾਂ ਇਹਨੇ ਰੱਜ ਰੱਜ ਕੇ ਨੁਕਸਾਨ ਕਰਨਾ ਹੈ। ਰਾਏ ਬੁਲਾਰ ਜੀ ਕਹਿੰਦੇ ਮਹਿਤਾ ਕਲਿਆਣ ਤੈਨੂੰ ਪਤਾ ਨਹੀਂ ਹੈ, ਲੋਇਣ ਲੋਈ ਡਿੱਠ ਪਿਆਸ ਨਾ ਬੁੱਝੈ ਮੂੰਹ ਘਣੀ, ਨਾਨਕ ਸੇ ਅਖੜੀਆਂ ਬਿਆਨ ਜਿੰਨੀ ਡਸੰਦੋ ਮਾਂ ਪਿਰੀ। ਰਾਏ ਬੁਲਾਰ ਨੂੰ, ਬੇਬੇ ਨਾਨਕੀ ਨੂੰ, ਮਾਤਾ ਤ੍ਰਿਪਤਾ ਨੂੰ ਗੁਰੂ ਨਾਨਕ ਦੇਵ ਸਾਹਿਬ ਜੀ ਪਰਮੇਸ਼ਰ ਦਿਸ ਰਹੇ ਨੇ। ਮਾਤਾ ਤ੍ਰਿਪਤਾ ਜੀ ਕਹਿੰਦੇ ਮੇਰੇ ਘਰੇ ਪੁੱਤ ਦੇ ਰੂਪ ਵਿੱਚ ਪਰਮੇਸ਼ਰ ਆਇਆ ਹੈ। ਰਾਏ ਬੁਲਾਰ ਜੀ ਕਹਿੰਦੇ ਮੈਂ ਅੱਲਾ ਖੁਦਾ ਦੇ ਚਰਨਾਂ ਵਿੱਚ ਖੜਾ। ਬੇਬੇ ਨਾਨਕੀ ਕਹਿੰਦੀ ਹੈ ਮੇਰਾ ਵੀਰ ਪਰਮੇਸ਼ਰ ਹੈ। ਬਿਲਕੁਲ ਉਹੀ ਭਾਵਨਾ ਹੈ ਅੱਜ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਤੁਹਾਡੇ ਵਿੱਚ ਬੈਠੇ, ਸੰਗਤ ਵਿੱਚ ਬੈਠੇ 2-4 ਗੁਰਸਿੱਖਾਂ ਦੀ ਐਸੀ ਅਵਸਥਾ ਹੁੰਦੀ ਹੈ, ਉਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਜਾਗਤ ਜੋਤ 10 ਗੁਰੂ ਸਾਹਿਬਾਂ ਦੇ ਦਰਸ਼ਨ ਕਰਦੇ ਨੇ, ਉਹਨਾਂ ਦੀ ਭਾਵਨਾ ਹੈ। ਕੁਝ ਉਹ ਹੁੰਦੇ ਨੇ ਜਿਹੜੇ ਸਿਰਫ ਗੁਰਬਾਣੀ ਨੂੰ ਨਮਸਕਾਰ ਕਰਦੇ ਨੇ, ਅੱਖਰਾਂ ਤੋਂ ਵੱਧ ਸਮਝਦੇ ਕੁਛ ਨਹੀਂ ਵੀ ਗੁਰਬਾਣੀ ਕਿਤਾਬ ਹੈ, ਅੱਖਰ ਨੇ। ਇਹੀ ਭਾਵਨਾ ਉਦੋਂ ਸੀ ਲੋਕਾਂ ਦੀ ਜਿਨ੍ਹਾਂ ਨੇ ਗੁਰੂ ਨਾਨਕ ਦੇਵ ਸਾਹਿਬ ਨੂੰ ਪਰਮੇਸ਼ਰ ਕਰਕੇ ਪੂਜਿਆ, ਉਹ ਪਰਮੇਸ਼ਰ ਰੂਪ ਹੋ ਗਏ। ਤੇ ਜਿਹੜੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਕੁਰਾਈਆ ਤੇ ਬੇਤਾਲਾ ਕਹਿੰਦੇ ਰਹੇ, ਉਹ ਖੁਦ ਕੁਰਾਹੇ ਪੈ ਗਏ, ਉਹ ਨਹੀਂ ਨਿਕਲ ਸਕੇ। ਅੱਜ ਵੀ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਤਾਬ ਦਾ ਹੀ ਦਰਜਾ ਦਿੰਨੇ ਆ ਤੇ ਉਹਨਾਂ ਕੀ ਫਲ ਮਿਲਣਾ ਹੈ, ਉਹ ਤੋਂ ਵੱਧ ਨਹੀਂ ਫਿਰ ਮਿਲਣ ਵਾਲਾ। ਰਾਏ ਬੁਲਾਰ ਜੀ ਕਹਿੰਦੇ ਅਸੀਂ ਹਵਾ ਨਹੀਂ ਦੇ ਰਹੇ, ਅਸੀਂ ਗਲਤ ਨਹੀਂ ਕਹਿ ਰਹੇ। ਮਹਿਤਾ ਕਲਿਆਣ ਦਾਸ ਜੀ ਤੈਨੂੰ ਕਹਿੰਦੇ ਇੱਕ ਗੱਲ ਦੱਸਦੇ ਆ। ਪਹਿਲਾਂ ਬੇਬੇ ਨਾਨਕੀ ਜੀ ਨੇ ਦੱਸ ਦਿੱਤਾ, ਹੁਣ ਰਾਏ ਬੁਲਾਰ ਜੀ ਦੱਸਦੇ ਨੇ। ਕੀ ਕਹਿੰਦੇ? ਤੂੰ ਜਾਣੇ ਨਾ ਜਾਣੇ ਤੇਰੇ ਘਰ ਪਰਮੇਸ਼ਰ ਆਇਆ, 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 ਤੂੰ ਜਾਣੇ ਨਾ ਜਾਣੇ ਤੇਰੇ ਘਰ ਪਰਮੇਸ਼ਰ ਆਇਆ। ਇਹ ਕੁਦਰਤੀ ਗੱਲਾਂ ਹੁੰਦੀਆਂ ਨੇ। ਵਿਸ਼ਵਾਸ ਗੁਰਸਿੱਖਾਂ ਨੂੰ ਬਣ ਗਿਆ, ਹੋਰਾਂ ਨੂੰ ਬਣ ਗਿਆ,
ਪਰ ਇਤਿਹਾਸ ਕਹਿੰਦਾ ਹੈ ਮਹਿਤਾ ਕਲਿਆਣ ਦਾਸ ਜੀ ਨੂੰ ਭਰੋਸਾ ਹੀ ਨਹੀਂ ਬਣਿਆ ਵੀ ਮੇਰਾ ਪੁੱਤ ਰੱਬ ਹੈ, ਮੇਰਾ ਪੁੱਤ ਪਰਮੇਸ਼ਰ ਹੈ। ਇਹ ਇਸੇ ਤਰ੍ਹਾਂ ਇੱਕ ਨਾ ਕਹਿੰਦੇ ਪਰਿਵਾਰ ਦੇ ਵਿੱਚ ਬਜ਼ੁਰਗ ਦੇ 4 ਪੁੱਤ ਸੀ। ਇਹ ਕੁਦਰਤ ਵੱਲੋਂ ਹੁੰਦਾ ਹੈ। 4 ਪੁੱਤ ਵਧੀਆ ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ, ਤੇ ਪਿਓ ਨਾਸਤਕ ਸੀ। ਨਾਸਤਕ, ਅਸ਼ਰਦਕ, ਮਾੜਾ ਬੋਲਣਾ, ਪੁੱਠਾ ਬੋਲਣਾ। ਹੁਣ ਬੱਚਿਆਂ ਨੂੰ ਬੜਾ ਇਸ ਗੱਲ ਦਾ ਦੁੱਖ ਹੋਇਆ ਕਰੇ ਵੀ ਸਾਡਾ ਪਿਓ ਪੁੱਠਾ ਸਿੱਧਾ ਨਹੀਂ ਹੈਗਾ। ਇਹਨੂੰ ਕਿਸੇ ਤਰ੍ਹਾਂ ਇਹ ਤੇ ਵੀ ਪਰਮੇਸ਼ਰ ਮਿਹਰ ਕਰ ਦੇਵੇ, ਤਰਸ ਕਰ ਦੇਵੇ। ਚਲੋ ਕਹਿੰਦੇ ਇਉਂ ਕਰੋ ਵੀ ਆਪਾਂ ਬਾਪੂ ਨੂੰ ਕਿਸੇ ਤਰ੍ਹਾਂ ਨਾ ਰੱਬ ਦੇ ਨਾਲ ਜੋੜਨਾ, ਫਿਰ ਵੀ ਆਪਣਾ ਪਿਓ ਹੈ, ਇਹਦਾ ਭਲਾ ਹੋ ਜਾਊਗਾ। ਤੇ ਉਸ ਵੇਲੇ ਉਹਨਾਂ ਨੇ ਕੀ ਕੀਤਾ ਨਾ, ਕਹਿੰਦੇ ਬਾਪੂ ਤੂੰ ਰੱਬ ਰੱਬ ਜਪਿਆ ਕਰ, ਧੰਨ ਗੁਰੂ ਨਾਨਕ ਸਤਿਨਾਮ ਵਾਹਿਗੁਰੂ ਕਿਹਾ ਕਰ। ਉਹ ਪੁੱਠਾ ਹੀ ਬੋਲਿਆ ਕਰੇ ਜਿਵੇਂ ਨਾਸਤਕ ਬੰਦਾ ਬੋਲਦਾ ਹੁੰਦਾ। ਉਹ ਕਹਿੰਦਾ ਮੈਂ ਨਹੀਂ ਕਹਿਣਾ। ਤੇ ਕਹਿੰਦੇ ਅੱਜ ਨਾ ਉਹਨਾਂ 4 ਨੇ ਇੱਕ ਮਤਾ ਪਕਾ ਲਿਆ ਵੀ ਬਾਪੂ ਤੋਂ ਆਪਾਂ ਨੇ ਵਾਹਿਗੁਰੂ ਅਖਵਾਉਣਾ ਹੈ, ਜਿਵੇਂ ਮਰਜ਼ੀ ਅਖਵਾਈਏ। ਕਹਿੰਦੇ ਸਿਆਲ ਦਾ ਮਹੀਨਾ ਸੀ ਤੇ ਉਹਨਾਂ ਨੇ ਕਹਿੰਦੇ ਇਉਂ ਕਰੋ ਅੱਜ ਆਪਾਂ ਇਹ ਤੋਂ ਵਾਹਿਗੁਰੂ ਅਖਵਾਉਣਾ ਹੀ ਹੈ। ਸਿਆਲ ਦਾ ਮਹੀਨਾ, ਠੰਡ ਦਾ, ਗਰਮ ਪਾਣੀ ਨਾਲ ਨਹਾਉਂਦਾ ਸੀ। ਅੱਜ ਕਹਿੰਦੇ ਨਾ ਬਾਪੂ ਦੇ ਉੱਤੇ ਇਹਨੂੰ ਪਤਾ ਨਾ ਲੱਗਣ ਦਿਓ, ਠੰਡੇ ਪਾਣੀ ਦਾ ਭਰ ਕੇ ਬਰਤਨ ਪਾ ਦਿਓ, ਫਿਰ ਆਖੂਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਪਾਂ ਜਦੋਂ ਇਸ਼ਨਾਨ ਕਰਦੇ ਹਾਂ ਨਾ, ਕਿਤੇ ਠੰਡਾ ਪਾਣੀ ਪੈ ਜਾਵੇ ਆਪਣੇ ਮੁੱਖੋਂ ਨਿਕਲਦਾ, ਤੇ ਉਹ ਸਾਰਾ ਪਰਿਵਾਰ ਖੜ ਗਿਆ ਵੀ ਵੇਖਾਂਗੇ। ਤੇ ਉਹਨਾਂ ਨੇ ਕੀ ਕੀਤਾ, ਬਾਪੂ ਨਹਾਉਣ ਲੱਗ ਗਿਆ, ਨਹਾਉਣ ਲੱਗ ਗਏ ਉਹਨੂੰ। ਤੇ ਗਰਮ ਪਾਣੀ ਤਾਂ ਲਿਆ ਹੋਇਆ ਸੀ, ਉਹਨੂੰ ਭੁਲੇਖੇ ਦੇ ਨਾਲ ਨਾ ਪਿੱਛੋਂ ਦੀ ਇੱਕ ਪੁੱਤ ਨੇ ਉਹ 'ਤੇ ਠੰਡਾ ਪਾਣੀ ਪਾਤਾ। ਤੇ ਜਦੋਂ ਠੰਡਾ ਪਾਣੀ ਪਾਇਆ ਨਾ, ਤੇ ਉਸ ਵੇਲੇ ਪਤਾ ਕੀ ਕਹਿੰਦਾ, ਕਹਿੰਦਾ ਹੋ ਮਾਰਤਾ, ਉਹ ਮਾਰਤਾ ਕੰਜਰੋ, ਮਾਰਤਾ ਉਹ ਮਾਰਤਾ। ਕਹਿੰਦੇ ਇਹਨੇ ਨਹੀਂ ਆਖਣਾ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਭਾਵ ਜੀ ਨੇ ਵਾਹਿਗੁਰੂ ਆਖਣਾ ਨਹੀਂ ਨਾ। ਹੁਣ ਮਹਿਤਾ ਕਲਿਆਣ ਦਾਸ ਜੀ ਨੂੰ ਸਾਰੇ ਸਬੂਤ ਦੇ ਰਹੇ ਨੇ ਵੀ ਤੇਰਾ ਪੁੱਤ ਰੱਬ ਹੈ, ਉਹ ਤੇਰਾ ਪੁੱਤ ਪਰਮੇਸ਼ਰ ਹੈ। ਨਹੀਂ ਮੰਨਦਾ। ਚਲੋ ਉਸ ਤੋਂ ਬਾਅਦ ਇਹ ਪਟਵਾਰੀ ਸੀ। ਤੇ ਫਿਰ ਗੁਰੂ ਨਾਨਕ ਦੇਵ ਸਾਹਿਬ ਜੀ ਨੇ ਇੱਥੇ ਸਿੱਖਿਆ ਕੀ ਦਿੱਤੀ ਹੈ ਸਾਨੂੰ, ਇਹ ਨੋਟ ਕਰੋ। ਗੁਰੂ ਨਾਨਕ ਦੇਵ ਸਾਹਿਬ ਜੀ ਉਹ ਤਾਕਤ ਨੇ, ਬਲੀ ਕੰਧਾਰੀ ਦਾ ਰੋੜਿਆ ਪੱਥਰ ਮੋਮ ਬਣਾਉਂਦੇ ਨੇ, ਕੌੜੇ ਰੀਠਿਆਂ ਨੂੰ ਮਿੱਠੇ ਬਣਾਉਂਦੇ ਨੇ। ਤੂੰ ਥੋੜਾ ਜਿਹਾ ਅੱਗੇ ਹੋ ਜਾ, ਬਾਰ-ਬਾਰ ਡਿਸਟਰਬ ਹੁੰਨਾ ਮੈਂ, ਥੋੜਾ ਜਿਹਾ ਖਿਆਲ ਰੱਖਿਆ ਕਰੋ। ਤੇ ਕੌੜੇ ਰੀਠਿਆਂ ਦੇ ਵਿੱਚ ਮਿਠਾਸ ਭਰਦੇ ਨੇ ਤੇ ਸਾਧ ਸੰਗਤ ਇੱਧਰ ਪੱਥਰ ਰੋਕਦੇ ਨੇ। ਕਦੇ ਖਿਆਲ ਕੀਤਾ ਵੀ ਮਹਿਤਾ ਕਲਿਆਣ ਦਾਸ ਦੇ ਹੱਥ ਵਿੱਚ ਇੰਨੀ ਤਾਕਤ ਸੀ ਵੀ ਉਹ ਗੁਰੂ ਜੀ ਨੂੰ ਚਪੇੜ ਮਾਰ ਦਿੰਦਾ? ਨਹੀਂ ਸੀ। ਪਰ ਸਤਿਗੁਰੂ ਜੀ ਕਹਿੰਦੇ ਜਿੱਥੇ ਪਿਓ ਦਾ ਫਰਜ਼ ਹੈ, ਜਿੱਥੇ ਪਿਓ ਸਾਨੂੰ ਜਿਹੜਾ ਸਿੱਖਿਆ ਦੇਣੀ, ਸਾਨੂੰ ਉੱਚਾ ਜੀਵਨ ਸਿਖਾਉਣਾ, ਉਹ ਸਾਈਡ ਤੇ ਮੇਰਾ ਪਿਓ ਸਹੀ ਹੈ। ਕਿਉਂਕਿ ਉਹ ਮੈਨੂੰ ਚਾਹੁੰਦਾ ਹੈ ਵੀ ਇਹ ਸੰਸਾਰੀ ਬਿਜ਼ਨਸ ਕਰਕੇ ਇੱਕ ਦੁਕਾਨ ਪਾ ਕੇ ਬੈਠ ਜਾਵੇ, ਪੈਸਾ ਕਮਾਵੇ, ਪਰ ਮੈਂ ਅਕਾਲ ਪੁਰਖ ਦੇ ਘਰੋਂ ਡਿਊਟੀ ਲੈ ਕੇ ਆਇਆ। ਚੜ੍ਹਿਆ ਸੋਧਣ ਧਰਤ ਲੁਕਾਈ। ਤੇ ਅਸੀਂ ਉਹ ਲੁਕਾਈ ਨੂੰ ਜਿਹੜਾ ਹੈਗਾ ਸੋਧਣਾ ਹੈਗਾ। ਇਹਦੇ 'ਚ ਜਿਹੜੀ ਗਿਰਾਵਟ ਆਈ ਹੋਈ ਹੈ, ਕਾਂਗਿਆਰੀ ਜੰਮ ਰਹੀ ਹੈ, ਧਾਰਮਿਕ ਲੋਕ ਧਰਮ ਦੇ ਚਿੰਨ੍ਹਾਂ ਨੂੰ ਪਾ ਕੇ ਗਲਤ ਕੰਮ ਕਰ ਰਹੇ ਨੇ, ਰਾਜਨੀਤਿਕ ਲੋਕ ਰਾਜੇ ਕਸਾਈ ਬਣ ਚੁੱਕੇ ਨੇ, ਪਰਜਾ ਜਿਹੜੀ ਆ ਗਿਆਨ ਤੋਂ ਵਿਹੂਣੀ ਹੋ ਗਈ ਹੈ, ਤੇ ਜਿਹੜਾ ਸੱਚ ਦਾ ਚੰਦਰਮਾ ਹੈ ਉਹ ਛੁਪ ਚੁੱਕਿਆ। ਅਸੀਂ ਉਹ ਦੁਬਾਰਾ ਚੜ੍ਹਾਉਣਾ, ਵੱਡੀ ਡਿਊਟੀ ਹੈ ਨਾ। ਦੁਕਾਨ ਵਿੱਚ ਕੈਦ ਹੋਣ ਵਾਲੇ ਨਹੀਂ ਸੀ ਗੁਰੂ ਜੀ। ਤਾਂ ਉੱਥੇ ਫਿਰ ਕਿਹਾ, ਕਹਿੰਦੇ ਜੇ ਸਮਝਾਉਣ ਦੀ ਖਾਤਰ ਬੱਚੇ ਦੇ ਭਵਿੱਖ ਵਾਸਤੇ ਪਿਓ ਬੱਚੇ ਤੇ ਹੱਥ ਚੁੱਕਦਾ, ਭਾਵੇਂ ਉਹ ਗੁਰੂ ਸਰੂਪ ਵੀ ਹੋਵੇ, ਪਰ ਪਿਓ ਦੇ ਅੱਗੇ ਬੋਲੇ ਨਾ, ਪਿਓ ਦਾ ਗੁੱਸਾ ਨਾ ਕਦੇ ਕਰੇ। ਨੇਤਰ ਨੀਵੇਂ ਕਰਕੇ ਖੜੇ ਨੇ, ਪਿਤਾ ਜੀ ਤੁਸੀਂ ਆਪਣੀ ਸਾਈਡ ਤੇ ਠੀਕ ਹੋ, ਅਸੀਂ ਆਪਣੀ ਸਾਈਡ ਤੇ ਠੀਕ ਹਾਂ। ਇਹ ਮਹਾਨ ਸਾਨੂੰ ਮਾਂ ਪਿਓ ਦਾ ਸਤਿਕਾਰ। ਹੁਣ ਕਈਆਂ ਨੂੰ ਕੀ ਹੁੰਦਾ ਨਾ, ਕਈ ਬੱਚੇ ਸਮਝਦੇ ਨੇ ਵੀ ਮਾਂ ਪਿਓ ਬਜ਼ੁਰਗ ਹੋਣਗੇ, ਮੰਜੀ ਤੇ ਬੈਠਣਗੇ, ਫੇਰ ਸੇਵਾ ਕਰਾਂਗੇ। ਇਹ ਭੁਲੇਖਾ ਕਿਹਨੇ ਪਾਤਾ? ਇਕੱਲੇ ਬਜ਼ੁਰਗਾਂ ਦੀ ਸੇਵਾ ਕਰਨੀ ਉਹੀ ਸੇਵਾ ਹੈ? ਨਹੀਂ। ਸੇਵਾ ਤਾਂ ਜਦੋਂ ਬੱਚਾ ਸੁਰਤ ਸੰਭਾਲ ਗਿਆ ਨਾ, ਮੰਨ ਲਓ 10 ਸਾਲਾਂ ਦਾ ਬੱਚਾ ਹੋ ਗਿਆ, ਉਹ ਸੰਸਾਰੀ ਨੌਲੇਜ ਰੱਖਣ ਲੱਗ ਗਿਆ, ਤੇ ਇੱਥੋਂ ਸੇਵਾ ਸ਼ੁਰੂ ਹੋ ਜਾਂਦੀ ਹੈ ਮਾਂ ਪਿਓ ਦੀ। 10 ਸਾਲਾਂ ਦੇ ਬੱਚੇ ਤੋਂ, ਉਹ ਤੋਂ ਪਹਿਲਾਂ ਵੀ ਹੈ। ਚਲੋ 10 ਸਾਲਾਂ ਦੇ ਬੱਚੇ ਤੋਂ ਸੇਵਾ ਕੀ ਹੈ? ਉਹ ਮਾਂ ਪਿਓ ਨੂੰ ਪਿਆਰ ਨਾਲ ਬੁਲਾਵੇ, ਪਿਆਰ ਨਾਲ ਬੁਲਾਵੇ, ਮਿੱਠੇ ਸ਼ਬਦ ਬੋਲੇ, ਮਿੱਠੀ ਬੋਲੀ ਬੋਲੇ, ਜਿਹੜੀ ਮਾਂ ਪਿਓ ਨੂੰ ਸੂਟ ਕਰਦੀ ਹੈ ਉਹੀ ਬੋਲੀ ਬੋਲੇ। ਤੇ ਫਿਰ ਮਾਂ ਪਿਓ ਦੇ ਨਾਲ ਹੱਥ ਵਟਾਵੇ ਕੰਮ ਧੰਦੇ ਦੇ ਵਿੱਚ। ਇਹ ਨਾ ਹੋਵੇ ਵੀ ਮਾਂ ਪਸ਼ੂਆਂ ਨੂੰ ਪੱਠੇ ਪਾਉਂਦੀ, ਨਾਲੇ ਰੋਈ ਜਾਂਦੀ ਹੈ, ਨਾਲੇ ਉਹਦਾ ਕੁਛ ਦੁਖਦਾ ਹੈ, ਤੇ ਬੱਚਾ ਖੜਾ ਹੈ ਬਾਹਰ ਆਪਣੇ ਹੋਰਾਂ ਸਾਥੀਆਂ ਦੇ ਵਿੱਚ, ਉੱਥੇ ਮੋਬਾਈਲਾਂ ਤੇ ਲੱਗਿਆ, ਬੋਲਟਾਂ ਨੂੰ ਪੜਾਕੇ ਪਵਾਉਂਦਾ ਫਿਰਦਾ ਹੈ, ਤੇ ਇੱਧਰੋਂ ਪਿਓ ਖੇਤ ਦੇ ਵਿੱਚ ਫਿੱਡੇ ਛਿੱਤਰ ਪਾ ਕੇ ਖੱਪ ਰਿਹਾ। ਕੀ ਇਹ ਫਿਰ ਅਸੀਂ ਸੇਵਾ ਤੋਂ ਭੱਜ ਨਹੀਂ ਰਹੇ? ਮਾਂ ਪਿਓ ਦੇ ਨਾਲ ਕੰਮ ਵਿੱਚ ਹੱਥ ਵਟਾਉਣਾ ਇਹ ਵੀ ਸੇਵਾ ਹੈ। ਕਿ ਮਾਵਾਂ ਦੇ ਤਾਂ ਕੰਮ ਨੇ ਪ੍ਰਸ਼ਾਦੇ ਪਕਾਉਣੇ, ਕੱਪੜੇ ਪ੍ਰੈਸ ਕਰਨੇ, ਕੱਪੜੇ ਧੋਣੇ, ਪੋਚੇ ਲਾਉਣੇ, ਤੇ ਮਾਵਾਂ ਨੂੰ ਅਸੀਂ ਮੱਝਾਂ ਤੋਂ ਪੱਠੇ ਪਵਾਉਂਦੇ ਹਾਂ। ਇਹ ਕਿੱਧਰ ਦੀ ਸਿਆਣਪ ਹੈ ਕਿਸੇ ਪੁੱਤ ਦੀ?
ਇਹ ਗੱਲਾਂ ਧਿਆਨ ਮੰਗਦੀਆਂ ਨੇ। ਗੁਰੂ ਜੀ ਨੇ ਸਾਨੂੰ ਇਹੀ ਸਿਖਾਇਆ ਹੈ। ਪਿਓ ਕੱਲਾ ਖੇਤ ਦੇ ਵਿੱਚ ਫਿਰਦਾ ਤੇ ਜਦੋਂ ਮੋਬਾਈਲ ਮੰਗਣਾ ਤਾਂ ਪਿਓ ਤੋਂ ਮੰਗਣਾ, ਬੋਲਟ ਮੰਗਣਾ ਪਿਓ ਤੋਂ ਮੰਗਣਾ, ਕੰਮ ਦੇ ਹੱਥ ਨਹੀਂ ਲਾਉਣਾ। ਇਸ ਤਰ੍ਹਾਂ ਦਾ ਜੀਵਨ ਨਹੀਂ ਗੁਰੂ ਜੀ ਨੇ ਸਾਨੂੰ ਸਿਖਾਇਆ। ਹਾਂ, ਵਰਤਣ ਵਾਸਤੇ ਚੀਜ਼ਾਂ ਅਸੀਂ ਲੈ ਸਕਦੇ ਹਾਂ, ਪਰ ਕੰਮ ਤੋਂ ਭੱਜਣਾ ਇਹ ਚੰਗੀ ਗੱਲ ਨਹੀਂ। ਤਾਂ ਸਾਧ ਸੰਗਤ, ਉੱਥੇ ਫਿਰ ਗੁਰੂ ਨਾਨਕ ਦੇਵ ਸਾਹਿਬ ਨੇ ਸਿੱਖਿਆ ਦਿੱਤੀ ਵੀ ਦੁਨੀਆ ਦੇ ਲੋਗੋ, ਸੇਵਾ ਤਾਂ ਉਦੋਂ ਸ਼ੁਰੂ ਹੋ ਜਾਂਦੀ ਹੈ ਜੇ ਅਸੀਂ ਮਾਂ ਪਿਓ ਨੂੰ ਕੱਲਾ ਦੁੱਧ ਘਿਓ ਪ੍ਰਸ਼ਾਦਾ ਛਕਾਉਣਾ ਇਹ ਸੇਵਾ ਨਹੀਂ ਹੈ। ਪ੍ਰਸ਼ਾਦਾ ਤਾਂ ਸਾਧ ਸੰਗਤ ਮੈਂ ਇਹ ਕਹਿਣਾ ਹੁੰਨਾ ਵੀ ਆਪਾਂ ਘਰ ਦੇ ਵਿੱਚ ਸਾਈਡ ਤੇ ਕੁੱਤੇ ਦੇ ਸੰਗਲੀ ਪਾ ਕੇ ਬੰਨਿਆ ਹੋਇਆ ਤੇ ਆਪਾਂ ਨੂੰ ਪਰਿਵਾਰ ਨੂੰ ਵੀ ਪਤਾ ਵੀ ਆਪਾਂ ਕੁੱਤਾ ਬੰਨਿਆ ਹੋਇਆ, 2 ਟਾਈਮ ਤਾਂ ਰੋਟੀ ਉਹਨੂੰ ਵੀ ਸਿੱਟਦੇ ਆ। ਰੋਟੀ ਤਾਂ ਹਰ ਇੱਕ ਨੂੰ ਮਿਲੂਗੀ, ਪਰ ਰੋਟੀ ਤਾਂ ਕੰਮ ਕਰਦੀ ਆ ਜੇ ਬਜ਼ੁਰਗਾਂ ਨੂੰ ਪਿਆਰ ਮਿਲੂਗਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜੇ ਬਜ਼ੁਰਗਾਂ ਨੂੰ ਪਿਆਰ ਦੀ ਖੁਰਾਕ ਦਿਓਗੇ ਨਾ ਤਾਂ ਪ੍ਰਸ਼ਾਦਾ ਰੁੱਖਾ ਵੀ ਲੱਗ ਜੂ। ਘਿਓ ਦੀ ਵੀ ਕਿਤੇ ਲੋੜ ਨਹੀਂ, ਦੁੱਧ ਦੀ ਵੀ ਕਿਤੇ ਲੋੜ ਨਹੀਂ, ਰੁੱਖਾ ਪ੍ਰਸ਼ਾਦਾ ਕੰਮ ਕਰੀ ਜਾਊ। ਜੇ ਪ੍ਰਸ਼ਾਦਾ ਤਾਂ ਦਿੱਤਾ ਬਾਪੂ ਜੀ ਪ੍ਰਸ਼ਾਦਾ ਲੈ ਲਓ, ਬਾਅਦ ਵਿੱਚ ਬਜ਼ੁਰਗਾਂ ਨੂੰ ਝਿੜਕ ਦੇਣਾ, ਉਹ ਪਿਆਰ ਦੀ ਖੁਰਾਕ ਨਾ ਮਿਲਣੀ, ਫਿਰ ਕਿੱਥੋਂ ਲੱਗਦਾ ਪ੍ਰਸ਼ਾਦਾ? ਫਿਰ ਉਹ ਤਾਂ ਚਿੰਤਾ ਹੀ ਕਰੀ ਜਾਂਦਾ ਵੀ ਵੇਖੋ ਓਏ ਕਿੰਨੇ ਸ਼ੌਂਕ ਨਾਲ ਪਾਲੇ ਸੀ, ਪੜ੍ਹਾਏ ਸੀ, ਅੱਜ ਕੋਲ ਦੀ ਇਉਂ ਲੰਘ ਜਾਂਦੇ ਨੇ ਜਿਵੇਂ 100 ਬਗਾਨਿਆਂ ਦਾ ਬਗਾਨਾ ਹੁੰਦਾ। ਇਹ ਖੁਰਾਕਾਂ ਦੇਣੀਆਂ ਨੇ ਆਪਾਂ ਨੇ ਬਜ਼ੁਰਗਾਂ ਨੂੰ। ਜਦੋਂ ਇਹ ਸੇਵਾ ਕਰਾਂਗੇ, ਮੈਥੋਂ ਲਿਖਤੀ ਰੂਪ ਵਿੱਚ ਲੈ ਲਓ, ਤੁਹਾਡੇ ਬਜ਼ੁਰਗ ਕਦੇ ਖੂੰਡੀ ਨਹੀਂ ਚੱਕਣਗੇ, ਕਦੇ ਮੰਜੇ ਤੇ ਬੈਠਣਗੇ ਨਹੀਂ, ਉਹ ਕਦੇ ਵੀ ਨਹੀਂ ਬੈਠਣਗੇ। ਮੰਜੇ ਤੇ ਕਦੋਂ ਬੈਠਦੇ ਨੇ ਬਜ਼ੁਰਗ? ਜਦੋਂ ਆਲੇ ਦੁਆਲੇ ਝਿੜਕਿਆ ਜਾਂਦਾ, ਚੱਕੀ ਦੇ ਪੁੜਾਂ ਵਿੱਚੋਂ ਦੀ ਲੰਘਾ ਦਿੰਦੇ ਆਪਾਂ ਉਹਨਾਂ ਨੂੰ, ਪੀਸ ਦਿੰਦੇ ਆ ਬਿਲਕੁਲ, ਜਿਉਂਦੇ ਮਰ ਜਾਂਦੇ ਨੇ। ਬਹੁਤ ਬਜ਼ੁਰਗ ਨੇ ਜਿਹੜੇ ਜਿਉਂਦੇ ਮਰੇ ਬੈਠੇ ਨੇ, ਨਾ ਬੋਲ ਸਕਣ ਤੇ ਨਾ ਆਪਣਾ ਦਰਦ ਕਿਸੇ ਨੂੰ ਦੱਸ ਸਕਣ। ਉੱਤੋਂ ਉੱਤੋਂ ਕਹਿਣਾ ਸਾਡਾ ਪਰਿਵਾਰ ਬਹੁਤ ਵਧੀਆ, ਸਾਡਾ ਪਰਿਵਾਰ ਬਹੁਤ ਚੰਗਾ ਹੈ, ਪਰ ਜਦੋਂ ਦੇਹਲੀ ਦੇ ਅੰਦਰ ਪੈਰ ਟਿਕਦਾ ਨਾ, ਇੱਥੇ ਤਾਂ ਹੱਸਦਾ ਖੇਡਦਾ, ਇੱਥੇ ਤਾਂ ਸਾਰਾ ਕੁਛ ਹੈ, ਪਰ ਜਦੋਂ ਦੇਹਲੀ ਦੇ ਅੰਦਰ ਪੈਰ ਟਿਕਿਆ ਮੱਥੇ ਤੇ ਔੜੀਆਂ ਪੈ ਗਈਆਂ, ਪਤਾ ਨਹੀਂ ਕੀ ਹੈ ਉੱਥੇ। ਸੋ ਇਹ ਆਪਾਂ ਇੱਥੋਂ ਖੁਸ਼ੀਆਂ ਲੈ ਕੇ ਜਾਣੀਆਂ ਨੇ, ਮੁੜ ਕੇ ਛੱਡਣੀਆਂ ਨਹੀਂ। ਇਹ ਖੁਸ਼ੀਆਂ ਨੂੰ ਬਰਕਰਾਰ ਰੱਖੀਏ ਜ਼ਿੰਦਗੀ ਦੇ ਵਿੱਚ। ਤਾਂ ਮਹਿਤਾ ਕਲਿਆਣ ਦਾਸ ਜੀ ਦਾ ਜਿਹੜਾ ਆਉਣਾ ਜਾਣਾ ਸੀ ਸੁਲਤਾਨਪੁਰ ਲੋਧੀ, ਸੁਲਤਾਨਪੁਰ ਲੋਧੀ ਆਉਣਾ ਜਾਣਾ ਸੀ। ਉੱਥੇ ਭਾਈ ਜੈ ਰਾਮ ਮਹਿਕਮੇ ਦੇ ਵਿੱਚ ਚੰਗੀ ਪੋਸਟ ਦੇ ਉੱਪਰ ਨੌਕਰੀ ਕਰਦਾ ਸੀ, ਨਵਾਬ ਦੌਲਤ ਖਾਂ ਦੇ। ਤੇ ਮਹਿਤਾ ਕਲਿਆਣ ਦਾਸ ਜੀ ਉਸ ਬੱਚੇ ਨੂੰ ਵੇਖਦਾ ਸੀ, ਬੜਾ ਸਿਆਣਾ, ਬੜਾ ਸੁਲਝਿਆ ਹੋਇਆ, ਵਿਚੋਲਾ ਪਾ ਕੇ ਬੇਬੇ ਨਾਨਕੀ ਦਾ ਵਿਆਹ ਭਾਈ ਜੈ ਰਾਮ ਜੀ ਨਾਲ ਕਰਤਾ। ਜਦੋਂ ਭਾਈ ਜੈ ਰਾਮ ਜੀ ਨਾਲ ਸੰਯੋਗ ਬਣਿਆ, ਵਿਆਹ ਹੋ ਗਿਆ, ਬੇਬੇ ਨਾਨਕੀ ਜੀ ਸੁਲਤਾਨਪੁਰ ਚਲੇ ਗਏ। ਹੁਣ ਭੈਣ ਭਰਾ ਦਾ ਐਡਾ ਵੱਡਾ ਜਿਹੜਾ ਮਿਲਾਪ ਸੀ, ਇਲਾਹੀ ਪਿਆਰ ਸੀ ਨਾ, ਉਹ ਇੱਕਦਮ ਵਿਛੜ ਜਾਣਾ, ਵਿਛੋੜੇ ਦੀ ਪੀੜ ਹੈ। ਜਦੋਂ ਵਿਛੜ ਗਏ ਨਾ, ਹੁਣ ਬੇਬੇ ਨਾਨਕੀ ਨੂੰ ਵੀਰ ਨਹੀਂ ਦਿਸ ਰਿਹਾ, ਸਰੀਰ ਕਰਕੇ, ਆਤਮਾ ਕਰਕੇ ਸੀ, ਅੰਗ ਸੰਗ ਨੇ। ਤੇ ਗੁਰੂ ਨਾਨਕ ਦੇਵ ਸਾਹਿਬ ਜੀ ਨੂੰ ਭੈਣ ਨਹੀਂ ਮਿਲ ਰਹੀ, ਕਿਉਂਕਿ ਜਿੰਨਾ ਗੋਦੀ ਵਿੱਚ ਬੇਬੇ ਨਾਨਕੀ ਨੇ ਗੁਰੂ ਨਾਨਕ ਦੇਵ ਸਾਹਿਬ ਨੂੰ ਚੱਕਿਆ, ਮਾਤਾ ਤ੍ਰਿਪਤਾ ਜੀ ਨੇ ਵੀ ਉਹਨਾਂ ਨਹੀਂ ਚੱਕਿਆ। ਕਹਿੰਦੇ ਇੰਨਾ ਜ਼ਿਆਦਾ ਖੜਾਇਆ, ਇੰਨੇ ਲਾੜ ਲੜਾਈ, ਇੱਕਦਮ ਵਿਛੋੜਾ ਹੋ ਜਾਣਾ। ਆ ਵੇਖੋ ਹੁਣ ਅੱਜ ਆਪਣੇ ਪਰਿਵਾਰ ਵਿੱਚੋਂ ਰੰਗਲਾ ਸੱਜਣ ਚਲਿਆ ਗਿਆ। ਤੇ ਮੈਨੂੰ ਨਾ ਆਪਣਾ ਨਿਰਮਲ ਸਿੰਘ ਬਹੁਤ ਪਿਆਰ ਵਾਲਾ ਬੱਚਾ ਹੈ, ਠਾਣਾ ਸਿਉਂ ਦਾ ਬੇਟਾ ਨਾ, ਇੰਨਾ ਪਿਆਰ ਵਾਲਾ ਹੈ, ਪਰ ਨਿਮਰਤਾ ਦਾ ਹੀ ਪੁੰਜ ਹੈ, ਨਿਮਰਤਾ ਦਾ ਪੁੰਜ, ਬਹੁਤ ਹੀ ਸਿਆਣਾ, ਸੁਲਝਿਆ ਹੋਇਆ। ਤੇ ਉਹ ਮੈਨੂੰ ਜਦੋਂ ਨਾਮ ਲਿਖਾਉਣ ਲੱਗਿਆ ਨਾ ਪਰਿਵਾਰ ਦੇ, ਉਹਨਾਂ ਨੇ ਦੱਸਿਆ, ਕਹਿੰਦੇ ਜੀ ਬਾਪੂ ਜੀ ਤਾਂ ਇਸ ਤਰ੍ਹਾਂ ਕਰਕੇ ਇਉਂ ਚਲੇ ਗਏ। ਤੇ ਕਹਿੰਦੇ ਜਦੋਂ ਆਪਣੀਆਂ ਬੇਟੀਆਂ ਦੇ ਨਾਮ, ਪੋਤਰੀਆਂ ਦੇ ਨਾਮ ਲਿਖਾਉਣ ਲੱਗਿਆ ਨਾ, ਤਾਂ ਕਹਿੰਦੇ ਫਿਰ ਅਮਰਪ੍ਰੀਤ ਕੌਰ ਕਨੇਡਾ ਚਲੀ ਗਈ। ਕਹਿੰਦੇ 3 ਕੁ ਮਹੀਨੇ ਹੋਏ ਨੇ। ਮੈਥੋਂ ਅਚਨਚੇਤ ਆਖਿਆ ਗਿਆ ਵੀ ਵੇਖੋ, ਇੱਕ ਤਾਂ ਪਿਓ ਦਾ ਵਿਛੋੜਾ, ਇੱਕ ਧੀ ਰਾਣੀ ਉੱਥੇ ਵਿਦੇਸ਼ਾਂ ਵਿੱਚ ਬੈਠ ਗਈ ਜਾ ਕੇ, ਤੇ 2 ਵਿਛੋੜੇ ਹੋ ਗਏ। ਉਹ ਵਿਛੋੜਾ ਵੀ ਦਰਦ ਦੇ ਰਿਹਾ, ਤੇ ਇੱਕ ਨੂੰ ਸਦਾ ਵਾਸਤੇ ਤੋਰਤਾ, ਮੁੜ ਕੇ ਆਉਣਾ ਨਹੀਂ। ਇੱਧਰ ਬੇਬੇ ਨਾਨਕੀ ਦਾ ਵੀਰ ਰਾਏ ਭੋਜ ਦੀ ਤਲਵੰਡੀ ਨਨਕਾਣਾ ਸਾਹਿਬ ਹੈ, ਤੇ ਬੇਬੇ ਸੁਲਤਾਨਪੁਰ ਹੈ। ਤੇ ਇਹ ਸਮੇਂ ਨੂੰ ਕਿਵੇਂ ਬੰਨਿਆ ਬਾਣੀ ਨੇ, ਸੁਣੋ। ਔਖੀ ਪੀੜ ਹੈ ਵਿਛੋੜੇ ਵਾਲੀ, ਜਿਨ੍ਹਾਂ ਨੂੰ ਲੱਗੀ ਸੋਈ ਜਾਣਦੇ। ਔਖੀ ਪੀੜ ਹੈ ਵਿਛੋੜੇ ਵਾਲੀ, ਜਿਨ੍ਹਾਂ ਨੂੰ ਲੱਗੀ ਸੋਈ ਜਾਣਦੇ। ਔਖੀ ਪੀੜ ਹੈ ਵਿਛੋੜੇ ਵਾਲੀ, ਜਿਨ੍ਹਾਂ ਨੂੰ ਲੱਗੀ ਸੋਈ ਜਾਣਦੇ। ਔਖੀ ਪੀੜ ਹੈ ਵਿਛੋੜੇ ਵਾਲੀ, ਜਿਨ੍ਹਾਂ ਨੂੰ ਲੱਗੀ ਸੋਈ ਜਾਣਦੇ। ਔਖੀ ਪੀੜ ਹੈ ਵਿਛੋੜੇ ਵਾਲੀ, ਜਿਨ੍ਹਾਂ ਨੂੰ ਲੱਗੀ ਸੋਈ ਜਾਣਦੇ। ਔਖੀ ਪੀੜ ਹੈ ਵਿਛੋੜੇ ਵਾਲੀ, ਜਿਨ੍ਹਾਂ ਨੂੰ ਲੱਗੀ ਸੋਈ ਜਾਣਦੇ।
है विछोड़े वाली, जिन्हां नूं लगी सोई जान दे। ओ औखी पीड़ है विछोड़े वाली, जिन्हां नूं लगी सोई जान दे। जिन्हां दे विछड़ गए ना बार बार यादां आउंदियां ने, हल तां कोई हुंदा नहीं, भाणे नूं सीस झुकाउणा, रजा विच रहना, पर औखा भी बहुत है विछोड़ा झੱਲਣਾ, कोई हल नहीं हुंदा इन्हां गल्लां दा। विछोड़ा सुणे दुख बिन डिठे मरियोद, बाज प्यारे अपने बिरही ना ती रोध। किवें मन खड़दा है, खड़दा ही नहीं हैगा, बार बार भजदा, यादां आउंदियां ने। तां उस वेले बेबे नानकी जी याद करदे ने, ते आखिर ते फिर भाई जय राम जी ने वो भी जिहड़ा सी ना मसले दा हल कढ लिया। गुरु नानक देव साहब जी ने सुल्तानपुर बुला लिया, नवाब दौलत खां दे मोदी दी कार, मोदी खाने विच नौकरी दवाती। ये तो अगे फिर हुण समा नहीं अपने कोल, जो जो कीता सतगुरां ने साडे भले वास्ते अज कर रहे ने, गुरु ग्रंथ साहब के रूप में अगे नूं करते रहणगे। लाभ उठाइए, बाणी दा पल्ला ना छड्डीए कदे किसी भी कीमत ते, गुरु तो मुख ना मोड़िए कदे भी। कबीर दीन गबाया दुनी स्यों दुनी ना चाली साथ, पाए कुहाड़ा मारिया गाफले अपने हाथ। अपने हत्थां दे नाल अपने पैर नहीं वढ़ने चाहिए, गुरु तो मुख नहीं कदे मोड़ना, गुरु के चरणों नाल जुड़ना। इहो ही गुरु साहब के प्रकाश पुरब का साथ सब तो वड्डा संदेश है, गुरु की बाणी नूं गाउणा, मनना ते कमाउणा। ते साध संगत अज परिवार दे विचों रंगला सज्जण तुर गया, ते उत्थे फिर कुछ समय वास्ते ना आ हालात बन जाते ने, क्योंकि मापियां दे नाल रौनकां ने, मापे बोड़ दियां ठंडियां छावां ने। ते जदों विहड़े विचों तुरदे ने, ਉਹਨੂੰ फिर दास इउं पढ़दा हुंदा, ते फिर आपां समाप्ति ते पहुंचीए। मापियां बाजों जी चेतनी लगदा जी ने, मापियां बाजों जी चेतनी लगदा जी नहीं लगदा, मापियां बाजों जी चेतनी लगदा जी नहीं लगदा, मापियां बाजों जी चित नहीं लगदा जी नहीं लगदा, मापियां बाजों जी नहीं लगदा चित नहीं लगदा, मापियां बाजों जी चित नहीं लगदा जी नहीं लगदा। सजना बाजों ओ जी नहीं लगदा चित नहीं लगदा, सजना बाजों ओ जी नहीं लगदा चित नहीं लगदा, सजना बाजों जी चित नहीं लगदा जी नहीं लगदा, सजना बाजों जी लगदा जी नहीं लगदा, सजना बाजों जी नहीं लगदा चित नहीं लगदा, सजना बाजों जी नहीं लगदा जी नहीं लगदा, जी नहीं लगदा चित 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 नहीं लगदा, नहीं लगदा चित नहीं लगदा, जी 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 नहीं लगदा चित नहीं लगदा, नहीं लगदा चित नहीं लगदा, जी नहीं लगदा चित नहीं लगदा, मापियां बाजों ओ जी नहीं लगदा चित नहीं, मापियां बाजों जी चित नहीं लगदा जी नहीं लगदा, मापियां बाजों जी चित नहीं लगदा जी नहीं लगदा, मापियां बाजों जी चित नहीं लगदा जी नहीं लगदा, मापियां बाजों जी नहीं लगदा चित नहीं लगदा, मापियां बाजों जी चित नहीं लगदा जी नहीं लगदा।
ਵੇਖੋ ਜਦੋਂ ਵਿਛੋੜੇ ਹੁੰਦੇ ਨੇ ਤਾਂ ਚਿੱਤ ਨਹੀਂ ਲੱਗਦਾ, ਜੀ ਨਹੀਂ ਲੱਗਦਾ, ਪਰ ਸਤਿਗੁਰਾਂ ਨੇ ਸਾਨੂੰ ਆਸਰਾ ਦਿੱਤਾ ਗੁਰਬਾਣੀ ਦਾ। ਗੁਰਬਾਣੀ ਦੇ ਆਸਰੇ ਫਿਰ ਸਾਨੂੰ ਇਹ ਦੁੱਖ ਅੰਮ੍ਰਿਤ ਕਰਕੇ ਪੀਣਾ ਪੈਂਦਾ ਹੈ। ਅੰਮ੍ਰਿਤ ਕਰਕੇ ਪੀ ਕੇ ਭਾਣੇ ਦੇ ਵਿੱਚ ਸੋ ਸਿੱਖ ਸਖਾ ਬੰਧ ਪਹਿ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੈ ਆਪਣਾ ਭਾਣਾ ਜੋ ਚੱਲੈ ਭਾਈ, ਵਿਛੜ ਚੋਟਾਂ ਖਾਵੈ। ਮਹਾਰਾਜ ਜੀ ਦੇ ਬਚਨ ਨੇ, ਅਨਕ ਯਤਨ ਕਰ ਕਾਲ ਸੰਤਾਏ, ਮਰਨ ਲਖਾਏ ਮੰਡਲ ਮਹਿ ਆਏ। ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਭੀ ਚੱਲਣਾ, ਦੂਰ ਗਗਨ ਸਿਰ ਉੱਪਰ ਮਰਨਾ। ਕਿਆ ਤੂੰ ਸੋਇਆ ਜਾਗ ਇਆਨਾ, ਤੈਂ ਜੀਵਨ ਜਗ ਸੱਚ ਕਰ ਜਾਨਾ। ਤੇ ਇਹ ਤਾਂ ਸਾਧ ਸੰਗਤ ਬਾਰੀ ਆਪੋ ਆਪਣੀ, ਕੋਈ ਨਾ ਬੰਦਾ ਧੀਰ। ਆਪਾਂ ਕੀ ਕਰ ਸਕਦੇ ਹਾਂ? ਉਦਮ ਉਪਰਾਲਾ, ਜਿੱਥੇ ਕੋਈ ਦੱਸਦਾ ਉਸ ਡਾਕਟਰ ਦੇ ਪਾਸ ਲਿਜਾ ਸਕਦੇ ਹਾਂ, ਆਪਾਂ ਪੈਸਾ ਲਾ ਸਕਦੇ ਹਾਂ, ਪਰ ਸਵਾਸਾਂ ਦੀ ਡੋਰੀ ਵਾਹਿਗੁਰੂ ਦੇ ਹੱਥ ਹੈ। ਜਦੋਂ ਸਵਾਸਾਂ ਦੀ ਡੋਰੀ ਮੁੱਕਦੀ ਹੈ, ਫਿਰ ਲਿਖ ਦਿੱਤਾ ਗੁਰਬਾਣੀ ਨੇ, ਜਿਸ ਕੀ ਪੁੱਜੈ ਔਦ ਤਿਸੈ ਕੌਣ ਰਾਖਈ, ਬੈਤਕ ਅਨ ਕੋ ਪਾਵ ਕਹਾਂ ਲਓ ਭਾਖਈ। ਸੋ ਬਜ਼ੁਰਗਾਂ ਦਾ ਸਤਿਕਾਰ ਕਰਨਾ, ਤੇ ਉਦੋਂ ਬਜ਼ੁਰਗਾਂ ਨੂੰ ਸਕੂਨ ਮਿਲਦਾ, ਤਸੱਲੀ ਹੁੰਦੀ ਹੈ, ਜਦੋਂ ਉਹ ਆਪਣੇ ਪਰਿਵਾਰ ਨੂੰ ਪੈਰਾਂ 'ਤੇ ਖੜਾ ਹੁੰਦਾ ਵੇਖਦੇ ਨੇ। ਆਪਣੇ ਪਰਿਵਾਰ ਨੂੰ ਸੈੱਟ ਕਰ ਦੇਣਾ, ਇਹ ਇੱਕ ਸੰਸਾਰੀ ਤਸੱਲੀ ਹੈ। ਸੰਸਾਰੀ ਤੌਰ 'ਤੇ ਪਰਿਵਾਰ ਨੂੰ ਜਿਹੜਾ ਹੈਗਾ ਸੈੱਟ ਕਰਕੇ ਉਹਨਾਂ ਦੀਆਂ ਸਾਰੀਆਂ ਲੋੜਾਂ, ਜ਼ਮੀਨ ਜਾਇਦਾਦ, ਘਰ-ਬਾਰ, ਬੱਚਿਆਂ ਦੀ ਪੜ੍ਹਾਈ ਲਿਖਾਈ, ਨੌਕਰੀ ਆਦਿਕ, ਇਹ ਸਾਰਾ ਕੁਝ ਜਦੋਂ ਬਜ਼ੁਰਗ ਵੇਖਦੇ ਨੇ ਤੇ ਉਹਨਾਂ ਦੇ ਮਨ ਨੂੰ ਤਸੱਲੀ ਹੁੰਦੀ ਹੈ। ਸੋ ਉਹਨਾਂ ਵਿੱਚੋਂ ਉਹ ਰੰਗਲੇ ਸੱਜਣ ਸਰਦਾਰ ਠਾਣਾ ਸਿੰਘ ਜੀ, ਉਹਨਾਂ ਸੱਜਣਾਂ ਵਿੱਚੋਂ ਜਿਨ੍ਹਾਂ ਦਾ ਪਰਿਵਾਰ ਅੱਜ ਸਾਸ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਜਸ ਖੱਟ ਰਿਹਾ, ਮਾਣ ਖੱਟ ਰਿਹਾ, ਵੇਖ ਰਿਹਾ ਮੈਂ। ਆਪ ਜੀ ਸਾਰੇ ਰਾਜਨੀਤਿਕ ਲੀਡਰ ਸਾਹਿਬਾਨ ਆ ਬੈਠੇ ਹੋ, ਗੁਰੂ ਕਿਆਂ ਪਿਆਰੀਆਂ ਸੰਗਤਾਂ, ਗੁਰਮੁਖ ਪਿਆਰੇ, ਪੰਚ ਸਰਪੰਚ, ਮਾਣਯੋਗ ਸ਼ਖਸੀਅਤਾਂ ਮੇਰੇ ਸਾਹਮਣੇ ਬੈਠੇ ਹੋ। ਇਹੋ ਹੀ ਪਰਿਵਾਰ ਦੀ ਇੱਕ ਖੱਟੀ ਹੁੰਦੀ ਹੈ। ਇਹ ਅੰਤਮ ਵੇਲਾ, ਅੰਤਮ ਅਰਦਾਸ ਇੱਕ ਜਾਣ ਵਾਲੇ ਸੱਜਣ ਦਾ ਲੇਖਾ ਹੁੰਦਾ ਵੀ ਉਹਨੇ ਸੰਸਾਰ ਵਿੱਚ ਕੀ ਕਮਾਇਆ, ਕਿੰਨਾ ਪਿਆਰ ਵੰਡਿਆ, ਕਿੰਨਾ ਲਿਆ। ਆ ਸੰਗਤ ਮੋਹਰ ਲਾ ਦਿੰਦੀ ਹੈ। ਤੁਹਾਡੇ ਵਰਗੇ ਸੱਜਣ ਆਓ ਅੱਜ ਆਪਣੇ ਵਿੱਚੋਂ ਰੰਗਲੇ ਸੱਜਣ ਨਹੀਂ ਰਹੇ। ਭਾਈ ਸਾਹਿਬ ਭਾਈ ਠਾਣਾ ਸਿੰਘ ਜੀ, ਉਹਨਾਂ ਦੇ ਜੀਵਨ ਸਾਥੀ ਮਾਤਾ ਜਸਵਿੰਦਰ ਕੌਰ ਜੀ, ਤੇ ਉਹਨਾਂ ਦੇ ਬਹੁਤ ਸਤਿਕਾਰਯੋਗ ਬੇਟੇ ਭਾਈ ਨਿਰਮਲ ਸਿੰਘ, ਉਹਨਾਂ ਦੇ ਘਰੋਂ ਬੀਬਾ ਕੁਲਵਿੰਦਰ ਕੌਰ ਜੋ ਚੈਣਾ ਪਿੰਡ ਵਾਲੇ ਹਨ, ਤੇ ਉਹਨਾਂ ਦੀ ਪਿਆਰੀ ਧੀ ਨਰਿੰਦਰ ਕੌਰ, ਇਸ ਘਰ ਦੇ ਜਵਾਈ ਭਾਈ ਸੰਦੀਪ ਸਿੰਘ ਜੀ ਮਾਨ, ਸ਼ੇਰਗੜ੍ਹ ਵਾਲਾ ਪਰਿਵਾਰ। ਔਰ ਉੱਥੇ ਸਾਧ ਸੰਗਤ ਵੱਡਾ ਪਰਿਵਾਰ ਹੈ, ਤਾਂ ਪੋਤਰੀਆਂ ਹਨ ਅਮਰਪ੍ਰੀਤ ਕੌਰ